ਵੱਡੇ ਉਪਰਾਲਿਆਂ ਦੀ ਲੋੜ ਹੈ। ਨਿਮਾਣਿਆਂ ਲਈ ਤਰਲੇ ਦਾ ਨਹੀਂ, ਉੱਠਣ ਦਾ ਵੇਲਾ ਹੈ। ਸੰਤ ਰਾਮ ਉਦਾਸੀ ਇਹ ਆਵਾਜ਼ ਉੱਚੀ ਕਰਦਾ ਹੈ, ਉੱਠਣ ਦਾ ਵੇਲਾ। ਕਿਸੇ ਦੀ ਹਿੱਕ ਨੂੰ ਮੈਨੇ ਤਗਮਾ ਕਿਸੇ ਦੀ ਹਿੱਕ ਤੇ ਪੱਬਦਾ ਤੂੰ ਖੰਡੇ ਦੀ ਤਾਰ ਦੇ ਵਿੱਚੋਂ ਲਿਸ਼ਕ ਵਾਂਗਰਾ ਫੁੱਟਵੇ ਉੱਠਣ ਦਾ ਵੇਲਾ ਉੱਠ ਕਿਰਤੀਆ ਉੱਠਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਫੁੱਟਵੇ ਉੱਠਣ ਦਾ ਵੇਲਾ ਤੇਰੇ ਸਿਰ ਤੇ ਚੋਚੋ ਚਾਨਣ ਗਏ ਨੇ ਤੇਰੇ ਜੁੱਟਵੇ सारे ही श्रोतियां का स्वागत है प्रोग्राम रेडियो इनकलाब विच। दोस्तों मैं यानी अनु अज का प्रोग्राम लैके तुहाडे लई हाज़र हां। अज दिन सोमवार 22 फरवरी 2021 का दिन है और तुहाडा साडे नाल साथ आस करदे हां कि बनिया रहेगा शाम 6:30 बजे तक। हाँ जी माफ़ करना जी 22 फरवरी 2021। तो नाल स्टूडियो च साथी नक्षत्र सिंह जी भी ने ਜਿਹੜੇ ਕਿ ਲਗਾਤਾਰਤਾ ਨਾਲ ਸਾਡੇ ਨਾਲ ਸ਼ਾਮਲ ਹੁੰਦੇ ਨੇ ਪ੍ਰੋਗਰਾਮਾਂ 'ਚ। ਭਾਰਤੀ ਜੀ ਵੀ ਨਾਲ ਹੋ ਗਏ ਨੇ ਸਾਡੇ। ਤੋਂ ਅੱਜ ਦੇ ਪ੍ਰੋਗਰਾਮ ਦੇ ਵਿਸ਼ੇ ਤੁਹਾਡੇ ਨਾਲ ਸਾਂਝੇ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਸਾਡੇ ਬਹੁਤ ਸਰਗਰਮ ਆਗੂ ਸਾਥੀ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਨੇ। ਤੋਂ ਸਾਥੀ ਦਾਤਾਰ ਸਿੰਘ ਜਿਹੜੇ ਕਿ ਕਿਰਤੀ ਕਿਸਾਨ ਯੂਨੀਅਨ ਦੇ
ਆਗੂ ਸਨ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਨੇ। ਤਾਂ ਸਾਥੀ ਜੀ ਉਹਨਾਂ ਦੀ ਜ਼ਿੰਦਗੀ ਬਾਰੇ ਮੈਨੂੰ ਲੱਗਦਾ ਕਿ ਸਾਡਾ ਫਰਜ਼ ਬਣਦਾ ਕਿ ਦੋ ਸ਼ਬਦ ਜ਼ਰੂਰ ਸਾਂਝੇ ਕਰੀਏ ਆਪਣੇ ਸਰੋਤਿਆਂ ਨਾਲ। ਹਾਂਜੀ ਹਾਂਜੀ ਸਾਥੀਓ, ਸਾਥੀ ਦਤਾਰ ਸਿੰਘ ਜਿਹੜਾ ਜਿਹਨੇ ਹੁਣ ਤੇ ਨਹੀਂ ਰਹੇ, ਉਹਨਾਂ ਬਾਰੇ ਵਿੱਚ ਮੁੜ ਕੇ ਜੇ ਆਪਾਂ ਜੇ ਇਹ ਕਿਹਾ ਜਾਵੇ ਕਿ ਇਹ ਲੋਕ ਨਕਸਲੀ ਮੂਵਮੈਂਟ ਤੋਂ ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਫੇਟ ਪਈ ਆ, ਜਦੋਂ ਉੱਥੇ ਮੁੜ ਕੇ ਜਿਹੜੇ ਹੈਗੇ ਆ ਉਦੋਂ, ਕਿਉਂਕਿ ਬਾਕੀ ਜਥੇਬੰਦੀਆਂ ਦੇ ਵਿੱਚ ਜਿਹੜੀ ਹੈਗੀ ਆ ਵੀ ਉਹ ਇਹਨਾਂ ਦੇ ਪੈਰ ਧਰਾਵਾ ਜਿਹੜਾ ਕਮਿਊਨਿਸਟਾਂ ਦਾ ਹੈ ਨਹੀਂ ਸੀ ਜੀ, ਪਰ ਜ਼ਿਆਦਾ ਮਤਲਬ ਕਿ ਉਹਨਾਂ ਸਟੂਡੈਂਟ ਯੂਨੀਅਨ ਸੀ ਤਾਂ ਉਹਦੇ ਵਿੱਚੋਂ ਮੁੜ ਕੇ ਆ ਕੇ ਵੀ ਜਿਹੜੇ ਉਹਨਾਂ ਦਿਨਾਂ ਵਿੱਚ ਆ ਕੇ ਜਿਹੜੇ ਸੀਗੇ ਵੀ ਉਹ ਉਦੋਂ ਫੇਟ ਪੈਣ ਤੋਂ ਬਾਅਦ ਦੇ ਵਿੱਚ ਜਦੋਂ ਦੁਬਾਰਾ ਇਹ ਜਾਵਾ ਕਹਿ ਲਓ ਮੁੜ ਕੇ ਵੀ 72-73 ਦੇ ਵਿੱਚ ਆ ਕੇ ਮੁੜ ਕੇ ਜਦੋਂ ਦੁਬਾਰਾ ਦੂਜੀ ਵਾਰ ਜਿਹੜੀ ਹੈਗੀ ਆ ਮਤਲਬ ਜਿਹੜੇ ਟੀਚਰ ਯੂਨੀਅਨ ਆ, ਜਿਹੜੀ ਬੇਜਗਾ ਟੀਚਰ ਯੂਨੀਅਨ ਦੇ ਨਾਂ ਦੇ ਉੱਤੇ ਜਾਣੀ ਜਾਂਦੀ ਸੀ, ਜਿਹਦੇ ਪ੍ਰਧਾਨ ਜਿਹੜੇ ਹਾਕਮ ਸਿੰਘ ਢਾਲੀਵਾਲ ਸੀ ਤੇ ਨਿਰਮਲ ਸਿੰਘ ਕੋਕਰੀ ਜਿਹੜਾ ਸੈਕਟਰੀ ਜਿਹੜੇ ਸੀਗੇ, ਉਹਨਾਂ ਸਮਾਂ ਦੀ ਗੱਲ ਹੈਗੀ ਉਹਨਾਂ ਦਿਨਾਂ ਵਿੱਚ ਦੀ ਉਸੇ ਸਮੇਂ ਦੀ, ਤੇ ਉਹ ਸਮੇਂ ਦੀ ਦੇਣ ਇਹ ਦਤਾਰ ਸਿੰਘ ਆ ਜੀ। ਇਹ ਲੋਕ, ਇਹਨਾਂ ਲੋਕਾਂ ਨੇ ਮਤਲਬ ਜਿਹੜਾ ਹੈਗਾ ਵੀ ਜਿਹੜਾ ਉਹ ਫੇਟ ਪੈਣ ਤੋਂ ਬਾਅਦ ਦੇ ਵਿੱਚ ਜਦੋਂ DTF ਦੇ ਵਿੱਚ ਮੁੜ ਕੇ ਆ ਕੇ ਇਹਨਾਂ ਨੇ ਜਿਹੜਾ ਹੈ ਉਹ ਕੰਮ ਲੰਮਾ ਸਮਾਂ ਜਿਹੜਾ ਹੈਗਾ ਇਹਦੇ ਵਿੱਚ ਉਹਨਾਂ ਨੇ ਕੰਮ ਕੀਤਾ। ਇਹੋ ਜਿਹੇ ਬੰਦਿਆਂ ਦੇ ਨਾਲ ਜਿਹੜੇ ਹਾਕਮ ਸਿੰਘ ਢਾਲੀਵਾਲ ਵਰਗੇ ਜਾਂ ਨਿਰਮਲ ਕੋਕਰੀ ਵਰਗੇ ਬੰਦੇ ਸੀਗੇ, ਕਿਉਂਕਿ ਉਹਨਾਂ ਦਿਨਾਂ ਵਿੱਚ ਇੱਕ ਗੱਲ ਹੋਰ ਵੀ ਘਟਨਾ ਸੀਗੀ ਕਿ ਉਹਨਾਂ ਦਿਨਾਂ ਵਿੱਚ ਜਿਹੜੀ ਸੀਗੀ ਉਹ CPI CPM ਨੂੰ ਟੁੱਟ ਭੱਜ ਚੱਲ ਰਹੀ ਸੀ ਜੀ। ਸਿਆਸੀ ਜਿਹੜਾ ਨਖੇੜਾ ਉਹ ਹੋ ਰਿਹਾ ਸੀ, ਕਿਉਂਕਿ ਜਿਹੜਾ ਮਤਲਬ ਜਿਹੜਾ ਜਿਹਨੂੰ ਆਪਾਂ ਐ ਕਹਿ ਸਕਦੇ ਹਾਂ ਕਿ ਜਿਹੜਾ 67-68 ਜਿਹੜੀ ਨਕਸਲ ਮੂਵਮੈਂਟ ਸੀਗੀ, ਉਹਦੇ ਵਿੱਚ ਜਦੋਂ ਜਿਹੜੀ ਹੈਗੀ ਆ ਵੀ ਨਕਸਲੀ ਮੂਵਮੈਂਟ ਦੇ ਵਿੱਚੋਂ ਜਿਹੜੀ ਹੈਗੀ ਆ ML ਵਗੈਰਾ ਜਿਹੜੀਆਂ ਹੈਗੀਆਂ, ਜਿਹੜੀ ਮਾਰਕੀ ਲੈਣੀ ਜਿਹੜੀਆਂ ਪਾਰਟੀਆਂ ਸੀਗੀਆਂ ਉਹ ਸਾਹਮਣੇ ਆਈਆਂ ਜੀ, ਤਾਂ ਉਹਦੇ ਵਿੱਚ ਮਤਲਬ ਉਹਦੇ ਵਿੱਚ ਆਉਣ ਦੇ ਨਾਲ ਕਰਕੇ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਦਤਾਰ ਵਰਗੇ ਬੰਦੇ ਸੀ ਉਹ ਵੀ ਆਏ ਜੀ। ਇਹਨਾਂ ਲੋਕਾਂ ਨੇ ਮੁੜ ਕੇ ਇੱਥੇ ਆ ਕੇ ਤੇ ਇਹ ਜਥੇਬੰਦੀਆਂ ਨੂੰ ਮੁੜ ਕੇ ਫਿਰ ਆ ਕੇ ਆ ਜਿਹੜੀ ਟੁੱਟ ਭੱਜ ਹੋਈ ਆ, ਮੁੜ ਕੇ ਜਦੋਂ ਆਪਾਂ ਲੁਧਿਆਣੇ ਵਾਲੇ ਜੇ ਇੱਕ ਚੌਂਕ ਦੇ ਵਿੱਚ ਮੇਰਾ ਖਿਆਲ ਪਤਾ ਨਹੀਂ 7 ਕਿ 8 ਰਾਤਾਂ ਕੱਟੀਆਂ, ਉਹਨਾਂ ਦਾ ਜੇ ਬੰਦੇ ਜਿਹੜੇ ਸਾਡੇ ਨਾਲ ਸੀ ਇਕੱਠਿਆਂ ਇਹ ਜਿਹੜੀ ਲੜਾਈ ਆ ਇਹ ਲੜੀ ਆ, ਕਿਉਂਕਿ ਉਦੋਂ CPM ਤੇ ਨਾਲੋਂ ਜਿਹੜਾ ਤੋੜ ਵਿਛੋੜਾ ਹੋ ਰਿਹਾ, CPM ਤੋਂ ਹੋਇਆ ਮਦਨ ਲਾਲ ਦੀਦੀ ਹੁਣ ਜਿਹੜੇ ਸੀਗੇ ਇੱਕ ਸਾਈਡ 'ਚ ਉਹ ਸੀਗੇ, ਤੇ ਦੂਜੇ ਸਾਈਡ ਦੇ ਉੱਤੇ ਮੁੜ ਕੇ ਜਿਹੜੀਆਂ ਸੀਗੀਆਂ ਸਾਡੀਆਂ ਇਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਮਤਲਬ ਜਿਹੜੇ ਟੀਚਰ ਯੂਨੀਅਨ ਦੇ ਵਿੱਚ ਆਈਆਂ ਸੀਗੀਆਂ, ਕਿਉਂਕਿ ਉਹ ਟੀਚਰ ਯੂਨੀਅਨ ਦੇ ਵਿੱਚ ਪਹਿਲਾਂ ਮੁੜ ਕੇ ਜਿਹੜੀਆਂ ਸੀਗੀਆਂ ਜਿਹੜੀ ਜਥੇਬੰਦੀਆਂ ਇਹ CPI CPM ਦੇ ਜਿਹੜੇ ਥੱਲੇ ਜਿਹੜੀਆਂ ਉਹ ਕੰਮ ਕਰਦੀਆਂ ਸੀਗੀਆਂ, ਪਰ ਜਦੋਂ ਇਹ ਜਿਹੜੀ ਇਹ ਟੁੱਟ ਭੱਜ ਤੋਂ ਬਾਅਦ ਦੇ ਵਿੱਚ ਜਦੋਂ ਇਹ ਸਾਥੀ ਦਤਾਰ ਹੁਣੀ ਆਏ ਆ, ਸਾਥੀ ਨਿਰਮਲ ਜਿਹੜੀ ਹੁਣੇ ਆਏ ਆ, ਤਾਂ ਉਹਨਾਂ ਦੇ ਨਾਲ ਮੁੜ ਕੇ ਸੀਗਾ ਉਦੋਂ ਇਸ ਗੱਲ ਦਾ, ਕਿਉਂਕਿ ਉਦੋਂ ਜਿਹੜੀ ਸੀਗੀ ਨਕਸਲੀ ਮੂਵਮੈਂਟ ਨੇ ਬੜਾ ਕੁਛ ਜਿਹੜਾ ਸੀਗਾ ਚਾਈਨਾ ਦੇ ਵਿੱਚ ਜਿਹੜਾ ਸੀਗਾ ਸਾਡੇ ਕੋਲ ਮੁੜ ਕੇ ਜਿਹੜਾ ਪੜ੍ਹਨ ਵਾਸਤੇ ਜਿਹੜਾ ਸੀਗਾ ਉਹ ਜਿਹੜਾ ਮਸਾਲਾ ਆਇਆ ਉਹ ਲੋਕਾਂ ਵਿੱਚ ਆਇਆ, ਆਉਣ ਦੇ ਨਾਲ ਜਿਹੜਾ ਸੀਗਾ ਤੇ ਫਿਰ ਇੱਕ ਨਵੀਂ ਜਾਗਰਤੀ ਆਈ ਉਹਨਾਂ ਦੇ ਨਾਲ, ਤੇ ਇਹ ਜਿਹੜੀ ਸੀਗੀ ਮੁੜ ਕੇ ਵੀ ਜਿਹੜੀਆਂ ਆਪਾਂ CPI CPM ਵਗੈਰਾ ਕਹਿੰਦੇ ਆ, ਜਿਹੜੀਆਂ ਮਤਲਬ ਜਿਹੜੀਆਂ ਹੈ ਕਹਿ ਲਓ ਮੁੜ ਕੇ ਵੀ ਰੰਧੀਵੇ ਹੋਣਾ ਦੇ ਸਮੇਂ ਦੇ ਵਿੱਚ ਉਹ ਇੱਕ ਤਰ੍ਹਾਂ ਵੀ ਜਿਹੜੀ ਸੀਗੀਆਂ ਉਹ ਕਾਂਗਰਸ ਦੀ ਪਿੱਠੂ ਬਣ ਕੇ ਖੜ ਗਈਆਂ ਸੀਗੀਆਂ। ਤਾਂ ਉਹ ਜਦੋਂ ਉਹਦੇ ਖੜਨ ਕਰਕੇ ਕੀ ਹੋਇਆ ਸੀਗਾ ਵੀ ਉਦੋਂ DTF ਨੇ ਇਹਨਾਂ ਤੋਂ ਇੱਕ ਵੱਖਰਾ ਜਿਹੜਾ ਸੀਗਾ ਸਾਈਡ ਕੀਤੀ, ਵੱਖਰੇ ਖੜ ਗਏ, ਵੱਖਰੇ ਕਰਨ ਤੋਂ ਬਾਅਦ ਫਿਰ ਜੇ ਟੁੱਟ ਭੱਜ ਰਹੀ ਆ, ਤਾਂ ਟੁੱਟ ਭੱਜ ਦੇ ਮੁੜ ਕੇ ਮੇਰਾ ਖਿਆਲ ਮੈਨੂੰ ਡੇਟ ਤਾਂ ਮੈਨੂੰ ਯਾਦ ਨਹੀਂ ਹੈਗਾ, ਪਰ ਲੁਧਿਆਣੇ ਵਿੱਚ 7 ਕਿ 8 ਰਾਤਾਂ ਲਗਾਤਾਰ ਇਹਨਾਂ ਦੀ ਚੋਣ ਸੀ, ਭਾਵੇਂ ਅਸੀਂ ਇਹਨਾਂ ਸਮਰਥਕ ਸੀਗੇ ਕਿਉਂਕਿ ਅਸੀਂ ਤਾਂ ਕਿਸਾਨ ਯੂਨੀਅਨ ਬਿਜਲੀ ਬੋਰਡ 'ਚ ਹੁੰਦੇ ਸੀਗੇ, ਪਰ ਇਹਦੇ ਬਾਵਜੂਦ ਮੁੜ ਕੇ ਇਹਨਾਂ ਲੋਕਾਂ ਦੀ ਦਤਾਰ ਵਰਗੇ ਲੋਕਾਂ ਦੀ ਇੱਕ ਐਡੀ ਵੱਡੀ ਦੇਣ ਹੈ, ਐਡਾ ਸ਼ਾਨਦਾਰ ਇਹਨਾਂ ਲੋਕਾਂ ਦਾ ਵਿਰਸਾ ਹੈ ਵੀ ਇਹਨਾਂ ਲੋਕਾਂ ਨੇ ਉਹ ਮੁੱਢਲਿਆਂ ਦਿਨਾਂ ਵਿੱਚ ਜਦੋਂ ਕਿ ਮੁੜ ਕੇ ਪਿੰਡਾਂ ਦੇ ਵਿੱਚ ਕਿਸੇ ਬੰਦੇ ਨੂੰ ਨਕਸਲਵਾੜੀ ਕਹਿ ਕੇ ਮਾਰ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਇਹ ਨਕਸਲਵਾੜੀ ਜਿਹੜੀ ਸ਼ਬਦਾਂ ਵਾਲੀ ਲੋਕਾਂ ਨੂੰ ਨਹੀਂ ਸੀ ਪਤਾ, ਤਾਂ ਉਹਨਾਂ ਦਿਨਾਂ ਵਿੱਚ ਮੁੜ ਕੇ ਜਿਹੜੇ ਸੀ ਭਾਵੇਂ ਨਕਸਲੀ ਸੀ ਨਹੀਂ ਸੀ ਗੱਲ ਵੱਖਰੀ ਆ, ਪਰ ਇਹਦੇ ਬਾਵਜੂਦ ਵੀ ਜਿਹੜੀ ਸੋਚ ਸੀਗੀ ਉਹ ਇੰਨੀ ਸ਼ਾਨਦਾਰ ਸੀਗੀ, ਤੇ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਉਹਨਾਂ ਦਾ ਜਿਹੜੇ ਉਹ ਅਗਵਾਈ ਕੀਤੀ ਆ ਇਹ ਜਿਹੜੀ ਇਹਨਾਂ ਲੋਕਾਂ ਦੀ, ਇਸ ਵਾਸਤੇ ਮੁੜ ਕੇ ਵੀ ਜਿਹੜਾ ਇਹੋ ਜਿਹੇ ਬੰਦੇ ਦਾ ਜਿਹੜਾ ਬੰਦਾ ਅਜੇ ਕੋਈ ਲੰਮੀ ਉਮਰ ਨਹੀਂ ਸੀ ਹੋਈ, ਅੱਜ ਜਿਹੜਾ ਹੈਗਾ ਉਹ ਜਿਹੜੀਆਂ ਉੱਥੋਂ ਉਹ ਛੱਡ ਕੇ ਮੁੜ ਕੇ ਰਿਟਾਇਰ ਹੋਣ ਤੋਂ ਬਾਅਦ ਵਿੱਚ ਇੱਧਰ ਮੁੜ ਕੇ ਜਿਹੜਾ ਸੀਗਾ ਉਹ ਕਿਰਤੀ ਵਾਲਿਆਂ ਵਿੱਚ ਮੁੜ ਕੇ ਆ ਕੇ ਜਿਹੜਾ ਉਹ ਬੰਦਾ ਕੰਮ ਕਰ ਰਿਹਾ ਸੀਗਾ, ਤੇ ਸਾਡੀ ਅੱਜ ਜਿੱਥੇ ਦਿੱਲੀ ਦੇ ਵਿੱਚ ਜਿਹੜੀ ਹੈਗੀ ਆ ਸਾਡਾ ਦੁਨੀਆ ਭਰ ਦਾ ਜਿਹੜੀ ਇੱਕ ਜੰਗ ਲੱਗੀ ਹੋਈ ਆ ਸੰਸਾਰ ਪੱਧਰ ਤੇ, ਇਹਨੂੰ ਅਸੀਂ ਤੀਜੀ ਸੰਸਾਰ ਜੰਗ ਕਹਿ ਸਕਦੇ ਆ। ਵੱਖਰੀ ਗੱਲ ਆ ਕਿ ਮੁੜ ਕੇ ਜਿਹੜੀ ਪਹਿਲੀਆਂ 2 ਸੰਸਾਰ ਜੰਗਾਂ ਉਹ ਹਥਿਆਰਾਂ ਲੜੀਆਂ ਗਈਆਂ, ਤੇ ਜਿਹੜਾ ਤੀਜੀ ਸੰਸਾਰ ਜੰਗ ਆ ਇਹ ਉਦੋਂ ਖਤਰਨਾਕ ਆ, ਸਾਡੇ ਲੜਨ ਵਾਸਤੇ ਬਹੁਤ ਖਤਰਨਾਕ ਆ ਕਿ ਹਥਿਆਰਾਂ ਨਾਲ ਨਹੀਂ,
ਇਹ ਮੁੜ ਕੇ ਜਿਹੜੀ ਹੈਗੀ ਜੀ ਜਿਹੜੀ ਹੁਣ ਜਿਸ ਢੰਗ ਨਾਲ ਲੜੀ ਜਾ ਰਹੀ ਆ ਉਹਦਾ ਇਹ ਬੰਦਾ ਹਿੱਸਾ ਸੀਗਾ। ਇਸ ਸਮੇਂ ਦੇ ਵਿੱਚ ਇਹੋ ਜਿਹੇ ਬੰਦੇ ਦਾ ਚਲੇ ਜਾਣਾ ਇਦੋਂ ਦੁਖਦਾਈ ਕੋਈ ਘਟਨਾ ਨਹੀਂ ਹੋ ਸਕਦੀ। ਸੋ ਮੈਂ ਸਮਝਦਾ ਕਿ ਇਸ ਬੰਦੇ ਦਾ ਇਸ ਸਮੇਂ ਦੇ ਵਿੱਚ ਜਾਣਾ ਇਸ ਤੋਂ ਵੱਡਾ ਕੋਈ ਦੁੱਖ ਕੋਈ ਨਹੀਂ ਹੋ ਸਕਦਾ। ਇਸ ਵਾਸਤੇ ਮੁੜ ਕੇ ਅਸੀਂ ਇਹਦੀ ਦੇਣੀ ਇਹਦੀ ਕਹਿਣੀ ਤੇ ਕਰਨੀ ਔਰ ਇਹਨਾਂ ਬੰਦਿਆਂ ਦਾ ਮੁੜ ਕੇ ਜੋ ਇਹਨਾਂ ਦੀ ਸੋਚ ਆ ਉਹਦੇ ਤੇ ਪਹਿਰਾ ਦੇਣ ਜਿਹੜੀ ਹੈਗੀ ਆ ਉਹ ਗੱਲ ਕਰਦੇ ਰਹਾਂਗੇ ਔਰ ਅਸੀਂ ਇਹਨਾਂ ਦੇ ऋणी ਰਹਾਂਗੇ। ਬਿਲਕੁਲ ਜੀ, ਬਹੁਤ ਵਧੀਆ ਸਾਥੀ ਜੀ। ਅਸੀਂ ਆਪਣੇ ਵੱਲੋਂ ਰੇਡੀਓ ਇਨਕਲਾਬ ਵੱਲੋਂ ਪ੍ਰਵਾਸੀ ਕਾਮਗਾਰ ਯੂਨੀਅਨ ਵੱਲੋਂ ਅਫਸੋਸ ਜ਼ਾਹਿਰ ਕਰਦੇ ਹਾਂ ਕਿ ਸਾਡੇ ਸਾਥੀ ਸਾਡੇ ਤੋਂ ਵਿਛੜ ਗਏ ਨੇ ਔਰ ਉਹ ਵੀ ਆਪਣੇ ਮਰਦੇ ਦਮ ਤੱਕ ਜਿਵੇਂ ਤੁਸੀਂ ਦੱਸਿਆ ਕਿ ਦਿੱਲੀ ਵਾਲੇ ਸੰਘਰਸ਼ ਦੇ ਵਿੱਚ ਜੁੜੇ ਹੋਏ ਸੀਗੇ। ਸੋ ਬਹੁਤ ਮਾੜਾ ਜੀ, ਇਹੋ ਜਿਹੇ ਲੀਡਰਾਂ ਦੀ ਜਿਹੜੀ ਘਾਟ ਆ ਉਹ ਬਹੁਤ ਮੁਸ਼ਕਿਲ ਪੂਰੀ ਹੁੰਦੀ ਹੈ। ਬਿਲਕੁਲ ਜੀ, ਬਿਲकुल। तो ਬਾਕੀ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਉਹ ਸਰੋਤਿਆਂ ਨਾਲ ਸਾਂਝੀ ਕਰ ਦਈਏ। ਫੋਕਸ ਸਾਡਾ ਉਹੀ ਹੋਏਗਾ ਕਿਸਾਨ ਅੰਦੋਲਨ ਤੇ, ਪਰ ਅੰਤਰਰਾਸ਼ਟਰੀ ਪੱਧਰ ਤੇ ਕਿਹੋ ਜੀ ਉਸ ਤੋਂ ਪਹਿਲਾਂ ਆਪਾਂ ਕ੍ਰਾਈਸਟਚਰਚ ਦੀ ਇਹ ਵੀ ਹਾਂਜੀ ਠੀਕ ਹੈ। ਅੱਜ 10ਵੀਂ ਵਰ੍ਹੇਗੰਢ ਜਾਂ ਬਰਸੀ ਕਹਿਣਾ ਚਾਹੀਦਾ, 10 ਸਾਲ ਹੋ ਗਏ ਨੇ ਜਿਹੜਾ ਭੁਚਾਲ ਇੱਥੇ ਕ੍ਰਾਈਸਟਚਰਚ ਸ਼ਹਿਰ ਵਿੱਚ ਬਹੁਤ ਵੱਡਾ ਭੁਚਾਲ ਆਇਆ ਸੀ ਔਰ ਉਹਦਾ ਨੁਕਸਾਨ ਜਿਹੜਾ ਮਤਲਬ ਇੰਨਾ ਸਮਾਂ ਲੱਗ ਰਿਹਾ ਹੱਲੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਉਹਨਾਂ ਦੇ ਘਰ ਜਿਹੜੇ ਨੇ ਵਾਪਸ ਨਹੀਂ ਉਹਨਾਂ ਨੂੰ ਸਹੀ ਕੰਡੀਸ਼ਨ 'ਚ ਮਿਲ ਸਕੇ ਜਾਂ ਰਿਪਲੇਸ ਨਹੀਂ ਹੋ ਸਕੇ। ਤੋ ਉੱਥੇ ਅੱਜ ਇੱਕ ਮੈਮੋਰੀਅਲ ਸਮਾਗਮ ਵੀ ਕੀਤਾ ਗਿਆ। ਤੋ ਹਾਂਜੀ, ਨੁਕਸਾਨ ਜਿਹੜੇ ਇਸ ਤਰ੍ਹਾਂ ਦੇ ਨੇ ਕੁਦਰਤੀ ਕਰੋਪੀ ਸੀ ਬੇਸ਼ੱਕ, ਪਰ ਉਸ ਸ਼ਹਿਰ ਨੂੰ ਉਹਦਾ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਿਆ। ਹਾਲੇ ਤੱਕ ਵੀ ਉਹਦੇ ਜਿਹੜੇ ਆਫਟਰ ਇਫੈਕਟਸ ਨੇ ਉਹ ਚੱਲ ਰਹੇ ਨੇ ਲੋਕ ਉੱਥੇ। ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਅਨੂ ਜੀ, ਦੂਸਰਾ ਟੌਪਿਕ ਜਿਹੜੇ ਸਰੋਤੇ ਲਗਾਤਾਰ ਤੁਹਾਡੇ ਨਾਲ ਸੁਣਦੇ ਨੇ ਉਹਨਾਂ ਨੇ ਸ਼ਾਇਦ ਪਹਿਲਾਂ ਵੀ ਸਾਡੇ ਕੋਲ ਇਹ ਗੱਲਬਾਤ ਸੁਣੀ ਹੋਊਗੀ। ਸੋ ਤੁਸੀਂ ਇਹਨਾਂ ਵਿੱਚ ਜਦੋਂ ਵੀ ਤੁਸੀਂ ਚਾਹੋ ਆਪਣੀ ਗੱਲਬਾਤ ਰੱਖ ਸਕਦੇ ਜੀ। ਟੌਪਿਕ ਜਿਹੜਾ ਸਾਡਾ ਹੈਗਾ ਕਿ ਕਿਸਾਨ ਅੰਦੋਲਨ ਹੈ ਜਿਹੜਾ ਸਾਡਾ ਇਸ ਵਕਤ ਉਹ ਇੰਟਰਨੈਸ਼ਨਲ ਪੱਧਰ ਤੱਕ ਉਹਦੀ ਜਿਹੜੀ ਚਰਚਾ ਹੋ ਚੁੱਕੀ ਹੈ, ਹੋ ਰਹੀ ਹੈ, ਸਾਰਿਆਂ ਨੂੰ ਪਤਾ ਉਹ। ਪਰ ਉਹਦੇ ਨਾਲ ਉਹ ਜਿਹੜੇ ਵੱਡੇ ਪਲੇਅਰ ਨੇ, ਇੰਟਰਨੈਸ਼ਨਲ ਪਲੇਅਰ ਨੇ ਜਾਂ ਜਿਹੜੇ ਅਸੀਂ ਕਹਿ ਲਈਏ ਕਿ ਕਾਰਪੋਰੇਟਸ ਦੀ ਸਾਈਡ ਤੇ ਹੀ ਨੇ, ਉਹਨਾਂ ਦੁਆਰਾ ਕਿਸ ਤਰ੍ਹਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਘੁਸਪੈਠ ਹੈ ਜਿਹੜੀ ਅੰਦੋਲਨ ਵਿੱਚ ਹੋ ਰਹੀ ਹੈ। ਸੋ ਇਸ ਕਿਸਮ ਦੀ ਗੱਲਬਾਤ ਅੱਜ ਸਾਡੀ ਰਹੇਗੀ ਔਰ ਪ੍ਰੋਗਰਾਮ ਦੇ ਅੰਤ 'ਚ ਮੈਂ ਸਿਰਫ 5-7 ਮਿੰਟ ਚਾਹਾਂਗੀ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਇੱਕ ਅਪਡੇਟ ਹੈ ਜਿਹੜੀ ਮੈਂ ਸਾਂਝੀ ਕਰਨਾ ਚਾਹਾਂਗੀ ਸਾਰਿਆਂ ਦੇ ਨਾਲ। ਤੋ ਹਾਂਜੀ, ਇਹ ਮੇਨ ਟੌਪਿਕ ਇਹ ਹੋਈ ਰਹੇਗਾ ਅੱਜ ਸਾਡਾ, ਇੰਟਰਨੈਸ਼ਨਲੀ ਕਿਸ ਤਰ੍ਹਾਂ ਇਸ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਅਨੂ ਜੀ, ਸ਼ਾਇਦ ਜਿਹੜੇ ਆਪਣੇ ਦਿੱਲੀ ਸਾਥੀ ਬੈਠੇ ਹੋਏ ਨੇ, ਆਪਣੇ ਕਿਸਾਨ ਬੈਠੇ ਹੋਏ ਨੇ ਪਿੰਡਾਂ 'ਚ ਉੱਠ ਕੇ ਆਏ ਨੇ, ਉਹਨਾਂ ਨੇ ਗੱਲਾਂ ਜਿਹੜੀਆਂ ਨੇ ਉਹ ਸ਼ੁਰੂ ਕਰਨੀਆਂ WTO ਦੀਆਂ, ਇੰਟਰਨੈਸ਼ਨਲ ਮੋਨੀਟਰੀ ਫੰਡ ਦੀਆਂ, ਵਰਲਡ ਇਕਨੋਮਿਕ ਫੋਰਮ ਦੀਆਂ, ਤੇ ਅੰਬਾਨੀ ਅਡਾਨੀ ਤੇ ਹੈ ਹੀ ਆ। ਦੁਨੀਆ ਦੇ ਜਿਹੜੇ ਹੋਰ ਵੱਡੇ ਕੋਰਪੋਰੇਟ ਘਰਾਣੇ ਨੇ, ਚਾਹੇ ਉਹ ਮੌਨਸੈਂਟੋ ਹੋਵੇ, ਕਾਰਗਿਲ ਹੋਵੇ, ਕੋਕਾ ਕੋਲਾ ਹੋਵੇ, ਸੋ ਉਹ ਸਾਰੇ ਟਾਰਗੇਟ ਤੇ ਨੇ ਆਪਣੇ। ਸੋ ਦੋਸਤੋ, ਕਦੇ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹਨੂੰ ਅਸੀਂ ਕਿਸੇ ਟਾਈਮ 'ਤੇ ਬਸਤੀਵਾਦ ਸੀਗੇ, ਜਿਹੜੇ ਯੂਰਪ ਦੇ ਮੁਲਕ ਸੀਗੇ, ਉਹ ਲਗਭਗ ਪੂਰੀ ਦੁਨੀਆ 'ਤੇ ਰਾਜ ਕਰਦੇ ਸੀ। ਪਰ ਉਹ ਜਿਹੜੇ ਰਾਜ ਖਤਮ ਹੋਣ ਤੋਂ ਬਾਅਦ ਜਿਹੜਾ ਨਵ ਬਸਤੀਵਾਦ ਅਸੀਂ ਉਹਨੂੰ ਕਹਿ ਸਕਦੇ ਹਾਂ, ਉਹਦੇ ਵਿੱਚ ਵੀ ਜਿਹੜਾ ਹਜੇ ਤੱਕ ਵੀ ਜਿਹੜਾ ਰਾਜ ਵਾ ਉਹ ਉਹਨਾਂ ਦਾ ਹੀ ਹੈ ਆ, ਪਰ ਉਹਦੇ ਢੰਗ ਤਰੀਕੇ ਨੇ ਉਹ ਬਦਲ ਚੁੱਕੇ ਨੇ। ਉਹਦੇ ਵਿੱਚ ਜਿਵੇਂ ਆਪਾਂ ਨਾਂ ਲਿਆ ਕਿ ਇਹ ਜਿਹੜੇ WTO ਵਰਗੇ ਜਾਂ IMF ਵਰਗੇ ਜਿਹੜੀਆਂ ਸੰਸਥਾਵਾਂ ਨੇ, ਉਹ ਸਰਕਾਰਾਂ ਦੇ ਉੱਪਰ ਆਪਣੀਆਂ ਜਿਹੜੀਆਂ ਪਾਲਿਸੀਆਂ ਉਹ ਥੋਪਦੀਆਂ ਨੇ, ਪਰ ਉਹ ਜਿਹੜੀਆਂ ਪਾਲਿਸੀਆਂ ਨੇ ਉਹ ਸਰਕਾਰਾਂ ਤੱਕ ਥੋਪਣ ਨੂੰ, ਲੋਕੀ ਉਹਨੂੰ ਐਕਸੈਪਟ ਕਰਨ, ਉਹਦੀ ਜਿਹੜਾ ਸਾਰਾ ਗਰਾਊਂਡ ਵਾਲਾ ਕੰਮ ਆ, ਉਹਦਾ ਜਿਹੜਾ ਢੰਗ ਤਰੀਕਾ ਆ, ਉਹਦਾ ਇੱਕ ਜਿਹੜਾ ਇਹਨਾਂ ਕੋਲੇ ਟੂਲ ਵਾ, ਜਿਹੜੀ ਟੂਲ ਕਿੱਟ ਹੈ, ਜਿਹੜੀ ਇਹਨਾਂ ਕੋਲੇ ਟੂਲ ਕਿੱਟ ਵਾ, ਜਿਹੜਾ ਇਹਨਾਂ ਕੋਲ ਹਥਿਆਰ ਆ, ਜਿਹੜੇ ਇਹਨਾਂ ਕੋਲ ਸੰਦ ਨੇ, ਉਹ ਹੈਗੇ ਨੇ ਦੁਨੀਆ ਦੇ ਵਿੱਚ NGO, ਜਿਹਨਾਂ ਨੂੰ ਅਸੀਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਕਹਿੰਦੇ ਆ। ਸੋ ਇਹ ਇੱਕ ਬਹੁਤ ਹੀ ਖਤਰਨਾਕ ਰੁਝਾਨ ਹੈ
ਔਰ ਇਹ ਕਿਸ ਤਰੀਕੇ ਨਾਲ ਚੱਲਦੇ ਸੰਘਰਸ਼ਾਂ ਦੇ ਵਿੱਚ ਲੋਕ ਪੱਖੀ ਸੰਘਰਸ਼ਾਂ ਦੇ ਵਿੱਚ ਆਪਣੀ ਘੁਸਪੈਠ ਕਰਦੇ ਆ ਔਰ ਉਹਨਾਂ ਨੂੰ ਸੰਘਰਸ਼ਾਂ ਨੂੰ ਤਾਰ-ਪੀੜੋ ਕਰਦੇ ਆ ਤੇ ਮੁੜ ਕੇ ਜਿਹੜੀਆਂ ਜਿਨ੍ਹਾਂ ਦੇ ਖਿਲਾਫ ਅਸੀਂ ਲੜ ਰਹੇ ਹਾਂ ਉਹਨਾਂ ਦੇ ਹੱਕ ਦੇ ਵਿੱਚ ਇਹ ਭੁਗਤਾਉਂਦੇ ਆ। ਸੋ ਦੋਸਤੋ, ਸ਼ਾਇਦ ਕਈ ਲੋਕਾਂ ਨੂੰ ਸਾਡੀਆਂ ਗੱਲਾਂ ਚੰਗੀਆਂ ਨਾ ਲੱਗਣ, ਚੰਗੀਆਂ ਤੇ ਉਹਨੂੰ ਵੀ ਨਹੀਂ ਸੀ ਲੱਗਦੀਆਂ ਤੁਸੀਂ ਦੀਪ ਸਿੱਧੂ ਦੇ ਖਿਲਾਫ ਬੋਲਦੇ ਸੀਗੇ। ਸੋ ਉਹ ਇੱਕ ਇਹ ਜਿਹੜਾ ਦੀਪ ਸਿੱਧੂ ਸੀਗਾ, ਇੱਕ ਉਹ ਇਹਨਾਂ ਦਾ ਦੇਸੀ NGO ਸੀਗਾ, ਕਹਿ ਸਕਦੇ ਉਹਨੂੰ ਅਸੀਂ, ਤੇ NGO ਤਾਂ ਨਹੀਂ ਹੈਗਾ ਪਰ ਕਾਈਂਡ ਆਫ ਇਹ ਉਹਨਾਂ ਦਾ ਇੱਕ ਦੇਸੀ ਹਥਿਆਰ ਸੀਗਾ। ਪਰ ਕਿਉਂਕਿ ਗੱਲ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਗੱਲ ਹੁਣ ਇੰਟਰਨੈਸ਼ਨਲ ਪਹੁੰਚ ਚੁੱਕੀ ਹੈ। ਹੁਣ ਵੇਖੋ ਅਨੂ ਜੀ, ਅਸਲ ਦੇ ਵਿੱਚ ਦੁਨੀਆ ਦੇ ਵਿੱਚ ਜਿਵੇਂ ਐਮਾਜ਼ੋਨ ਦੀਆਂ ਸਾਊਥ ਅਮਰੀਕਾ ਦੇ ਵਿੱਚ ਜੰਗਲਾਂ ਦੇ ਵਿੱਚ ਜਿੱਥੇ ਆਪਣੀ ਜਲ ਅਤੇ ਜ਼ਮੀਨ ਦੀ ਲੜਾਈ ਕਰ ਰਹੇ ਨੇ, ਸਾਊਥ ਅਮਰੀਕਾ ਦੇ ਵਿੱਚ ਕਰ ਰਹੇ ਨੇ, ਅਮਰੀਕਾ ਦੇ ਵਿੱਚ ਕਰ ਰਹੇ ਨੇ, ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਆਪਣੇ ਜਿਹੜੀਆਂ ਇਹਨਾਂ ਦੀਆਂ ਤੇਲ ਦੀਆਂ ਹੈਗੀਆਂ ਨੇ ਰਿਫਾਈਨਰੀਜ਼, ਉਹਦੇ ਖਿਲਾਫ ਲੜਾਈਆਂ ਚੱਲ ਰਹੀਆਂ ਨੇ। ਅਮਰੀਕਾ ਦੇ ਵਿੱਚ ਜਿਹੜੀ ਉਹ ਸੀਗੀ ਉਹ ਪਾਈਪਲਾਈਨ ਪੈਟਰੋਲ ਦੀ ਕਿਸੇ ਰੌਕ ਸਮਥਿੰਗ ਰੌਕ ਸਟੈਂਡਿੰਗ ਰੌਕ ਸਾਊਥ ਅਮਰੀਕਾ ਦੇ ਵਿੱਚ, ਅਫਰੀਕਾ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੇ ਸੰਘਰਸ਼ ਚੱਲ ਰਹੇ ਨੇ। ਇਸ ਤੋਂ ਪਹਿਲਾਂ ਕਿ ਉਹ ਜਿਹੜੇ ਸੰਘਰਸ਼ਾਂ ਦੇ ਕੋਲ ਇਹ ਸਾਰੀ ਇਨਫੋਰਮੇਸ਼ਨ ਪਹੁੰਚਦੀ, ਉਹ ਜਾਗਦੇ ਇਹਨਾਂ ਦੇ ਨਾਲ ਹੁੰਦੇ, ਕਿਉਂਕਿ ਉਹ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਜਿਹੜੀ ਮੂਵਮੈਂਟ ਬਣ ਸਕਦੀ ਸੀਗੀ। ਉਹਨੂੰ ਦਬੋਚਣ ਵਾਸਤੇ ਇਹ ਜਿਹੜੇ ਇਹ ਵੱਡੇ ਕੋਰਪੋਰੇਟ ਦੇ ਤੇ ਜਿਹੜੇ ਇਹਨਾਂ ਦੇ ਇੰਸਟੀਚਿਊਟ ਨੇ, ਇਹਨਾਂ ਦੀਆਂ ਖਰੀਦੀਆਂ ਹੋਈਆਂ, ਇਹਨਾਂ ਵੱਲੋਂ ਚਲਾਈਆਂ ਹੋਈਆਂ ਸੰਸਥਾਵਾਂ ਨੇ ਜਿਹੜੀਆਂ, ਉਹਨਾਂ ਦੇ ਕਰਿੰਦੇ ਇਹਨਾਂ ਤੇ ਆ ਕੇ ਕਾਬਜ ਹੁੰਦੇ ਨੇ। ਸੋ ਉਹਨਾਂ ਦੇ ਵਿੱਚੋਂ ਜਿਹੜੀ ਪਿੱਛੇ ਜਿਹੇ ਜਿਹੜਾ ਬਹੁਤ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਚੱਲਦੀ ਹੈ, ਉਹਦਾ ਨਾਂ ਹੈਗਾ ਗ੍ਰੈਟਾ ਥਨਬਰਗ, ਜਿਹੜੀ ਮੂਲ ਰੂਪ ਦੇ ਵਿੱਚ ਸਵੀਡਿਸ਼ ਆ, ਸਵੀਡਨ ਤੋਂ ਹੈ। ਉਹਦਾ ਪਰਿਵਾਰਕ ਪਿਛੋਕੜ, ਕਿਉਂਕਿ ਅਨੂ ਜੀ ਆਪਾਂ ਪ੍ਰੋਗਰਾਮ ਇਹ ਸੀਰੀਜ਼ ਦੇ ਵਿੱਚ ਕਰਨਾ ਚਾਹੁੰਦੇ ਹਾਂ, ਉਹ ਬਹੁਤ ਹੀ ਇੰਟਰਸਟਿੰਗ ਆ। ਉਹ ਜਿਹੜਾ WWF ਤੇ ਦੂਸਰੀ ਜਿਹੜੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ, ਜਿਹੜੀ ਦੂਸਰੀ ਇੰਟਰਨੈਸ਼ਨਲ ਐਨਵਾਇਰਨਮੈਂਟ ਵਾਲੀ ਗ੍ਰੀਨ ਪੀਸ, ਸੋ ਉਹਦੀ ਮਾਤਾ ਜੀ ਦਾ ਕਿਵੇਂ ਆਉਣਾ, ਇਹਨੂੰ ਕਿਵੇਂ ਇੰਟਰੋਡਿਊਸ ਕੀਤਾ ਗਿਆ, ਉਹ ਇਹ ਐਕਟਰਸ ਨੇ ਕਿਤੇ ਵਜੋਂ ਹੁਣ ਵੀ ਐਕਟਿੰਗ ਹੀ ਕਰ ਰਹੇ ਆ। ਜਿਵੇਂ ਦੀਪ ਸਿੱਧੂ ਐਕਟਿੰਗ ਕਰ ਰਿਹਾ ਨਾ, ਉਵੇਂ ਹੁਣ ਇਹ ਵੀ ਐਕਟਿੰਗ ਹੋ ਰਹੀ ਆ, ਪਰ ਇਹ ਬਹੁਤ ਵੱਡੇ ਲੈਵਲ ਤੇ ਪੇਡ ਐਕਟਰ ਨੇ। ਔਰ ਇਹ ਸਬੂਤਾਂ ਦੇ ਰਹਿਤ ਤੁਹਾਨੂੰ ਦੱਸਾਂਗੇ ਵੀ ਇਹ ਕਿਸ ਤਰੀਕੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਭੁਗਤਣਗੇ। ਸੋ ਇੱਕ ਲੰਬੇ ਸੀਰੀਜ਼ ਕਰਾਂਗੇ ਅਸੀਂ। ਅੱਜ ਚਾਹੁੰਦੇ ਸੀਗੇ ਕਿ ਭਾਰਤ ਦੇ ਵਿੱਚ ਇੱਕ ਐਕਟਿਵਿਸਟ ਨੇ ਵਰੁਣ ਮਾਥੁਰ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਸੀ। ਅੱਜ ਕਿਸੇ ਕਾਰਨ ਕਰਕੇ ਉਹ ਮਸਰੂਫ ਨੇ, ਅਗਲੇ ਹਫਤੇ ਉਹਨਾਂ ਨੂੰ ਇਸੇ ਟੌਪਿਕ ਤੇ ਲਵਾਂਗੇ। ਤੋ ਅਸੀਂ ਸਾਥੀਓ ਜਿਹੜੀ ਸਾਡੀ ਇਨਫੋਰਮੇਸ਼ਨ ਆ, ਅਸੀਂ ਬਹੁਤ ਚਿਰਾਂ ਤੋਂ ਸਾਡੇ ਸਾਥੀ, ਕਿਉਂਕਿ ਸਾਡੇ ਸਾਥੀ ਨੇ ਜਿਹੜੇ ਸਾਡੀ ਲਾਈਨ ਤੇ ਕੰਮ ਕਰਦੇ ਨੇ, ਕੋਰੀ ਮਾਰਨਿੰਗ ਸਟਾਰ ਨੇ, ਕੈਨੇਡਾ ਦੇ ਵਿੱਚ ਐਕਟਿਵਿਸਟ ਨੇ, ਕਮਿਊਨਿਸਟ ਨੇ, ਵਾਤਾਵਰਨ ਪ੍ਰੇਮੀ ਨੇ। ਅਸਲ 'ਚ ਜਿਹੜੇ ਵਾਤਾਵਰਨ ਪ੍ਰੇਮੀ ਨੇ, ਇਹਨਾਂ ਵਰਗੇ ਨਕਲੀ ਨਹੀਂ, ਅਸਲ ਦੇ ਵਿੱਚ ਗੱਲ ਵਾਤਾਵਰਨ ਦੀ ਕਰਦੇ, ਪਰ ਇਹ ਹੈ ਵਾਤਾਵਰਨ ਦੇ, ਇਹ এনवायरमेंट ਦੇ ਵਿਰੁੱਧ ਨੇ। ਸੋ ਅਸੀਂ ਉਹਨਾਂ ਨੂੰ ਬਹੁਤ ਚਿਰਾਂ ਤੋਂ ਫੋਲੋ ਕਰਦੇ। ਮੈਂ ਤੁਹਾਨੂੰ ਵੀ ਰਿਕਮੈਂਡ ਕਰੂੰਗਾ, ਜਿਹੜੀ ਇੱਕ ਵੈਬਸਾਈਟ ਹੈ ਰੋਂਗ ਕਾਈਂਡ ਆਫ ਗ੍ਰੀਨ, ਵੈਬਸਾਈਟ ਦਾ ਨਾਂ ਆ, ਤੁਸੀਂ ਤੇ ਗੂਗਲ ਤੇ ਟਾਈਪ ਕਰੋਗੇ ਤੇ ਆ ਜੂਗੀ। ਇਹਦੇ ਵਿੱਚ ਦੋਸਤੋ ਮੈਂ ਇੱਕ ਗੱਲ ਮੈਂ ਤੁਹਾਨੂੰ ਕਰਨੀ ਚਾਹੁੰਦਾ ਕਿ ਇਹ ਕੋਈ ਕਨਸਪੀਰੇਸੀ ਥਿਊਰੀ ਵਾਲੀ ਗੱਲ ਨਹੀਂ ਹੈ, ਕਿਉਂਕਿ ਪਬਲਿਕ ਡੋਮੇਨ 'ਚ ਸਾਰੀ ਇਹ ਜਾਣਕਾਰੀ ਪਈ ਹੈ। ਸੋ ਹਾਂ, ਬਿਲਕੁਲ ਸਬੂਤਾਂ ਤੇ ਰਹਿਤ ਗੱਲ ਕਰਦੇ ਹਾਂ, ਕਨਸਪੀਰੇਸੀ ਥਿਊਰੀ ਸਬੂਤਾਂ ਸਮੇਤ ਸਹਿਤ ਕਹਿਣਾ ਮੇਰੇ ਕੋਲ ਰਹਿਤ ਕਹੋਗੇ, ਸਬੂਤਾਂ ਨਾਲ ਕਿਉਂਕਿ ਹੋਰ ਜਿਹੜੀਆਂ ਕਨਸਪੀਰੇਸੀ ਥਿਊਰੀਆਂ ਹੋਰ ਵੀ ਹੈਗੀਆਂ ਨੇ ਜਿਹੜੀਆਂ ਬਿਲਕੁਲ ਝੂਠ ਨਾਲ ਭਰੀਆਂ ਹੋਈਆਂ ਨੇ, ਉਹ 'ਚ 1-ਅੱਧਾ% ਸੱਚ ਪਾ ਕੇ ਤੇ ਮੁੜ ਕੇ ਫਿਰ ਉਹ ਜਿਹੜਾ ਅੰਤ ਜਿਹੜਾ ਉਹਦਾ ਨਤੀਜਾ ਕੱਢਿਆ ਜਾਂਦਾ ਆ, ਉਹ ਜਾਂ ਜਿਹੜੇ ਜਿਊਇਸ਼ ਮੂਲ ਦੇ ਲੋਕ ਨੇ ਉਹਨਾਂ ਨੂੰ ਸਾਰੀਆਂ ਇਹ ਜੋ ਚੱਲ ਰਿਹਾ ਦੁਨੀਆ ਦੇ ਵਿੱਚ ਗਲਤ ਗੱਲਾਂ ਉਹਨੂੰ ਰਿਸਪੌਂਸਿਬਲ ਠਹਿਰਾਇਆ ਜਾਂਦਾ, ਜਾਂ ਫਿਰ ਉਹ ਕਮਿਊਨਿਸਟਾਂ ਦੇ ਉੱਪਰ ਸਾਰੀ ਗੱਲਬਾਤ ਸੁੱਟਤੀ ਜਾਂਦੀ ਆ। ਪਰ ਇਹ ਜਿਹੜੀਆਂ ਇਹ ਕਿਉਂਕਿ ਜਿਹੜੇ ਅਨੂ ਜੀ, ਜਿਹੜੇ ਇਹ ਅੰਬਾਨੀ ਅਡਾਨੀ ਹੋ ਗਏ, WTO ਹੋ ਗਏ, ਜਿਹੜੇ ਕਾਰਗਿਲ ਵਿੱਚ ਜਿਹੜੇ ਨਾਂ ਲਏ ਨੇ ਪਹਿਲਾਂ, ਇਹ ਬਹੁਤ ਕੋਕ ਬ੍ਰਦਰਸ ਹੋ ਗਏ, ਰੌਕਰਫੈਲਰ ਹੋ ਗਏ, ਰੌਥਸ਼ਾਈਲਡ ਹੋ ਗਏ, ਜਿਹੜੇ ਸਾਰੇ ਹੈਗੇ ਨੇ ਇਹ ਆਪਣੇ, ਬਿਲ ਗੇਟਸ ਹੋ ਗਏ, ਜਿਨ੍ਹਾਂ ਕੋਲ ਬੇਤਹਾਸ਼ਾ ਪੈਸਾ ਆ, ਜਿਨ੍ਹਾਂ ਕੋਲ ਬੇਤਹਾਸ਼ਾ ਪਾਵਰ ਹੈ, ਜਿਹੜੀ ਦੁਨੀਆ ਦੀ
ਤਖਤੇ ਪਲਟ ਸਕਦੇ ਨੇ। ਮੈਨੂੰ ਅਨੂ ਜੀ ਥੋੜੀ ਭੂਮਿਕਾ ਬੰਨਣੀ ਇਸ ਕਰਕੇ ਪੈ ਰਹੀ ਹੈ ਕਿਉਂਕਿ ਸਾਥੀ ਨਛੱਤਰ ਸਿੰਘ ਨੇ ਬੇਨਤੀ ਕੀਤੀ ਸੀਗੀ ਆਪਣੇ ਜਿਹੜੇ ਸੁਣਨਗੇ ਗਰਾਊਂਡ ਲੈਵਲ ਦੇ ਸਾਥੀ ਉਹਨਾਂ ਨੂੰ ਇਹ ਗੱਲ ਸਮਝਣ ਵਾਸਤੇ ਆਪਾਂ ਸੌਖੀ ਕਰੀਏ ਸਾਰਿਆਂ ਦੇ ਵਾਸਤੇ ਸਰਲ ਸਾਰਿਆਂ ਵਾਸਤੇ। ਹਾਂਜੀ ਕਿਉਂਕਿ ਉਹ ਜਦੋਂ ਅਸੀਂ ਹੁਣ ਟਾਰਗੇਟ ਸਾਡੇ ਇੰਟਰਨੈਸ਼ਨਲ ਸੰਸਥਾਵਾਂ ਸਾਡੇ ਟਾਰਗੇਟ ਤੇ ਨੇ ਤੇ ਤੁਹਾਡਾ ਕੀ ਖਿਆਲ ਆ ਕਿ ਉਹ ਹੱਥ ਤੇ ਹੱਥ ਧਰੀ ਬੈਠੀਆਂ ਹੋਣਗੀਆਂ? ਨਹੀਂ ਬਿਲਕੁਲ ਨਹੀਂ। ਸੋ ਕੋਈ ਟਾਈਮ ਸੀਗਾ ਜਦੋਂ ਉਹਨਾਂ ਦਾ ਰਾਜ ਸੀਗਾ ਸਾਡੇ ਭਾਰਤ ਦੇ ਮੁਲਕਾਂ ਦੇ ਵਿੱਚ ਬ੍ਰਿਟਿਸ਼ ਰਾਜ ਸੀਗਾ ਉਦੋਂ ਤੇ ਦਬਾ ਲੈਂਦੇ ਸੀਗੇ ਹਰ ਤਰੀਕਾ ਸੀ ਪੁਲਿਸ ਉਹਨਾਂ ਦੇ ਕੋਲ ਸੀਗੀ ਫੌਜ ਉਹਨਾਂ ਦੇ ਕੋਲ ਸੀਗੀ ਤੇ ਹੁਣ ਉਹ ਜਿਹੜੇ ਢੰਗ ਤਰੀਕੇ ਇਹਨਾਂ ਦੇ ਵੱਖਰੇ ਵੱਖਰੇ ਬਦਲੇ ਨੇ ਉਹਨਾਂ ਦਾ ਇਹ ਸਾਰਾ ਭਾਗ ਹੈ ਆ। ਸੋ ਦੋਸਤੋ ਇਹ ਜਿਹੜੀ ਗ੍ਰੈਟਾ ਥਨਬਰਗ ਆ ਇਹਨੂੰ ਜਦੋਂ ਸਟੇਜ ਤੇ ਲਿਆਂਦਾ ਜਾਂਦਾ ਵੱਖਰੀਆਂ ਵੱਖਰੀਆਂ ਸੰਸਥਾਵਾਂ ਨੇ ਇੱਕ ਬਹੁਤ ਉਲਝਵੇਂ ਤਰੀਕੇ ਦਾ ਇੱਕ ਨੈਟ ਜਿਹਨੂੰ ਆਪਾਂ ਜਾਲ ਵਾ ਇਹ ਔਰ ਉਹ ਇਸੇ ਕਰਕੇ ਪਿਛਲੇ 15 ਸਾਲਾਂ ਤੋਂ 10-15 ਸਾਲਾਂ ਤੋਂ ਜਿਹੜੇ ਕੋਰੀ ਮਾਰਨਿੰਗ ਸਟਾਰ ਨੇ ਉਹ ਜਿਹੜੀਆਂ ਤੰਦਾਂ ਨੇ ਆਪਸ ਦੇ ਵਿੱਚ ਉਹਨੂੰ ਉਹ ਜੋੜਦੇ ਨੇ ਔਰ ਬਹੁਤ ਹੀ ਕਮਾਲ ਦੇ ਤਰੀਕੇ ਨਾਲ ਜੋੜਦੇ ਨੇ। ਬਹੁਤ ਪੜ੍ਹਨ ਵਾਸਤੇ ਤੁਹਾਨੂੰ ਮਿਹਨਤ ਲੱਗੂਗੀ ਤੁਹਾਨੂੰ ਵੀ ਸਮਝਣ ਵਾਸਤੇ ਸ਼ਾਇਦ ਅਸੀਂ ਵੀ ਉਨੀ ਗੱਲ ਵਧੀਆ ਨਾ ਕਰ ਸਕੀਏ। ਸੋ ਉਹ ਜਿਹੜੀਆਂ ਤੰਦਾਂ ਨੇ ਵੱਖਰੇ ਵੱਖਰੇ ਜਿਹੜੇ ਇੰਸਟੀਚਿਊਟ ਨੇ ਬਣਾਏ ਹੋਏ ਇਹਨਾਂ ਦੇ ਵੱਲੋਂ ਇਹਨਾਂ ਦਾ ਪੈਸਾ ਜਿਹੜਾ ਸਰਮਾਏਦਾਰਾਂ ਦਾ ਜਾਂਦਾ ਕਿਸ ਤਰੀਕੇ ਨਾਲ ਉਹ ਫੰਡਿੰਗ ਕਰਦੇ ਨੇ ਤੇ ਆਪਣੇ ਨੇ ਏਜੰਡੇ ਕਿਸ ਤਰੀਕੇ ਨਾਲ ਲੈ ਕੇ ਜਾਂਦੇ ਨੇ। ਸੋ ਪਿਛਲੇ ਕੁਝ ਚਿਰਾਂ ਦੇ ਵਿੱਚੋਂ ਇਹ ਜਿਹੜੀ ਗ੍ਰੈਟਾ ਥਨਬਰਗ ਦੀ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਹੱਕ ਦੇ ਵਿੱਚ ਇਹਨਾਂ ਦਾ ਟਵੀਟ ਆਉਂਦਾ ਹੈ। ਉਸ ਤੋਂ ਬਾਅਦ ਰਿਹਾਨਾ ਉਹ ਯਾਰ ਮੇਰੇ ਉਹ ਕੌਣ ਰਿਹਾਨਾ ਅਸੀਂ ਉਹ ਇੱਕ ਬਹੁਤ ਅਮੀਰ ਕਿਸਮ ਦੀ ਕਿਹੜੀਆਂ ਉਹ ਸਰਮਾਏਦਾਰੀ ਫੋਰਮ ਦੇ ਵਿੱਚ ਉਹ ਸ਼ਾਮਲ ਆ ਕਿਹਨੂੰ ਕਿਹੜੀ ਚੀਜ਼ਾਂ ਨੂੰ ਉਹ ਪ੍ਰਮੋਟ ਕਰਦੀ ਹੈ ਉਹ ਕਿੱਦਾਂ ਸਾਡੇ ਹੱਕ ਦੇ ਵਿੱਚ ਜਿਹੜਾ ਲੋਕਾਂ ਦਾ ਮੈਂ ਉੱਥੇ ਕੱਲ ਵੀ ਮੁਜ਼ਾਹਰੇ 'ਚ ਗੱਲ ਕਰਦਾ ਸੀਗਾ ਕਿ ਇਹ ਸਾਰਾ ਜੋ ਸੈਲੈਬ੍ਰਿਟੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਹਜੇ ਤੱਕ ਮੈਂ ਕਿਸੇ ਦੀ ਗੱਲ ਸ਼ੇਅਰ ਕੀਤੀ ਹੈ ਤੇ ਮੈਂ ਨਸੀਰੁਦੀਨ ਸ਼ਾਹ ਦੀ ਗੱਲ ਕੀਤੀ ਹੈ ਕਿਉਂਕਿ ਉਹ ਬੰਦੇ ਦਾ ਕੋਈ ਇਤਿਹਾਸ ਹੈ ਕੋਈ ਉਹਦਾ ਕੰਮ ਬੋਲਦਾ ਦਾ ਸ਼ਬਾਨਾ ਆਜ਼ਮੀ ਹੋਗੀ ਸ਼ਬਾਨਾ ਆਜ਼ਮੀ ਦਾ ਬਾਪੂ ਖੁਦ ਤਕੜਾ ਯੂਨੀਅਨਿਸਟ ਰਿਹਾ ਹੈ। ਸੋ ਉਹਨਾਂ ਦਾ ਕੋਈ ਪਿਛੋਕੜ ਹੈ ਆ ਇਹ ਬਿਲਕੁਲ ਇਹ ਆਪਾਂ ਰਿਹਾਨਾ ਤੇ ਬਾਅਦ ਵਿੱਚ ਜਾਵਾਂਗੇ। ਇੱਕ ਉਹ ਦੂਸਰੀ ਜਿਹੜੀ ਐਕਸ ਜਿਹੜੀ ਪੌਰਨ ਸਟਾਰ ਰਹਿ ਚੁੱਕੀ ਹੈ ਮੀਆਂ ਖਲੀਫਾ ਉਹਨੇ ਸੋ ਐਨੀਵੇ ਸੋ ਦੋਸਤੋ ਇਹਨੇ ਜਿਹੜਾ ਟਵੀਟ ਕੀਤਾ ਹੁਣ ਇਹ ਜਿਹੜੀ ਬੇਈਮਾਨੀ ਹੈ ਜਿਹੜੀ ਉਹ ਇਹ ਜਿਹੜਾ ਟਵੀਟ ਦੇ ਵਿੱਚੋਂ ਇਹ ਸਾਹਮਣੇ ਆ ਜਾਂਦੀ ਹੈ। ਸੋ ਪਹਿਲੀ ਗੱਲ ਤੇ ਇਹ ਹੈ ਆਪਾਂ ਸਾਰਾ ਤੇ ਖੈਰ ਨਹੀਂ ਪੜਾਂਗੇ। ਸੋ ਜਿਹੜਾ ਇਹਦਾ ਪਹਿਲਾ ਟਵੀਟ ਆਉਂਦਾ ਹੈ ਤੇ ਉਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਫੀਲ ਫ੍ਰੀ ਟੂ ਟੈਗ PM ਮੋਦੀ ਬਹੁਤ ਛੋਟਾ ਪ੍ਰਿੰਟ ਆ। ਉਸ ਤੋਂ ਬਾਅਦ NS ਤੋਮਰ ਆਪਣਾ ਤੋਮਰ ਜਿਹੜਾ ਐਗਰੀਕਲਚਰ ਮਿਨਿਸਟਰ ਯੂਰ ਓਨ ਹੈਡਸ ਆਫ ਸਟੇਟ ਮਤਲਬ ਤੁਹਾਡਾ ਜਿਹੜਾ ਜਿਵੇਂ ਆਪਣਾ ਕੈਪਟਨ ਅਮਰਿੰਦਰ ਸਿੰਘ ਹੋ ਗਿਆ ਅਦਰਸ ਹੂ ਆਊਟਰਾਈਟ ਟੂ ਟੇਕ ਨੋਟ ਲਾਈਕ IMF WTO FAO ਵਰਲਡ ਬੈਂਕ। ਸੋ ਕਹਿੰਦੀ ਵੀ ਤੁਸੀਂ ਜਿਹੜੇ ਲੋਕ ਨੇ ਨਾ ਨਰਿੰਦਰ ਮੋਦੀ ਹੋ ਗਿਆ ਤੋਮਰ ਹੋ ਗਿਆ ਆਪਣੇ ਕੈਪਟਨ ਹੋ ਗਏ ਚਲੋ ਆਪਣਾ ਸਟੇਟ ਦਾ ਕੈਪਟਨ ਹੋ ਗਿਆ ਬਾਕੀ ਜਿਹਨਾਂ ਸਟੇਟ ਦੇ ਹੈਡ ਨੇ IMF WTO ਵਰਲਡ ਇਕਨੋਮਿਕ ਫੋਰਮ ਵਰਲਡ ਬੈਂਕ ਤੁਸੀਂ ਇਹਨਾਂ ਨੂੰ ਟੈਗ ਕਰੋ ਮਤਲਬ ਇਹਨਾਂ ਤੇ ਅਟੈਕ ਕਰੋ ਮਤਲਬ ਉਹਨਾਂ ਦੇ ਬਾਰੇ ਮਤਲਬ ਇਹਨਾਂ ਨੂੰ ਦੱਸੋ ਵੀ ਸਾਡਾ ਕੀ ਹੈ ਮਤਲਬ ਬਿਲਕੁਲ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਜੀ ਕਿਉਂਕਿ ਇਹਨਾਂ ਦੇ ਵਿਰੋਧ ਚ ਆਪਣਾ ਸੰਘਰਸ਼ ਆ। ਅੱਛਾ ਜੀ ਇਹ ਕੁਝ ਘੰਟਿਆਂ ਬਾਅਦ ਹੀ ਇਹ ਜਿਹੜੀ ਵਿੱਚੋਂ ਸਾਰੀ ਡਿਟੇਲ ਇਹ ਮਿਸਿੰਗ ਹੈ ਜੀ ਇਹ ਖਤਮ ਆ ਪਹਿਲੇ ਦੇ ਵਿੱਚ ਆਉਂਦੀ ਹੈ ਦੂਜੇ ਦੇ ਵਿੱਚ ਇਹ ਖਤਮ ਹੋ ਜਾਂਦੀ ਹੈ। ਸੋ ਦੂਸਰੇ ਦੇ ਵਿੱਚ ਜੀ ਇਹ ਕਹਿੰਦੇ ਨੇ ਕਿ ਫਿਜ਼ੀਕਲ ਐਕਸ਼ਨ ਮਤਲਬ ਕਿਹੜੇ ਲਏ ਜਾਣ ਨਾ ਉਹਦੇ ਵਿੱਚ ਨੀਅਰ ਇੰਡੀਅਨ ਐਮਬੈਸੀਜ਼ ਆਫਿਸਿਸ ਮੀਡੀਆ ਹਾਊਸਿਸ ਫॉर ਈਵਨ ਅੰਬਾਨੀ ਅਡਾਨੀ ਆਫਿਸਿਸ ਗਲੋਬਲੀ। ਸੋ ਜਿਹੜੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਐਮਬੈਸੀਆਂ ਨੇ ਜਿਹੜੇ ਮੀਡੀਆ ਜਿਹੜੇ ਕਰਪਟ ਜਿਵੇਂ ਮੰਨ ਲਓ ਇੱਥੇ ਇੰਡੀਅਨ ਵੀਕਐਂਡਰ ਦਾ ਹੋਵੇ ਜਿਹੜੇ ਰਿਪਬਲਿਕ ਟੀਵੀ ਨਾਲ ਮਿਲੇ ਹੋਏ ਨੇ ਕਾਫੀ ਕਨਵੀਨੀਅੰਟ ਹੈ ਕਿਉਂਕਿ ਉੱਪਰ ਵਾਲੀ ਮੰਜ਼ਿਲ ਤੇ ਐਮਬੈਸੀ ਦਾ ਦਫ਼ਤਰ ਹੈ। ਤੇ ਦੂਸਰੇ ਜਿਹੜੀ ਖਾਸ ਗੱਲ ਕੀਤੀ ਆ ਵੀ ਜਿੰਨੇ ਵੀ ਦੁਨੀਆ ਦੇ ਵਿੱਚ ਅੰਬਾਨੀਆਂ ਤੇ ਅਡਾਨੀਆਂ ਦੇ ਜਿਹੜੇ ਆਫਿਸ ਨੇ ਸਾਰੀ ਦੁਨੀਆ ਦੇ ਵਿੱਚ ਹੈਗੇ ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਦਾ ਕੁਝ ਹੈ ਆ ਕਾਰੋਬਾਰ ਹੈ ਆ। ਇਹ ਵੀ ਜਿਹੜੀ ਗੱਲ ਹੈ ਜੀ ਉਹਦੇ ਟਵੀਟ ਦੇ ਵਿੱਚੋਂ ਮਿਸਿੰਗ ਆ। ਠੀਕ ਪਹਿਲੀ ਜਿਹੜੀ ਟਵੀਟ ਆਉਂਦੀ ਹੈ ਉਸ ਤੋਂ ਬਾਅਦ ਇਹ ਲਿਖਦੇ ਨੇ ਜੀ ਆਸਕ ਟੂ ਟੇਕ ਐਕਸ਼ਨ ਸਾਈਨ। ਸੋ
and ask them to take action, sign online petition and take action to divert from monopolist and ਪੜ੍ਹ ਨਹੀਂ ਹੋ ਰਿਹਾ ਜੀ oligo something ਹਾਂ ਲਾਈਕ ਅੰਬਾਨੀ ਤੇ ਅਡਾਨੀ ਸੋ ਉਹ ਉਹੀ ਕੀ ਪਟੀਸ਼ਨ ਦੇ ਵਿੱਚ ਉਹਨਾਂ ਦਾ ਨਾਂ ਹੋਵੇ ਅੰਬਾਨੀ ਅਡਾਨੀ ਦਾ ਇਹੋ ਜਿਹੀ ਕੋਈ ਗੱਲਬਾਤ ਹੈ ਤੇ ਬਾਅਦ ਦੇ ਵਿੱਚ ਇਹ ਵੀ ਜਿਹੜਾ ਪੈਰਾ ਉਹ ਮਿਸਿੰਗ ਹੋ ਜਾਂਦਾ ਠੀਕ ਹੈ ਸੋ ਇਹ ਕਿਉਂ ਹੁੰਦਾ ਜੀ ਇਦਾਂ ਮਤਲਬ ਕਿਉਂਕਿ ਪਹਿਲਾਂ ਬਿਲਕੁਲ ਗੱਲ ਸਹੀ ਲਿਖੀ ਹੈ ਇਹ ਆਪਣੇ ਆਪ ਦੇ ਵਿੱਚ ਬੜਾ ਸਵਾਲ ਖੜਾ ਹੁੰਦਾ ਹੈ ਕਿ ਪਹਿਲਾ ਬਾਰ ਡਿਲੀਟ ਕਰਤਾ ਹਾਂਜੀ ਹਾਂਜੀ ਪਹਿਲਾ ਟਵੀਟ ਇਹ ਕੀਤਾ ਜੀ ਉਹ ਡਿਲੀਟ ਕਰਤਾ ਹਾਂਜੀ ਡਿਲੀਟ ਕਰਤਾ ਜੀ ਉਹ ਕੁਝ ਘੰਟਿਆਂ ਦੇ ਬਾਅਦ ਹੀ ਉਹ ਡਿਲੀਟ ਕੀਤਾ ਜਾਂਦਾ ਹੈ ਸੋ ਇਹਦੇ ਇੱਕ ਕਾਰਨ ਨੇ ਵੀ ਉਹ ਡਿਲੀਟ ਕਿਉਂ ਕੀਤਾ ਜਾਂਦਾ ਔਰ ਦੂਸਰਾ ਇਹਦੇ ਵਿੱਚ ਗੱਲ ਅਨੁਜ ਸ਼ਾਇਦ ਤੁਹਾਡੇ ਕੋਲ ਪਿਆ ਹੋਣਾ ਹਾਂਜੀ ਤੁਸੀਂ ਵੀ ਇੱਥੇ ਧਿਆਨ ਦਿਓ ਕਿ ਜਿਹੜੇ ਉਹ ਐਡਰੈਸ ਲਾਇਬ੍ਰੇਰੀ ਸੀਗੀ ਕਿ ਨਿਊਜ਼ੀਲੈਂਡ 'ਚ ਅੰਬਾਨੀ ਤੇ ਅਡਾਨੀ ਦੇ ਦਫ਼ਤਰ ਕਿੱਥੇ ਨੇ ਹਾਂ ਮੈਂ ਇਹ ਫਿਰ ਖੋਜ ਕਰੂੰਗੀ ਹਾਂਜੀ ਸੋ ਉਹਦੇ ਵਿੱਚ ਉਹ ਜਿਹੜਾ ਟਵੀਟ ਹੈਗੇ ਨੇ ਉਹ 'ਚ ਹੋਰ ਵੀ ਕਈ ਗੱਲਾਂ ਆ ਭਈ ਸ਼ੇਅਰ ਸੋਲੀਡੈਰਿਟੀ ਵੀਡੀਓ ਮੈਸੇजेस ਈਮੇਲ ਵੀ ਜਿਹੜਾ ਵੀ ਤੁਸੀਂ ਜਦੋਂ ਸੰਘਰਸ਼ ਚੱਲ ਰਿਹਾ ਹੈ ਉਹਦੀਆਂ ਕਿਹੜੀਆਂ ਵੀਡੀਓ ਆ ਉਹਦੇ ਜਿਹੜੇ ਮੈਸੇਜ ਨੇ ਤੁਸੀਂ ਇੱਥੇ ਸਾਰੇ ਇਹਨਾਂ ਨੂੰ ਮਤਲਬ ਇੱਕ ਬਾਕਸ 'ਚ ਸਾਰੇ ਇਕੱਠੇ ਕਰ ਦਿਓ ਹਾਂ ਮਤਲਬ ਕਿ ਸਮਾਨ ਸਾਰਾ ਪਹਿਲਾਂ ਸਾਡੇ ਕੋਲ ਆਊਗਾ ਤੇ ਫਿਰ ਅਸੀਂ ਪ੍ਰੋਗਰਾਮ ਦੇਗਾ ਵੀ ਤੁਸੀਂ ਗਾਹਾਂ ਕੀ ਕਰਨਾ ਹੈ ਹਾਂ ਜਾਂ ਉਹ ਫੁਟੇਜ ਵਰਤ ਕੇ ਉਹਦੀਆਂ ਕੋਈ ਬਹੁਤ ਸ਼ਾਨਦਾਰ ਵੀਡੀਓ ਵਗੈਰਾ ਕੁਝ ਮਤਲਬ ਬਣਾਉਣਗੇ ਹਾਂ ਸੋ ਅਗਵਾਈ ਤੁਹਾਡੇ ਵਾਸਤੇ ਹੋਣਾ ਚਾਹੁੰਦੇ ਹੋ ਹਾਂਜੀ ਅਗਵਾਈ ਹੋਣਾ ਚਾਹੁੰਦੇ ਨੇ ਬਿਲਕੁਲ ਅਗਵਾਈ ਹੱਥੇ ਹੋਣਾ ਚਾਹੁੰਦੇ ਨੇ ਅਸੀਂ ਖਾਲਸਾ ਏਡ ਦੀ ਵੀ ਗੱਲ ਕਰਾਂਗੇ ਰਵੀ ਸਿੰਘ ਦੀ ਕਰਾਂਗੇ ਉਹ ਸਾਡੇ ਸਾਹਮਣੇ ਇਹ ਤੇ ਬਾਹਰ ਦੀਆਂ ਨੇ ਉਹ ਤੇ ਬਿਲਕੁਲ ਇਹ ਕੰਮ ਕਰ ਚੁੱਕਿਆ ਆਲਰੇਡੀ ਸੋ ਦੋਸਤੋ ਇਹ ਜਿਹੜੀ ਸੰਸਥਾ ਆ ਵਰਲਡ ਇਕਨੋਮਿਕ ਫੋਰਮ ਉਹ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਉਹ ਸਾਰਿਆਂ ਦੀ ਪਿਓ ਆ ਉਹ ਸੰਸਥਾ ਉਹ ਸਾਰਿਆਂ ਦੀ ਪਿਓ ਹੈ ਜੀ ਕਿਉਂਕਿ ਉਹ WTO ਵੀ ਉਸ ਤੋਂ ਬਾਅਦ ਆਉਂਦੀ ਹੈ ਹਾਂਜੀ ਕਿਉਂਕਿ ਵਰਲਡ ਇਕਨੋਮਿਕ ਫੋਰਮ ਵੈਸੇ ਛੱਡ ਦਿੱਤਾ ਹੈ ਕੰਮ ਅਸੀਂ 2-3 ਸਾਲ ਲਗਾਤਾਰ ਉਹ ਜਨਵਰੀ ਦੇ ਐਂਡ ਜੇ ਚ ਉਹਨਾਂ ਦਾ ਜਿਹੜਾ ਐਨੂਅਲ ਹੈ ਨਾ ਪ੍ਰੋਗਰਾਮ ਉਹ ਹੁੰਦਾ ਆ ਤੇ ਉਹ ਪਹਿਲਾਂ ਹੀ ਥੋੜਾ ਉਹ ਆਪਣਾ ਸਾਰਾ ਪ੍ਰੋਗਰਾਮ ਛਾਪ ਦਿੰਦੇ ਆਪਣੀ ਵੈਬਸਾਈਟ ਤੇ ਉਸ ਤੋਂ ਬਾਅਦ ਰਿਪੋਰਟਾਂ ਵੀ ਛਾਪਦੇ ਕੀ ਹੋਇਆ ਔਰ ਉਹ ਅਸੀਂ ਕਰਦੇ ਸੀਗੇ ਲਗਾਤਾਰ ਕਿ ਇਸ ਵਾਰੀ ਉਹਨਾਂ ਦੀਆਂ ਰਿਪੋਰਟਸ ਚ ਕੀ ਆ ਤੇ ਉਹਦੇ ਮਤਲਬ ਕੀ ਨਿਕਲਦੇ ਨੇ ਜ਼ਮੀਨੀ ਪੱਧਰ ਤੇ ਕਿਉਂਕਿ ਉਹ ਜਿਹੜਾ ਉਹਦਾ ਸੁਖਬੀਰ ਬਾਦਲ ਹਮੇਸ਼ਾ ਕਹਿੰਦਾ ਸੀਗਾ ਕਿ ਲੁਧਿਆਣੇ ਨੂੰ ਕੈਲੀਫੋਰਨੀਆ ਬਣਾ ਉਹ ਅੱਜ ਤੋਂ 7-8 ਸਾਲ ਪਹਿਲਾਂ ਇੱਕ ਰਿਪੋਰਟ ਸੀਗੀ ਉਹਨਾਂ ਦੀ ਜ਼ਿਕਰ ਬਕਾਇਦਾ ਪੰਜਾਬ ਲੁਧਿਆਣੇ ਦਾ ਜ਼ਿਕਰ ਹੋਇਆ ਕਿ ਉੱਥੇ ਕੀ ਕਰਨਾ ਚਾਹੁੰਦੇ ਨੇ ਉਹ ਸੋ ਉਹ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਸਾਨੂੰ ਉਹ ਕੰਮ ਉਹ ਆਪਾਂ ਪ੍ਰੋਗਰਾਮ ਕੀਤੇ ਸੀਗੇ ਜਦੋਂ ਕੇਜਰੀਵਾਲ ਆਇਆ ਸੀਗਾ ਤੇ ਕੇਜਰੀਵਾਲ ਵੀ ਇਹੀ ਏਜੰਡਾ ਡਿਸਕਸ ਕਰਦਾ ਸੀ ਸੋ ਮਤਲਬ ਇਹਨਾਂ ਦੇ ਵਰਲਡ ਇਕਨੋਮਿਕ ਫੋਰਮ 'ਚ ਉਹ ਜਿੰਨੇ ਵੱਡੇ ਕੈਪੀਟਲਿਸਟ ਨੇ ਕਾਰਪੋਰੇਟ ਘਰਾਣਿਆਂ ਦੇ ਨੇ ਪੂੰਜੀਵਾਦੀ ਨੇ ਉਹ ਰੂਟੀਨਲੀ ਜਾਂਦੇ ਆ ਮਤਲਬ ਉਹਨਾਂ ਦੀ ਸਲਾਹ ਕਰਨੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਰਕਾਰਾਂ ਦੇ ਕਰਿੰਦੇ ਨੇ ਵੱਖਰੇ ਦੇਸ਼ਾਂ ਦੀਆਂ ਉਹ ਵੀ ਇਹਨਾਂ ਦੇ ਸੱਦੇ ਤੇ ਹੁੰਦੇ ਨੇ ਉੱਥੇ ਔਰ ਸੈਲੀਬ੍ਰਿਟੀ ਜਿਹੜੇ ਐਕਟਰਾਂ ਸਪੋਰਟਸ ਪਰਸਨੈਲਿਟੀਆਂ ਉਹਨਾਂ ਨੂੰ ਵੀ ਇਹ ਸੱਦੇ ਨੇ ਮਤਲਬ ਕਿ ਉਹ ਜਿੰਨੀ ਅਪਰ ਕਲਾਸ ਹੈ ਦੁਨੀਆ ਦੀ ਉਹ ਮਿਲ ਕੇ ਇੱਕ ਹਰ ਸਾਲ ਏਜੰਡਾ ਤਿਆਰ ਕਰਦੀਆਂ ਨੇ ਕਿ ਬਾਕੀ ਦੁਨੀਆ 'ਚ ਕੀ ਕੁਝ ਹੋ ਰਿਹਾ ਦੋਸਤੋ ਹੋਰ ਵੀ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਇਹਨਾਂ ਦਾ ਜਾਲ ਬਹੁਤ ਆਵਾਜ਼ ਕਰਕੇ ਹੈ ਪਰਪਸ ਹੈ ਉਸ ਤੋਂ ਬਾਅਦ ਕੌਂਸਲ ਔਨ ਫੋਰਨ ਰਿਲੇਸ਼ਨਸ਼ਿਪ ਯੂਐਸ ਏਡ ਉਹ ਸੰਸਥਾ ਹੈ ਜਿਹਨੇ ਭਾਰਤ ਦੇ ਵਿੱਚ ਨੋਟਬੰਦੀ ਜਿਨ੍ਹਾਂ ਨੇ ਭਾਰਤੀ ਸਰਕਾਰ ਨੂੰ ਸਾਰਾ ਪ੍ਰੋਗਰਾਮ ਨੋਟਬੰਦੀ ਦਾ ਦਿੱਤਾ ਹੈ ਜਿਹੜੀ ਯੂਐਸ ਸਰਕਾਰ ਦੀ ਸੰਸਥਾ ਹੈਗੀ ਹੈ ਸੋ ਇਹ ਸਾਰੇ ਇਹ ਜਿਹੜਾ ਵਰਲਡ ਇਕਨੋਮਿਕ ਫੋਰਮ ਚ ਬੈਠਦੇ ਨੇ ਸਾਰੇ ਦੇ ਵਿੱਚ ਉਹ ਜਿਹੜਾ ਕਲੌਜ਼ ਸ਼ੌਬਾ ਜਿਹੜਾ ਉਹ ਤੇ ਮੈਂ ਖਿਆਲ ਉਹਦਾ ਸੰਚਾਲਕ ਹੈ ਵਰਲਡ ਇਕਨੋਮਿਕ ਫੋਰਮ ਦਾ ਇਹ ਮਤਲਬ ਇਹ ਸਾਰੇ ਇੱਕ ਦੂਜੇ ਦੇ ਨਾਲ ਕਿਵੇਂ ਕਨੈਕਟਡ ਨੇ ਐਨੀਵੇ ਸੋ ਦੋਸਤੋ ਜਿਹੜਾ ਇਹ ਵਰਲਡ ਇਕਨੋਮਿਕ ਫੋਰਮ ਆ ਸੋ ਇਹ ਇੰਟਰਨੈਸ਼ਨਲ ਐਨਜੀਓ ਜੀ ਠੀਕ ਤੇ ਇਹਦਾ ਜਿਹੜਾ ਮੋਟੋ ਹੈ ਜਿਹੜਾ ਇਹਦਾ ਪ੍ਰੋਗਰਾਮ ਹੈ ਉਹ ਹੈਗਾ ਕਿ ਕਮਿਟਿੰਗ ਟੂ ਇੰਪਰੂਵ ਦ ਸਟੇਟ ਆਫ ਦ ਵਰਲਡ ਮਤਲਬ ਕਿ ਦੁਨੀਆ ਦੇ ਜਿਹੜੀਆਂ ਨੇਸ਼ਨ ਸਟੇਟ ਨੇ ਹਾਲਾਤ ਸੁਧਾਰਨਾ ਚਾਹੁੰਦੇ ਹਾਂ ਉਹ ਉਹਨਾਂ ਨੂੰ ਅਸੀਂ ਇੰਪਰੂਵ ਕਰਨਾ ਹੈ ਮਤਲਬ ਉਹਨਾਂ ਦੇ ਹਾਲਾਤ ਅਸੀਂ ਚੰਗੇ ਬਣਾਉਣੇ ਆ ਠੀਕ ਹੈ ਜੀ ਬਾਈ ਐਂਗੇਜਿੰਗ ਦ ਬਿਜ਼ਨਸ ਸਮਝ ਗਏ ਜੀ ਬਿਜ਼ਨਸ ਵਿੱਚ ਇਨਵੋਲਵ ਕਰਕੇ ਕਾਰੋਬਾਰੀਆਂ ਦੀ ਮਦਦ ਦੇ ਨਾਲ ਹਾਂ ਜਿਹਦੇ ਵਿੱਚ ਜਿਨ੍ਹਾਂ ਨੇ ਕਿ ਪਹਿਲਾਂ ਹੀ ਵਿਗਾੜੇ ਹਾਲਾਤ ਹਾਂ ਜਿਹਦੇ ਵਿੱਚ ਇਹਨਾਂ ਦਾ ਜਿਹੜਾ ਮੇਨ ਏਜੰਡਾ ਹੈ ਜਿਹਨੂੰ ਆਪਾਂ ਉਹ ਕਹਿੰਦੇ ਆ ਪਬਲਿਕ ਪੀਪੀ
PPE ਜਿਹੜਾ ਪ੍ਰਾਈਵੇਟ ਪਬਲਿਕ ਜਿਹੜਾ ਪਾਰਟਨਰਸ਼ਿਪ ਬਾਦਲ ਵੀ ਬਹੁਤ ਰੌਲਾ ਪਾਉਂਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਜਿਹਨੇ ਉਹ ਜਿਹੜਾ ਹੁਣ ਕਾਂਗਰਸ ਦੇ ਵਿੱਚ ਮਿਨਿਸਟਰ ਹੈ ਮਨਪ੍ਰੀਤ ਬਾਦਲ ਉਹ ਪ੍ਰਮੋਟ ਕਰਦਾ ਡਟ ਕੇ PPE ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉੱਥੇ ਕੰਟਰੈਕਟ ਫਾਰਮਿੰਗ ਦਾ ਵੀ ਉਹਦੇ ਨਾਲ ਹੀ ਜੁੜਿਆ ਐਨੀਵੇ ਸੋ ਇਹ ਕਹਿੰਦਾ ਵੀ ਇਹ ਅੰਗਰੇਜ਼ੀ ਬਿਜ਼ਨਸ ਇਹਦੇ ਵਿੱਚ ਅਨੂ ਜੀ ਮੈਂ ਹੋਰ ਵੀ ਐਡ ਕਰਨਾ ਚਾਹੁੰਦਾ ਅਸੀਂ ਨਾ ਬਹੁਤ ਜ਼ਿਆਦਾ ਫੈਨ ਆ ਸਾਡੇ ਜਿਹੜੇ ਪ੍ਰੋਗਰੈਸਿਵ ਲੋਕ ਨੇ ਨਿਓਮੀ ਕਲਾਈਨ ਦੇ ਔਰ ਉਹਨਾਂ ਨੇ ਕੰਮ ਵੀ ਬਹੁਤ ਜ਼ਬਰਦਸਤ ਕੀਤਾ ਸਦਮਾ ਸਿਧਾਂਤ ਕਿਤਾਬ ਹੈ ਜਿਹਨਾਂ ਦੀ ਉਹਦੇ ਵਰਗਾ ਏਦਾਂ ਜ਼ਬਰਦਸਤ ਕਿਤਾਬ ਨਹੀਂ ਹੈਗੀ ਪਰ ਉਹਨਾਂ ਦਾ ਵੀ ਜਿਹੜਾ ਨਵਾਂ ਕੰਮ ਦਿਸ ਚੇਂਜਸ ਐਵਰੀਥਿੰਗ ਉਸ ਨੂੰ ਪ੍ਰਮੋਟ ਕਰਨ ਵਾਲੇ ਸੂਜ਼ਨ ਰੌਥਚਾਈਲਡ ਉਹਨਾਂ ਨੇ ਉਹਨੂੰ ਪ੍ਰਮੋਟ ਕੀਤਾ ਹੈ ਸੋ ਉਹ ਕਿਤਾਬ ਦੇ ਵਿੱਚ ਉਹਦਾ ਨਿਚੋੜ ਇਹ ਹੈ ਕਿ ਇਹ ਜਿਹੜੀਆਂ এনवायरमेंट ਦੀਆਂ ਪ੍ਰੋਬਲਮ ਨੇ ਲੋਕਾਂ ਦੇ ਵਿੱਚ ਜਿਹੜੀ ਗਰੀਬੀ ਹੈ ਉਹਦਾ ਜਿਹੜਾ ਕਾਰਨ ਹੈ ਇਹ ਪੂੰਜੀਵਾਦ ਹੈ ਪਰ ਹੁਣ ਉਹ ਕਹਿੰਦੇ ਉਹ ਇਨਕਲਾਬ ਦੀ ਮਦਦ ਨਹੀਂ ਉਹ ਕਹਿੰਦੇ ਵੀ ਇਨਕਲਾਬ ਨਹੀਂ ਹੁਣ ਕਹਿੰਦੇ ਇਹਦਾ ਹੱਲ ਵੀ ਪੂੰਜੀਵਾਦ ਹੀ ਹੈ ਮਤਲਬ ਪੂੰਜੀਵਾਦ ਹੀ ਹੁਣ ਇਹਦਾ ਉਹਨੂੰ ਹੱਲ ਕਰੂਗਾ ਸੋ ਇਹ ਨਤੀਜੇ ਤੱਕ ਉਹ ਪਹੁੰਚ ਚੁੱਕੇ ਨੇ ਸੋ ਬਹੁਤ ਧਿਆਨ ਨੂੰ ਆਪਾਂ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਕਿ ਜਿਹੜਾ ਅੱਜ ਤੁਹਾਡਾ ਹੈ ਕੱਲ ਤੁਹਾਡੇ ਵਿਰੋਧ ਚ ਭੁਗਤੂਗਾ ਵੇਖ ਵੀ ਸਕਦਾ ਹੈ ਤੇ ਉਹਨਾਂ ਨੇ ਜਿਹੜਾ ਉਹਦਾ ਸਿਰਲੇਖ ਟਾਈਟਲ ਰੱਖਿਆ ਕਿਤਾਬ ਦਾ ਉਹਦੇ ਵਿੱਚੋਂ ਤੇ ਮੈਨੂੰ ਇਹ ਸਮਝ ਆਉਂਦੀ ਕਿਉਂਕਿ ਉਹ ਆਪ ਬਦਲ ਗਏ ਨੇ ਇਸ ਲਈ ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰਾ ਕੁਝ ਬਦਲ ਗਿਆ ਹਾਂਜੀ ਇਹੀ ਕਹ ਲਓ ਹਾਂ ਸੋ ਮਤਲਬ ਕਿ ਦੁਨੀਆ ਦੇ ਵਿੱਚ ਬਿਜ਼ਨਸ ਨੂੰ ਕਾਰਪੋਰੇਟ ਘਰਾਣਿਆਂ ਨੂੰ ਇਨਵੋਲਵ ਕਰਨਾ ਤੇ ਫਿਰ ਤੁਹਾਡੀ ਜਿਹੜੀ ਹੈਗੀ ਆ ਇਹਨੂੰ ਵਧੀਆ ਤੁਹਾਡੇ ਹਾਲਾਤ ਕਰਨ ਨੇ ਉਸ ਤੋਂ ਬਾਅਦ ਬਿਜ਼ਨਸ ਨੂੰ ਕਰਨਾ ਪੋਲੀਟੀਕਲ ਇਹ ਵੇਖੋ ਹੁਣ ਕਿੱਡੀ ਖਤਰਨਾਕ ਗੱਲ ਹੈ ਕਿ ਇਕੱਲਾ ਬਿਜ਼ਨਸ ਨਹੀਂ ਪੋਲੀਟੀਕਲ ਵੀ ਅਸੀਂ ਉਹਨਾਂ ਨੂੰ ਵੀ ਖਰੀਦਾਂਗੇ ਉਸ ਤੋਂ ਬਾਅਦ ਐਕੈਡਮਿਕ ਇਹ ਹੁਣ ਆਪਣੇ ਆਪ ਦੇ ਵਿੱਚ ਬੁੱਧੀਜੀਵੀ ਐਜੂਕੇਸ਼ਨ ਉੱਤੇ ਵੀ ਅਸੀਂ ਪ੍ਰਭਾਵ ਪਾਵਾਂਗੇ ਹਾਂ ਇਹਦੇ ਚ ਮੈਂ ਕਿਥੇ ਐਡ ਕਰਨਾ ਚਾਹੁੰਦੀ ਹਾਂ ਅਸੀਂ ਉਮਰ ਖਾਲਿਦ ਨਾਲ ਮੇਰਾ ਖਿਆਲ ਜਿਹੜੀ ਇੱਕ ਅੱਧੀ ਕੋਈ ਇੰਟਰਵਿਊ ਕੀਤੀ ਹੈ ਜਾਂ ਵੈਸੇ ਵੀ ਉਹ ਹਮੇਸ਼ਾ ਗੱਲ ਕਰਦੇ ਨੇ ਕਿ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਐਕੈਡਮਿਕ ਨੇ ਇੰਟੈਲੈਕਚੁਅਲ ਨੇ ਉਹ ਤਾਂ ਹੀ ਉਹਨਾਂ ਦੇ ਸਿਆਣੇ ਹੋਣ ਦਾ ਫਾਇਦਾ ਹੈ ਜੇ ਉਹ ਲੋਕਾਂ ਦੇ ਬੁੱਧੀਜੀਵੀ ਨੇ ਹਾਂ ਪਬਲਿਕ ਇੰਟੈਲੈਕਚੁਅਲ ਜੋ ਇਹ ਟਰਮ ਯੂਜ਼ ਕਰਦਾ ਉਮਰ ਖਾਲਿਦ ਸੋ ਇਹ ਜਿਹੜੇ ਐਕੈਡਮਿਕ ਜਾਂ ਜਿਹੜੇ ਬੁੱਧੀਜੀਵੀ ਇਹ ਵਰਲਡ ਇਕਨੋਮਿਕ ਫੋਰਮ 'ਚ ਜਾ ਕੇ ਬੈਠਣਗੇ ਉਹ ਲੋਕ ਹਿੱਤ ਦੀ ਗੱਲ ਨਹੀਂ ਕਰ ਸਕਦੇ ਉਹ ਬਿਲਕੁਲ ਨਹੀਂ ਮੈਂ ਇੱਕ ਮਿੰਟ ਮੈਂ ਪੜ੍ਹ ਕੇ ਮੈਂ ਹਾਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਔਰ ਬੁੱਧੀਜੀਵੀਆਂ ਨੇ ਜਿਹੜਾ ਭੱਠਾ ਬਿਠਾਇਆ ਪੰਜਾਬ ਦੇ ਵਿੱਚ ਹਰਾ ਇਨਕਲਾਬ ਲਿਆਉਣੇ ਵਾਲੇ ਬੁੱਧੀਜੀਵੀ ਇਹਨਾਂ ਨੇ ਪ੍ਰਮੋਟ ਕੀਤਾ ਸੀਗਾ ਸੋ ਐਨੀਵੇ ਸੋ ਐਕੈਡਮਿਕ ਐਂਡ ਅਦਰ ਲੀਡਰਸ ਆਫ ਦ ਸੋਸਾਇਟੀ ਟੂ ਸ਼ੇਪ ਗਲੋਬਲ ਰੀਜਨਲ ਐਂਡ ਇੰਡਸਟਰੀ ਏਜੰਡਾ ਸੋ ਉਹ ਜਿਹੜੇ ਆ ਵੀ ਹੁਣ ਇੱਕ ਅਦਰ ਲੀਡਰਸ ਹੁਣ ਇਹਨਾਂ ਨੇ ਲੀਡਰ ਖੜੇ ਕਰਨੇ ਆ ਜਿਹੜੇ ਅਦਰ ਲੀਡਰਸ ਆ ਉਹ ਮਤਲਬ ਕੌਣ ਨੇ ਉਹ ਲੀਡਰ ਉਹ ਇਹ ਖੜੇ ਕਰਨਗੇ ਲੀਡਰ ਟੂ ਸ਼ੇਪ ਇੰਡਸਟਰੀ ਹੁਣ ਮਤਲਬ ਗ੍ਰੇਟਾ ਥਨਬਰਗ ਵਰਗੇ ਦੀਪ ਸਿੱਧੂ ਵਰਗੇ ਹਾਂਜੀ ਬਿਲਕੁਲ 100% ਹਾਂ ਬਿਲਕੁਲ ਸ਼ੇਪ ਗਲੋਬਲ ਐਂਡ ਰੀਜਨਲ ਮਤਲਬ ਕਿ ਉਹਨਾਂ ਨੂੰ ਸ਼ੇਪ ਹੁਣ ਇਹ ਕਿਹੜੀ ਔਰ ਇਹਨਾਂ ਦੇ ਜਿੰਨੇ ਇਹ ਗਰੁੱਪ ਨੇ ਨਾ ਜੀ ਮਤਲਬ ਇਹ ਕਹਿ ਰਿਹਾ ਕਿ ਇਹ ਸਾਰੀ ਦੁਨੀਆ ਦਾ ਚਿਹਰਾ ਮੋਰਾ ਜਿਹੜਾ ਆ ਉਹ ਸੁਧਾਰਨ ਲਈ ਔਰ ਦੁਨੀਆ ਦੀ ਕਿਉਂਕਿ ਇੰਡਸਟਰੀਅਲ ਜਦੋਂ ਕਹਿੰਦੇ ਨੇ ਦੁਨੀਆ ਦੀ ਕਿਰਤ ਨੂੰ ਵੀ ਇਹ ਮਤਲਬ ਉਹਦੇ ਤੇ ਕਾਬਜ਼ ਹੋਣ ਲਈ ਮੈਂ ਤੇ ਇਹ ਸਮਝ ਰਹੀ ਹਾਂ ਕਿ ਪੂਰੀ ਦੁਨੀਆ ਦੀ ਕਿਰਤ ਤੇ ਕਾਬਜ਼ ਹੋਣ ਲਈ ਇਹ ਜਿਹੜੇ ਕਾਰੋਬਾਰੀ ਨੇ ਜਿਹੜੇ ਰਾਜਨੀਤਿਕ ਲੋਕ ਨੇ ਤੇ ਜਿਹੜੇ ਹੋਰ ਜਿਹੜੇ ਬੁੱਧੀਜੀਵੀ ਨੇ ਔਰ ਹੋਰ ਜਿਹੜੇ ਕੋਈ ਆਗੂ ਨੇ ਉਹਨਾਂ ਦੀ ਸਹਾਇਤਾ ਲੈਣਗੇ ਉਹਨਾਂ ਨੂੰ ਖੜਾ ਕਰਨਗੇ ਔਰ ਇਹ ਜਿਹੜੀ ਅਨੂ ਜੀ ਇਹਦਾ ਜਿਹੜੀ ਵਰਲਡ ਜਿਹੜੀ ਇਕਨੋਮਿਕ ਫੋਰਮ ਹੈ ਇਹਦਾ ਇੱਕ ਹਿੱਸਾ ਜੀ ਹੋਰ ਕਿਉਂਕਿ ਉਹ ਵੱਖਰੇ ਜਿਹੜੇ ਇਹਨਾਂ ਦਾ ਬਹੁਤ ਖਿਲਾਰਾ ਹੈ ਬਹੁਤ ਜ਼ਿਆਦਾ ਚੈਪਟਰ ਵੱਖਰੇ ਇਹਨਾਂ ਦੀ ਇੱਕ ਹੋਰ ਹੈ ਜੀ ਸੰਸਥਾ ਹੈਗੀ ਆ ਮੈਂ ਲਿਖ ਕੇ ਸੀਗਾ ਹਾਂਜੀ ਇਹਨਾਂ ਦੀ ਸੰਸਥਾ ਹੈ ਜੀ ਇਹਨਾਂ ਦੇ ਪਾਰਟਨਰ ਨੇ ਤੇ ਉਹਨਾਂ ਦਾ ਨਾਮ ਹੈਗਾ ਆ ਸੌਰੀ ਮੈਂ ਸੀਗਾ ਇਹ ਗਲੋਬਲ ਸ਼ੇਪਰਸ ਮਤਲਬ ਕਿ ਦੁਨੀਆ ਦਾ ਚਿਹਰਾ ਮੋਰਾ ਕੁਝ ਇਹੋ ਜਿਹਾ ਬਣਾਉਣੇ ਵਾਲੇ globalshapers.org ਇਹਨਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਤੇ ਮਿੱਤਰੋ ਉਹਦਾ ਸਭ ਤੋਂ ਵੱਡਾ ਕੰਟਰੀਬਿਊਟਰ ਕੌਣ ਸਭ ਤੋਂ ਉਹਦਾ ਵੱਡਾ ਕੰਟਰੀਬਿਊਟਰ ਮਤਲਬ ਫੰਡ ਹੀ ਦਿੰਦੇ ਹੋਣਗੇ ਹਾਂ ਉਹਦੇ ਸਭ ਤੋਂ ਵੱਡੀ ਫੰਡਿੰਗ ਕੌਣ ਕਰ ਰਿਹਾ ਰਿਲਾਇੰਸ ਇੰਡਸਟਰੀਜ਼ ਲਿਮਟਿਡ ਠੀਕ ਹੈ ਨਾ ਸੋ ਮਤਲਬ ਉਹ ਇਦਾਂ ਤੰਦਾਂ ਜੁੜਦੀਆਂ ਨੇ ਹਾਂ ਠੀਕ ਹੈ ਸੋ ਰਿਲਾਇੰਸ ਇੰਡਸਟਰੀ ਜਿਹੜਾ ਲਿਮਟਿਡ ਆ ਉਹਦੀ ਉਹ ਫੰਡਿੰਗ ਕਰਦਾ ਹੈ ਸੋ ਦੋਸਤੋ ਇਹ ਇੱਕ ਮੇਰੇ ਖਿਆਲ ਗ੍ਰੇਟਾ ਵੀ ਇਹਨਾਂ ਦੇ ਫੋਰਮ 'ਚ
ਹਾਂਜੀ ਬਿਲਕੁਲ ਆ ਦੇਖੋ ਇਹ ਜਿਹੜਾ ਹੈਗਾ ਆ ਕੁਰਕਲਮ ਜਿਹੜਾ ਇਹਨਾਂ ਦਾ ਐਜੂਕੇਸ਼ਨ ਵਾਲਾ ਏਜੰਡਾ ਆ ਮੈਂ ਪ੍ਰਿੰਟ ਕਰਕੇ ਲੈ ਕੇ ਆਇਆ ਆ ਉਹਦੇ ਵਿੱਚ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਨੇ ਆਪਣੇ ਤਰੀਕੇ ਦੀ ਐਜੂਕੇਸ਼ਨ ਜਿਹੜੀ ਚਲਾਉਣੀ ਆ ਉਹ ਇੱਥੇ ਗ੍ਰੇਟਾ ਥਨਬਰਗ ਨੂੰ ਆ ਦੇਖੋ ਇਹ ਹੈਗਾ ਆ ਜੀ ਅੱਛਾ ਜੀ ਇਸ ਸਾਲ ਵੀ ਬੋਲੀ ਆ 4 ਵੀਕਸ ਅਗੋ ਦੀਆਂ ਵੀਡੀਓ ਪਈਆਂ ਉਸ ਤੋਂ ਪਿਛਲੇ ਸਾਲ ਵੀ ਸੀ ਮੈਨੂੰ ਲੱਗਦਾ ਜਦੋਂ ਜ਼ਿਆਦਾ ਨਵੀਂ ਆਈ ਹੈ ਮਸ਼ਹੂਰ ਹੋਈ ਹੈ ਗ੍ਰੇਟਾ ਜਿਹੜਾ ਨਿਊਜ਼ੀਲੈਂਡ 'ਚ ਵੀ ਇਹ ਕਾਰਾ ਹੋ ਚੁੱਕਿਆ ਜੀ ਐਜ਼ ਆਫ February 2019 tens of thousands of pupils all over the world are striking in the name of climate change sparked by Greta Thunberg's school strike for the climate that took place in Stockholm so ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਸਕੂਲਾਂ 'ਚ ਬੱਚੇ ਸਟ੍ਰਾਈਕ ਕਰਕੇ ਗਏ ਨੇ ਉਹ ਤੇ ਲਾਕਡਾਊਨ ਕਰਕੇ ਰੁਕ ਗਿਆ ਪਰ ਉਸ ਤੋਂ ਪਹਿਲਾਂ ਕਾਫੀ ਸੀ ਨਹੀਂ ਇੱਕ ਹੋ ਚੁੱਕਾ ਜੀ ਉਸ ਤੋਂ ਪਹਿਲਾਂ ਡੈਫੀਨਿਟਲੀ ਹੋ ਚੁੱਕਿਆ ਪਿਛਲੇ ਸਾਲ ਜਿਸ 'ਚ ਅਸੀਂ ਸ਼ਾਮਲ ਨਹੀਂ ਸੀ ਹੋਏ ਸੋ ਉਦੋਂ ਸਾਨੂੰ ਨਹੀਂ ਮੈਂ ਉਹ ਕਹਿ ਰਹੀ ਹਾਂ ਕਿ ਲਗਾਤਾਰ ਚੱਲ ਰਿਹਾ ਸੀ ਲਾਕਡਾਊਨ ਕਰਕੇ ਰੁਕ ਗਿਆ ਲਾਕਡਾਊਨ ਇਸ ਸਾਲ ਨਹੀਂ ਹੋਇਆ ਜੀ ਬਿਲਕੁਲ ਸੋ ਦੋਸਤੋ ਇਹ ਅਸੀਂ ਤੇ ਹੱਸਦੇ ਆ ਇਹਨੂੰ ਛੋਇਆ ਆ ਕਿਉਂਕਿ ਅਗਲੇ ਹਫਤੇ ਜਿਹੜਾ ਵਰਡ ਨੂੰ ਮਾਥੁਰਾ ਉਹਨਾਂ ਡਿਟੇਲ 'ਚ ਗੱਲ ਕਰਾਂਗੇ ਸੋ ਉਹਦੇ ਨਾਲ ਦੀ ਨਾਲ ਜੀ ਅਨੂ ਜੀ ਇੱਕ ਜਿਹੜੀ ਦੂਸਰੀ ਹੈਗਾ ਆ ਹਾਂਜੀ ਅੱਜ ਬਕਾਇਦਾ ਏਜੰਡਾ ਕੰਟਰੀਬਿਊਟਰ ਹੈ ਗ੍ਰੇਟਾ ਥਨਬਰਗ ਵਰਲਡ ਇਕਨੋਮਿਕ ਫੋਰਮ ਦੀ ਠੀਕ ਸੋ ਦੋਸਤੋ ਇਹਨੇ ਜਿਹੜੀ ਪਹਿਲੀ ਟਵੀਟ ਕੀਤੀ ਸੀਗੀ ਇਹਦੇ ਕੋਲੋਂ ਗਲਤੀ ਨਾਲ ਲਿਖ ਹੋ ਗਿਆ ਤੇ ਫਿਰ ਜਿਨ੍ਹਾਂ ਦੇ ਵਾਸਤੇ ਜਿਨ੍ਹਾਂ ਦੀ ਕਰਿੰਦਾ ਇਹ ਕੰਮ ਕਰਦੀ ਹੈ ਉਹਨਾਂ ਨੇ ਇਹਦੀਆਂ ਲੱਤਾਂ ਖਿੱਚੀਆਂ ਤੇ ਉਹ ਸਾਰਾ ਕੁਝ ਵਿੱਚੋਂ ਕੱਢਤਾ ਸੋ ਦੋਸਤੋ ਇੱਕ ਹੁਣ ਆ ਜੀ ਆਪਾਂ ਜਿਹੜਾ ਦੂਸਰਾ ਜਿਹੜਾ ਜਿਹਨੂੰ ਆਪਾਂ ਇਹ ਪਹਿਲਾਂ ਵੈਸੇ ਇਹਦੇ ਨਾਲ ਹੀ ਥੋੜੀ ਜਿਹੀ ਗੱਲ ਕਰ ਲਈਏ ਕਿਉਂਕਿ ਬਹੁਤ ਜ਼ਰੂਰੀ ਹੈ ਇਹ ਦੋਸਤੋ ਕਿਉਂਕਿ ਜਿਹੜਾ ਇਹ ਜਿਹੜੇ ਲੀਡਰ ਨੇ ਸੋ ਜਦੋਂ ਆਪਣੇ ਲੋਕਾਂ ਦੇ ਵਿੱਚ ਇਹ ਮਸ਼ਹੂਰ ਹੋ ਗਏ ਇਸ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਆਪਾਂ ਮੇਰੇ ਖਿਆਲ ਖਾਲਸਾ ਏਡ ਦੀ ਗੱਲ ਕਰੀਏ ਰਵੀ ਸਿੰਘ ਦੀ ਕਿਉਂਕਿ ਅਸੀਂ ਹਮੇਸ਼ਾ ਤੋਂ ਜਦੋਂ ਦਾ ਇਹ ਐਗਜ਼ਿਸਟੈਂਸ ਦੇ ਵਿੱਚ ਆਇਆ ਅਸੀਂ ਉਦੋਂ ਦੇ ਹੀ ਕਿਉਂਕਿ NGO ਆ ਅਸੀਂ ਇਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਾਂ ਤੇ ਹੁਣ ਲਗਭਗ ਕਾਫੀ ਕੁਝ ਪ੍ਰੂਵ ਵੀ ਹੋ ਚੁੱਕਿਆ ਹੈ ਸੋ ਰਵੀ ਸਿੰਘ ਖਾਲਸਾ ਏਡ ਵਾਲੇ ਕਹਿੰਦੇ ਨੇ ਇਹ ਵੀ ਇੱਕ NGO ਆ ਬਾਹਰ ਦੀ ਇੰਗਲੈਂਡ ਦੀ ਬੇਸ ਆ ਇਹਨਾਂ ਦੀ ਤੁਸੀਂ ਵੈਬਸਾਈਟ ਤੇ ਦੇਖਿਓ ਪੂਰਾ ਜਿਵੇਂ ਇੱਕ ਪ੍ਰਾਈਵੇਟ ਕੰਪਨੀ ਦਾ ਕੰਮ ਹੈ ਪੂਰੀ ਰਿਕਰੂਟਮੈਂਟ ਹੁੰਦੀ ਆ ਸਾਰਾ ਕੁਝ ਪੇਡ ਇਹਨਾਂ ਦੇ ਵਰਕਰ ਨੇ ਐਨੀਵੇ ਸੋ ਫੰਡਿੰਗ ਇਹਨਾਂ ਦੀ ਕਰੋੜਾਂ ਦੇ ਹਿਸਾਬ ਦੇ ਨਾਲ ਹੈ ਸੋ ਉਹ ਕਹਿੰਦੇ ਕਿ ਜਦੋਂ ਵੀ ਜਿੱਥੇ ਵੀ ਜਾ ਕੇ ਕੋਈ ਵੀ ਡਿਜ਼ਾਸਟਰ ਹੋਵੇ ਕਿਤੇ ਭੁੱਖ ਮਰੀ ਪਈ ਆ ਕਿਤੇ ਜੰਗ ਲੱਗੀ ਹੈ ਉੱਥੇ ਜਾ ਕੇ ਅਸੀਂ ਜਿਹਨੂੰ ਪਾਣੀ ਚਾਹੀਦਾ ਅਸੀਂ ਪਾਣੀ ਦਿੰਦੇ ਆ ਜਿਹਨੂੰ ਲੰਗਰ ਚਾਹੀਦਾ ਅਸੀਂ ਲੰਗਰ ਦਿੰਦੇ ਆ ਸੋ ਅਸੀਂ ਨੌਨ ਪੋਲੀਟੀਕਲ ਅਸੀਂ ਇੱਕ NGO ਆ ਮਤਲਬ ਕਿਉਂਕਿ NGO ਹਮੇਸ਼ਾ ਇਹੀ ਕਲੇਮ ਕਰਦੇ ਵੀ ਸਾਡਾ ਕੋਈ ਪੋਲੀਟੀਕਲ ਏਜੰਡਾ ਨਹੀਂ ਹੈ ਔਰ ਰੀਸੈਂਟ ਟਾਈਮ ਦੇ ਵਿੱਚ ਜੋ ਇਹ ਆਪਣੇ ਜਿਹੜਾ ਦੀਪ ਸਿੱਧੂ ਵਾਲਾ ਜਾਂ ਲੱਖੇ ਸਿਧਾਣੇ ਦਾ ਜੋ ਮਸਲਾ ਹੋਇਆ ਆ ਇਹਨਾਂ ਦੇ 3600 ਇਹਨਾਂ ਦੀਆਂ ਟਵੀਟ ਪਏ ਨੇ 3600 ਇਹਨਾਂ ਦੀਆਂ ਵੀਡੀਓ ਪਈਆਂ ਨੇ ਕਿ ਉਹ ਜਥੇਬੰਦੀਓ ਤੁਸੀਂ ਆਪਣੇ ਇਹ ਨੌਜਵਾਨਾਂ ਨੂੰ ਆਪਣੇ ਵਿੱਚ ਸ਼ਾਮਲ ਕਰੋ ਇਹਨੂੰ ਦੀਪ ਸਿੱਧੂ ਨੂੰ ਆਪਣੇ ਵਿੱਚ ਸ਼ਾਮਲ ਕਰੋ ਇਹਨੂੰ ਤੁਸੀਂ ਕਿਉਂ ਨਹੀਂ ਸ਼ਾਮਲ ਕਰਦੇ ਸੋ ਇਹ ਫਿਰ ਪੋਲੀਟੀਕਲ ਏਜੰਡਾ ਹੀ ਹੋਇਆ ਨਾ ਸੋ ਤੁਸੀਂ ਤੂੰ ਕੌਣ ਹੋਇਆ ਭਾਈ ਤੂੰ ਕਹਿੰਦਾ ਵੀ ਕਿਸਾਨਾਂ ਨੂੰ ਆਪਸ ਚ ਤੈਅ ਕਰ ਲੈਣ ਦੋ ਨਾ ਉਹ ਤੁਹਾਡਾ ਮਸਲਾ ਹੀ ਕਿਉਂ ਆ ਹਾਂ ਮੈਨੂੰ ਯਾਦ ਹੈ ਇੱਕ ਬਹੁਤ ਕਮਲੀਆਂ ਮਾਰੀਆਂ ਉਹਨੇ ਫੋਨ ਕਾਲ ਚੱਲ ਰਹੀ ਸੀ ਸਾਥੀ ਜੋਗਿੰਦਰ ਸਿੰਘ ਉਰਾਹਾਂ ਨਾਲ ਵੀ ਉਹ ਜਿਹੜੇ ਸਵਾਲ ਪੁੱਛ ਰਿਹਾ ਸੀਗਾ ਨਾ ਉਹਨਾਂ ਨੂੰ ਜੋਗਿੰਦਰ ਸਿੰਘ ਉਰਾਹਾਂ ਨੂੰ ਉਹਦੀ ਗੱਲ ਸੁਣ ਰਹੀ ਸੀ ਉਹਨਾਂ ਨੇ ਉਹ ਸਵਾਲ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਉਹਨਾਂ ਦਾ ਕੋਈ ਮੈਨੇ ਨਹੀਂ ਸੀ ਰੱਖਦੇ ਉਹਨਾਂ ਨੇ ਇਗਨੋਰ ਹੀ ਕੀਤੀਆਂ ਬਹੁਤ ਸਾਰੇ ਵਿੱਚ ਸਵਾਲ ਰਵੀ ਸਿੰਘ ਖਾਲਸਾ ਏਡ ਵਾਲਾ ਇੰਟਰਵਿਊ ਕਰ ਰਹੇ ਸੀ ਜੋਗਿੰਦਰ ਸਿੰਘ ਹਾਂਜੀ ਬਕਾਇਦਾ ਹਾਂਜੀ ਬਕਾਇਦਾ ਉਹ ਪਈ ਆ ਹੁਣ ਵੀ ਪਈ ਹੋਈ ਆ ਸੋ ਕਈ ਉਹਦੀਆਂ ਗੱਲਾਂ ਇਹੋ ਜਿਹੀਆਂ ਮੈਂ ਹੁਣ ਸ਼ਬਦ ਨਹੀਂ ਉਹਦੇ ਬਣਾ ਉਹਨਾਂ ਨੂੰ ਉਹ ਸੀਗੀਆਂ ਨਹੀਂ ਇਹੋ ਜਿਹੀਆਂ ਪਰ ਉਹਨਾਂ ਨੂੰ ਵੀ ਬਾਰ-ਬਾਰ ਇਹੀ ਕਹਿ ਰਿਹਾ ਸੀਗਾ ਕਿ ਤੁਸੀਂ ਉਹ ਨੌਜਵਾਨਾਂ ਨੂੰ ਸ਼ਾਮਲ ਨਹੀਂ ਕਰਦੇ ਇਹ ਨਹੀਂ ਕਰਦੇ ਉਹਨਾਂ ਨੇ ਵਰਥ ਨਹੀਂ ਸਮਝਿਆ ਵੀ ਮੈਂ ਹੁਣ ਕੀ ਇਹਨਾਂ ਡਿਬੇਟ ਕਰਾਂ ਨਾ ਸੋ ਮੈਨੂੰ ਪੱਕਾ ਯਕੀਨ ਆ ਵੀ ਆਪਣੇ ਜਿਹੜੇ ਗੁਰਾਹਾਂ ਵਾਲੇ ਸਾਥੀ ਨੇ ਇਹ ਜਿਹੜਾ ਇੰਟਰਨੈਸ਼ਨਲ ਕਬਾਲ ਹੈ ਇਹਦੀ ਗੱਲਬਾਤ ਉਹ ਸਮਝਦੇ ਨੇ ਐਨੀਵੇ ਸੋ ਇਹ ਮੈਂ ਇਹਦੀ ਅਨੂ ਜੀ ਹੋਰ ਵੀ ਵੇਖ ਰਿਹਾ ਸੀਗਾ ਜਦੋਂ ਅਸੀਂ ਸਾਰੇ ਜਾਣਦੇ ਹਾਂ ਵੀ ਕਿਸ ਤਰੀਕੇ ਨਾਲ ਇਹ ਜਿਹੜੀਆਂ ਇੰਪੀਰੀਅਲਿਸਟ ਜਿਹੜੀਆਂ ਤਾਕਤਾਂ ਨੇ ਸਾਮਰਾਜਵਾਦੀ ਤਾਕਤਾਂ ਨੇ ਉਹਨਾਂ ਨੇ ਲੀਬੀਆ ਦੇ ਵਿੱਚ ਜਾ ਕੇ ਕਰਨਲ ਗਦਾਫੀ ਨੂੰ ਕਿਵੇਂ ਖਤਮ ਕੀਤਾ ਰਲ ਮਿਲ ਕੇ ਸੋ ਇਹ ਲੀਬੀਆ ਵੀ ਗਿਆ ਸੀਗਾ ਉੱਥੇ ਵੀ ਇਹਨੇ ਲੰਗਰ ਉੱਥੇ ਵੀ ਲਾਇਆ ਸੀਗਾ ਉੱਥੇ ਵੀ ਇਹ ਡਟ ਕੇ ਉਹਦੇ ਖਿਲਾਫ ਆਪਣੇ ਕਰਨਲ ਗਦਾਫੀ ਦੇ ਖਿਲਾਫ ਬੋਲਦਾ ਸੀ ਵੀ ਚੰਗਾ ਹੋ ਗਿਆ ਇਹ ਸ਼ੈਤਾਨ ਦਾ ਅੰਤ ਹੋ ਗਿਆ ਸੋ ਬਿਲਕੁਲ 100% ਇਹਦਾ ਪੋਲੀਟੀਕਲ ਏਜੰਡਾ ਆ ਹਜੇ ਤੱਕ ਤੇ ਇਹ ਥੋੜਾ ਆ ਹਲੇ ਤਾਂ ਹੋਰ ਵੀ ਵਧੂਗਾ ਹੋਰ ਵੀ ਇਹ ਕੰਮ ਕਰਨਗੇ ਇਹ ਤਾਂ ਛੋਟਾ ਜਿਹਾ ਸੈਂਪਲ ਹੈ ਸੋ ਇਹ ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਖਾਲਸਾ ਏਡ ਦੀ ਵੀ ਉਹ ਕਿਵੇਂ
ਪੋਲੀਟੀਕਲੀ ਹੋ ਕੇ ਉੱਥੇ ਭਾਰਤ ਦੇ ਵਿੱਚ ਵਿਚ ਰਿਹਾ ਉਹਨਾਂ ਨੂੰ ਮਤਲਬ ਉਹਨਾਂ ਦਾ ਜਿਹੜਾ ਉਹ ਏਡ ਸੇਵਾ ਕਰਨ ਦਾ ਕੰਮ ਆ ਉਹਨੂੰ ਨਹੀਂ ਅਸੀਂ ਨਕਾਰ ਰਹੇ ਪਰ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਲੋਕਾਂ ਨੂੰ ਪਹਿਲਾਂ ਆਪਣੇ ਭਰੋਸੇ 'ਚ ਲੈ ਲਿਆ ਜਾਂਦਾ ਉਹ ਚੰਗੇ ਉਸ ਤਰ੍ਹਾਂ ਦੇ ਕੰਮ ਕਰਕੇ ਉਹ ਜਦੋਂ ਇੱਕ ਉਹ ਛਵੀ ਬਣ ਜਾਂਦੀ ਹੈ ਇੱਕ ਵਿਸ਼ਵਾਸ ਬਣ ਜਾਂਦਾ ਲੋਕਾਂ ਦਾ ਫਿਰ ਉਸ ਤੋਂ ਬਾਅਦ ਇਹ ਅਗਲੀਆਂ ਗੱਲਾਂ ਸ਼ੁਰੂ ਕਰਦੇ ਨੇ ਤਾਂ ਕਿ ਉਹ ਲੋਕਾਂ ਨੂੰ ਫਿਰ ਉਹ ਇੱਕਦਮ ਪਤਾ ਵੀ ਨਹੀਂ ਲੱਗਦਾ ਲੋਕਾਂ ਨੂੰ ਵੀ ਇਹ ਰਵੀ ਸਿੰਘ ਖਾਲਸਾ ਏਡ ਵਾਲਾ ਤੇ ਕੁਝ ਗਲਤ ਕਰ ਹੀ ਨਹੀਂ ਸਕਦਾ ਨਾ ਉਹ ਇਸ ਤਰ੍ਹਾਂ ਦੀ ਇੱਕ ਬਣ ਜਾਂਦੀ ਹੈ ਲੋਕਾਂ ਦੇ ਵਿੱਚ ਧਾਰਨਾ ਏਜੰਡੇ ਵੀ ਆਦੇ ਇੰਪਲੀਮੈਂਟ ਕਰਦਾ ਨਾ ਮੁੜ ਕੇ ਏਜੰਡੇ ਆਪ ਦੇ ਇੰਪਲੀਮੈਂਟ ਕਰੂਗਾ ਉਹ ਕੱਲ ਨੂੰ ਇਹ ਵੀ ਕਹੂਗਾ ਭਈ ਜਿਵੇਂ ਦੀਪ ਸਿੱਧੂ ਕਹਿੰਦਾ ਸੀਗਾ ਵੀ ਚਲੋ ਕੋਈ ਨਹੀਂ ਜਿੰਨੇ ਆ ਸ਼ਰਤਾਂ ਮੰਨ ਕੇ ਤੁਸੀਂ ਚਲੇ ਜਾਓ ਯਾਰ ਲੋਕੀ ਇੰਨੇ ਚਿਰਾਂ ਦੇ ਬੈਠੇ ਹੋਏ ਆ ਕਿਉਂਕਿ ਲੋਕਾਂ ਦੀ ਫੋਲੋਇੰਗ ਲੋਕੀ ਨੂੰ ਸੱਚਾ ਸੁੱਚਾ ਸਿੱਖ ਮੰਨ ਰਹੇ ਨੇ ਜਦ ਕਿ ਉਹ ਤੁਹਾਡੀਆਂ ਜੜ੍ਹਾਂ ਦੇ ਵਿੱਚ ਉਹ ਤੇਲ ਦੇ ਰਿਹਾ ਹੈ ਸੋ ਈਵਨ ਜਿਵੇਂ ਹੁਣ ਗ੍ਰੈਟਾ ਦੀ ਜਦੋਂ ਫੋਲੋਇੰਗ ਹੋਊਗੀ ਸਕੂਲਾਂ 'ਚ ਬਹੁਤ ਫੋਲੋਇੰਗ ਹੈ ਗ੍ਰੈਟਾ ਸਕੂਲਾਂ ਦੀ ਮੈਂ ਕਹਾਂ ਜੀ ਬਿਲਕੁਲ ਸਕੂਲਾਂ ਦੇ ਵਿੱਚ ਫੋਲੋਇੰਗ ਆ ਹਿੰਦੁਸਤਾਨ 'ਚ ਵੀ ਇਹਨੂੰ ਇੰਟਰੋਡਿਊਸ ਕਰਤਾ ਗਿਆ ਹਿੰਦੁਸਤਾਨ 'ਚ ਕੋਈ ਮੇਰਾ ਖਿਆਲ ਕੋਈ ਇਹੋ ਜਿਹਾ ਸ਼ਹਿਰ ਨਹੀਂ ਜਿੱਥੇ ਇਹਨਾਂ ਦਾ ਆਫਿਸ ਨਾ ਹੋਵੇ ਇਹਨਾਂ ਦੀਆਂ ਸੰਸਥਾ ਆਵਾਜ਼ ਦਾ ਤੇ ਪਰਪਸ ਦਾ ਤੇ ਜਿੱਥੇ ਇਹਨਾਂ ਦੇ ਕਰਿੰਦੇ ਨਾ ਹੋਣ ਜਿਵੇਂ ਉਹ ਰਵੀ ਦਿਸ਼ਾ ਇਹਨਾਂ ਦੀ ਕਰਿੰਦੀ ਆ ਉਹ ਬਿਲਕੁਲ ਉਹ ਜੇਲ੍ਹ ਤੋਂ ਬਾਹਰ ਆਊਗੀ ਉਹਨੂੰ ਹੀਰੋ ਬਣਾਇਆ ਜਾਊਗਾ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਆਊਗਾ ਉਹਨੂੰ ਹੀਰੋ ਬਣਾਇਆ ਜਾਊਗਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਨਵਾਂ ਲੀਡਰ ਤੁਹਾਡੇ ਸਾਹਮਣੇ ਖੜੇ ਕੀਤੇ ਜਾਣਗੇ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂਗਾ ਸੰਘਰਸ਼ ਦੇ ਵਿੱਚ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਬੰਦੇ ਸਾਨੂੰ ਇਹ ਵੀ ਦੋਸਤੋ ਪਤਾ ਹੈ ਕਿ ਇਹਨਾਂ ਦੇ ਚੁੰਗਲ ਦੇ ਵਿੱਚ ਆਪਣੀਆਂ ਜਥੇਬੰਦੀਆਂ ਦੇ ਬੰਦੇ ਵੀ ਫਸੇ ਹੋਏ ਆ ਅਸੀਂ ਨਾਂ ਨਹੀਂ ਲਵਾਂਗੇ ਉਹਨਾਂ ਦਾ ਉਹ ਸਮਝ ਜਾਣ ਉਹਨਾਂ ਨੂੰ ਤੈਅ ਕੀਤਾ ਜਾ ਰਿਹਾ ਹੈ ਵੀ ਇਹਨਾਂ ਦੇ ਚੁੰਗਲ ਚੋਂ ਬਾਹਰ ਆ ਜਾਓ ਜਿਹੜੀਆਂ ਜੁਝਾਰੂ ਜਥੇਬੰਦੀਆਂ ਨੇ ਪੜ੍ਹੇ ਲਿਖੇ ਜਿਹੜੇ ਆਪਣੇ ਨੌਜਵਾਨ ਨੇ ਇਹਨਾਂ ਦੇ ਚੁੰਗਲਾਂ 'ਚ ਫਸੇ ਹੋਏ ਨੇ ਮੈਨੂੰ ਲੱਗਦਾ ਵੀ ਜਿਹੜੇ ਪ੍ਰੋਗਰਾਮ ਸੁਣਨਗੇ ਆਪ ਹੀ ਸਮਝ ਜਾਣਗੇ ਸੋ ਇਹ ਗੱਲ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਹੀਰੋ ਬਣਾਇਆ ਜਾਊਗਾ ਫਿਰ ਇਹ ਆਪਣਾ ਉਹ ਆਲਰੇਡੀ ਆਪਣੇ ਉਹ ਜਿਹੜੀ ਉਹ ਟੂਲ ਕਿੱਟ ਵਾ ਉਹਨੂੰ ਜੀ ਟੂਲ ਕਿੱਟ ਵੀ ਆਪਣਾ ਸਮਝਾ ਦਈਏ ਥੋੜਾ ਜਿਹੜੇ ਕੀ ਟੂਲ ਕਿੱਟ ਮਤਲਬ ਕਿ ਸਾਡੇ ਕੋਲੇ ਜਦੋਂ ਤੁਸੀਂ ਸੰਘਰਸ਼ ਕਰਦੇ ਹੋ ਉਹਦੇ ਕੋਲੇ ਤੁਹਾਡੇ ਕੋਲੇ ਕਿਹੜੇ ਹਥਿਆਰ ਨੇ ਕਿਹੜੇ ਸਾਧਨ ਕਿਹੜੇ ਨੇ ਸੰਦ ਕਿਹੜੇ ਨੇ ਵੀ ਅੱਜ ਅਸੀਂ ਦਿੱਲੀ ਦੇ ਵਿੱਚ ਫਲੈਗ ਮਾਰਚ ਕਰਨਾ ਕੱਲ ਨੂੰ ਅਸੀਂ ਆਪਣੇ ਪਾਰਲੀਮੈਂਟ ਘੇਰਨੀ ਆ ਪਰਸੋਂ ਅਸੀਂ ਆਹ ਦਿਨ ਮਨਾਉਣਾ ਹੈ ਭੁੱਖ ਹੜਤਾਲ ਤੇ ਉਹ ਸਾਰੇ ਕਿਸਾਨ ਅੰਦੋਲਨ 'ਚ ਉਹ ਕਰ ਰਹੇ ਸੀ ਅਲੱਗ-ਅਲੱਗ ਚੀਜ਼ਾਂ ਤੇ ਇਹ ਜਿਹੜੀ ਟੂਲ ਕਿੱਟ ਆ ਹੁਣ ਤੁਹਾਨੂੰ ਇਹ ਗ੍ਰੈਟਾ ਥਰਨਬਰਗ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਟੂਲ ਕਿੱਟ ਆ ਉਹ ਤੁਹਾਨੂੰ ਇਹ ਦੱਸਣਗੇ ਹੁਣ ਵੀ ਕੀ ਕੁਝ ਤੁਸੀਂ ਕਰਨਾ ਹੈ ਇਹੀ ਤੇ ਦੀਪ ਸਿੱਧੂ ਕਹਿ ਰਿਹਾ ਸੀ ਵੀ ਅਸੀਂ ਸਾਡੇ ਜਿਹੜੇ ਭੀਸ਼ਮ ਪਿਤਾਮਾ ਨੇ ਅਜਮੇਰ ਸਿੰਘ ਉਹਨਾਂ ਨੂੰ ਸ਼ਾਮਲ ਕਰੋ ਉਹਨਾਂ ਕੋਲ ਵੀ ਬਹੁਤ ਕੁਝ ਆ ਤੁਹਾਡੇ ਅਸੀਂ ਸੁਰਤਿਆਂ ਨੂੰ ਦੱਸਦੇ ਜੀ ਅਸੀਂ ਉਹ ਮਿੱਟੀ ਜਿਹੜੀ ਪਾਈ ਸੀਗੀ ਉਹ ਅਸੀਂ ਹੁਣ ਫਰੋਲਣੀ ਸ਼ੁਰੂ ਕਰਤੀ ਆ ਕਿਉਂਕਿ ਇਹਨਾਂ ਨੇ ਜਿਹੜਾ ਨੁਕਸਾਨ ਬਹੁਤ ਕਰ ਚੁੱਕੇ ਨੇ ਔਰ ਕਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਫਲੋਣਾ ਪੈਣਾ ਆ ਸਾਨੂੰ ਸੋ ਐਨੀਵੇ ਸੋ ਅਗਰ ਬ੍ਰੇਕ ਲੈਣੀ ਹੋਈ ਭਾਰਤੀ ਜੀ ਤੁਸੀਂ ਮੈਨੂੰ ਇਸ਼ਾਰਾ ਕਰ ਦਿਓ ਸੋ ਜਾਂ ਜਾਰੀ ਰੱਖਣੀ ਹੈ ਗੱਲਬਾਤ ਨਹੀਂ ਜੀ ਆਪਾਂ ਜਾਰੀ ਰੱਖਾਂਗੇ ਗੱਲਬਾਤ ਤੁਸੀਂ ਵਿੱਚ ਆਪਣੀ ਗੱਲ ਕਰਦੇ ਰਹੋ ਫਿਰ ਮੈਨੂੰ ਵੀ ਥੋੜਾ ਸਾਹ ਆ ਜਾਊਗਾ ਸਾਥੀ ਦੀਪ ਸਿੱਧੂ ਹੋਣਾ ਦੇ ਜਿਹੜੇ ਹੈਗੇ ਉਹ ਜਿਹੜੇ ਬੇਸ਼ੱਕ ਜਿਹੜੇ ਬੰਦੇ ਹੈਗੇ ਵੀ ਉਹ ਜੇਲ੍ਹ 'ਚ ਪਰ ਮੈਂ ਸਮਝਦਾ ਵੀ ਯਾਦਵਿੰਦਰ ਰਾਣੀ ਉਹ ਥਾਂ ਲੈ ਲਈ ਉਹਨਾਂ ਨੇ ਪ੍ਰੋ ਪੰਜਾਬ ਵਾਲਾ ਜਿਹੜਾ ਯਾਦਵਿੰਦਰ ਆ ਉਹ ਬੰਦਾ ਉਸ ਪਾਸੇ ਨਾ ਕੋਈ ਹਰਜ ਨਹੀਂ ਇਸ ਗੱਲ ਤੇ ਨਾਂ ਲੈਣ ਵਾਲਾ ਵੀ ਜਿਹੜੀ ਨਵੇਂ ਮੁੜ ਕੇ ਜਿਹੜੀ ਹੈਗੀ ਆ ਹੁਣ ਜੋਗਿੰਦਰ ਸਿੰਘ ਰਾਹਾਂ ਦੇ ਨਾਲ ਉਹਦੀ ਜਿਹੜੀ ਹੈਗੀ ਆ ਇੰਟਰਵਿਊ ਆਈ ਆ ਉਹਦੇ ਵਿੱਚ ਜ਼ੋਰ ਦੇ ਰਿਹਾ ਮੁੜ ਕੇ ਜਿਹੜਾ ਹੈਗਾ ਪੂਰੇ ਜਿਹੜੀ ਜਿੰਨਾ ਚਿਰ ਉਹਨੇ ਲਾਇਆ ਅੱਧਾ ਪੌਣਾ ਘੰਟਾ ਉਹ ਇਸ ਗੱਲ ਦੇ ਉੱਤੇ ਲਾਇਆ ਕਿ ਤੁਸੀਂ ਮੁੜ ਕੇ ਵੀ ਜਿਹੜੀਆਂ ਜਿਹੜੇ ਹੈਗੀਆਂ ਵੀ ਵੱਧ ਅਧਿਕਾਰਾਂ ਦੀਆਂ ਗੱਲਾਂ ਦੀ ਮੁੜ ਕੇ ਜਿਹੜੀ ਭਾਵੇਂ ਕਹਿ ਨਹੀਂ ਰਿਹਾ ਪਰ ਮੋੜ ਕੇ ਜਦੋਂ ਕਿ ਉਹ ਜਵਾਬ ਦੇ ਰਿਹਾ ਸੀਗਾ ਉਹ ਲਾਈਨ ਉਹ ਸਿਆਸੀ ਗੱਲ ਕਰੀ ਜਾਂਦਾ ਸੀਗਾ ਉਹ ਜਿਹੜੀਆਂ ਸੀਗੀਆਂ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਵੀ ਜਿਹੜੀਆਂ ਸਾਡੀਆਂ ਆਰਥਿਕ ਮੰਗਾਂ ਉਹਦੀ ਉਹ ਗੱਲ ਵੀ ਸਾਡੇ ਯਾਰ ਏਜੰਡਾ ਹੀ ਆਹ ਯਾਨੀ ਉਹਦੇ ਮੇਰਾ ਕਹਿਣ ਦਾ ਭਾਵ ਉਹਦੇ 'ਚ ਸ਼ੱਕ ਪੈ ਰਹੀ ਮੁੜ ਕੇ ਬੰਦਾ ਇਹ ਵੀ ਤਿਲਕ ਰਿਹਾ ਮੁੜ ਕੇ ਜਿਹੜੀ ਉਹਨਾਂ ਦੇ ਪਾਸੇ ਨਾ ਜਾ ਰਿਹਾ ਜੀ ਤਿਲਕ ਨਹੀਂ ਰਿਹਾ ਮੈਂ ਆਪਣੀ ਪਹਿਲਾਂ ਵੀ ਗੱਲ ਹੁੰਦੀ ਸੀਗੀ ਯਾਦਵਿੰਦਰ ਸਿੰਘ ਨਿਊਜ਼ 18 ਤੋਂ ਕੰਮ ਕਰਦਾ ਠੀਕ ਹੈ ਨਾ ਜਿਹੜੀ ਉਹਨੇ ਪਹਿਲਾਂ ਕਿਤਾਬ ਲਿਖੀ ਹੈ ਜਿਹੜੀ ਆਪਾਂ ਇੱਥੇ ਚਰਚਾ ਵੀ ਕੀਤੀ ਸੀਗੀ ਕਿਹੜੀ ਆ ਜੀ ਉਹ ਸੰਵਾਦੇ ਪੰਜਾਬ ਕੁਛ ਏਦਾਂ ਹੀ ਮੈਨੂੰ ਹੁਣ ਟਾਈਟਲ ਭੁੱਲ ਗਿਆ ਉਹਦੇ ਵਿੱਚ ਉਹਨੇ ਜੋ ਪ੍ਰੋਪੇਗੈਂਡਾ ਕੀਤਾ ਜੁਝਾਰੂ ਸਾਥੀਆਂ ਦੇ ਖਿਲਾਫ ਉਹ ਬਿਲਕੁਲ ਸਾਥੀ ਜੀ ਮੈਂ ਇਹੀ ਗੱਲ ਆਪਣੀ ਹੁਣ ਪਹਿਲਾਂ ਵੀ ਹੁੰਦੀ ਸੀਗੀ ਨਿਊਜ਼ 18 ਕਿਹਨੂੰ ਨਹੀਂ ਪਤਾ ਅੰਬਾਨੀ ਦਾ ਚੱਲਣ ਵਾ ਉਹ ਨਿਊਜ਼ 18 ਦੇ ਬੈਨਰ ਦੇ ਹੇਠ ਨੂੰ ਉੱਥੇ ਕਿਸਾਨ ਜਥੇਬੰਦੀਆਂ ਵੜਨ ਦਿੰਦੀਆਂ ਉਹਨੂੰ ਨਾਂ ਤੇ ਆਪਾਂ ਨੂੰ ਬਦਲਣਾ ਪੈਣਾ ਸੀਗਾ ਨਾ ਉਹ ਮਜਬੂਰੀ ਸੀ ਉਹਦੀ ਸਾਥੀ ਜੀ ਹੁਣ ਤੇ ਉਹ ਤੈਅ ਹੋ ਗਿਆ ਇਹ ਤੇ ਚਲੋ ਠੀਕ ਹੈ ਇਹਦਾ ਹੋਊਗਾ ਜਿਹੜਾ ਉਹ ਦੂਸਰਾ ਚੈਨਲ ਆ ਔਨ 에ਅਰ ਉਹ ਤੇ ਹੈਗਾ ਦੀਪ ਸਿੱਧੂ ਜਿਹੜਾ ਫਿਲਮ ਪ੍ਰੋਡਿਊਸਰ ਆ ਕੀ ਦੇਵਗਨ ਜਿਹੜੀਆਂ ਇਹ ਜੋਰਾ 10 ਨੰਬਰੀ ਜਿਹੜੀਆਂ ਫਿਲਮਾਂ ਬਣਾਉਂਦਾ ਹੈ ਉਹ ਜਿਹੜਾ ਫਿਲਮ ਪ੍ਰੋਡਿਊਸਰ ਆ ਸਮਥਿੰਗ ਦੇਵਗਨ ਉਹ
ਐਨੀਵੇ ਹੁਣ ਆਪਣਾ ਵਿਸ਼ਾ ਉਧਰ ਨੂੰ ਚੱਲ ਜਾਣਾ। ਉਹ ਤੇ ਉਹਦੀਆਂ ਜਦੋਂ ਇਹਨਾਂ ਦੇ ਸ਼ੰਭੂ ਬਾਰਡਰ ਤੇ ਬੈਠੇ ਸੀਗੇ, ਉਹ ਕਹਿੰਦਾ ਵੀ ਤੇ ਇਹ ਸਭ ਤੋਂ ਵਧੀਆ ਮੌਕਾ ਤੇਰਾ ਇੱਥੇ ਪੋਲਿਟਿਕਸ ਮਤਲਬ ਇੱਕ ਉਹਨੂੰ ਕਮਰਸ਼ੀਅਲ ਪ੍ਰੋਜੈਕਟ ਲੈ ਕੇ ਚੱਲੇ ਹੋਏ, ਜਿਸ ਤਰ੍ਹਾਂ ਫਿਲਮਾਂ ਕਮਰਸ਼ੀਅਲ ਬਣਦੀਆਂ ਨੇ ਉਸ ਤਰ੍ਹਾਂ ਇਹ ਕਿਸਾਨ ਅੰਦੋਲਨ ਚ ਐਂਟਰੀ ਮਾਰਨਾ ਇੱਕ ਕਮਰਸ਼ੀਅਲ ਪ੍ਰੋਜੈਕਟ ਹੈ। ਬਿਲਕੁਲ ਇਹ ਸਾਮਰਾਜ ਦੇ ਜਿਹੜੇ ਨਵੇਂ ਇਹ ਜਿਹੜੀਆਂ ਟੂਲ ਕਿਟ ਨੇ ਇਹਨਾਂ ਦੇ, ਇਹ ਟੂਲਸ ਨੇ ਇਹਨਾਂ ਦੇ ਸੰਦ ਨੇ ਇਹ ਵਰਤਣ ਵਾਸਤੇ। ਔਰ ਇਹ ਜਿਹੜੇ ਇਹਨੂੰ ਜਿਹੜੀਆਂ ਸੰਸਥਾਵਾਂ ਨੇ, ਆਵਾਜ਼ ਹੋ ਗਈ, ਪਰਪਸ ਹੋ ਗਈ, ਜਾਂ ਹੋਰ ਇਹਨਾਂ ਦੇ ਜਿਹੜੇ ਹੈਗੇ ਨੇ, ਇਹ ਆਪਣੇ ਉਹਦੇ ਚ ਖੁੱਲੇ ਤੌਰ ਤੇ ਇਹ ਆਪਣੀਆਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਏਜੰਡੇ ਨੇ ਨਾ, ਉਹਦੇ ਚ ਕਹਿ ਰਹੇ ਨੇ ਕਿ ਅਸੀਂ ਨੌਜਵਾਨਾਂ ਨੂੰ ਟਾਰਗੇਟ ਕਰ ਰਹੇ ਹਾਂ, ਜਿਹੜੇ ਉਹ ਸੈਸ਼ਨ ਲਾ ਰਹੇ ਨੇ ਦੁਨੀਆ ਦੇ ਵਿੱਚ ਵੱਖਰੇ ਵੱਖਰੇ ਜਗ੍ਹਾ ਦੇ ਉੱਪਰ। ਸਾਥੀ ਜੀ ਇੱਕ ਸ਼ਬਦ ਇਹ ਜਿੰਨੀਆਂ ਸੰਸਥਾਵਾਂ ਨੇ, ਇੱਕ ਸ਼ਬਦ ਇਹ ਪੂੰਜੀਵਾਦ ਦੇ ਖਿਲਾਫ ਨਹੀਂ ਬੋਲਦੇ, ਇੱਕ ਸਿੰਗਲ ਸ਼ਬਦ ਨਹੀਂ ਇਹ ਬੋਲਦੇ। ਜਿਹੜਾ ਸਾਡਾ ਉਹ ਜਿਹੜਾ ਸਾਰੀਆਂ ਜਿਹੜੀਆਂ ਵੱਡੀਆਂ ਜਿਹੜੇ এনवायरमेंट ਨੂੰ ਜਾਂ ਜੋ ਇਹ ਚੱਲ ਰਿਹਾ ਹੈ ਅਨਇਕੁਐਲਿਟੀ ਹੈ ਜਿਹੜਾ ਕਾਰਨ ਆ, ਇੱਕ ਸ਼ਬਦ ਨਹੀਂ ਉਹਦੇ ਬਾਰੇ ਚ ਬੋਲਦੇ। ਸੋ ਦੋਸਤੋ, ਇਹ ਤੇ ਗ੍ਰੈਟਾ ਦੀ ਗੱਲ ਹੋਈ ਹੈ ਵੀ ਆਪਾਂ ਬਾਰ-ਬਾਰ ਗੱਲ ਕਰਦੇ ਜਾਵਾਂਗੇ। ਇਹਦੇ ਵਿੱਚ ਜਿਹੜਾ ਹੁਣ ਰਿਹਾਨਾ ਦਾ ਸਾਡੇ ਹੱਕ ਦੇ ਵਿੱਚ ਟਵੀਟ ਆਇਆ, ਦੂਸਰੀ ਜਿਹੜੀ ਆ ਉਹ ਕੀ ਮੀਆਂ ਖਲੀਫਾ ਦਾ ਆਇਆ, ਹੋਰ ਵੀ ਆਉਣਗੇ, ਜਿਹੜਾ ਉਹਦਾ ਵੀ ਆਪਣੇ ਕਮਲਾ ਹੈਰਿਸ ਦੀ ਆ ਕੋਈ ਭਾਣਜੀ, ਮੀਨਾ ਹੈਰਿਸ। ਉਹ ਭਰਾਵੋ ਮੇਰੀ ਗੱਲ ਸੁਣੋ, ਇਹ ਜੇ ਟਰੰਪ ਚਲਾ ਗਿਆ ਨਾ, ਜੇ ਇਹ ਨਵਾਂ ਜੋ ਬਾਈਡਨ ਆ ਗਿਆ, ਇਹ ਬਿਲਕੁਲ ਉਹੀ ਹੈ। ਇਹ ਘੱਟ ਨਹੀਂ ਹੈਗਾ। ਓਬਾਮੇ ਨੇ ਕੀ ਕੁਛ ਕੀਤਾ ਸੀਗਾ, ਉਹ ਦੁਨੀਆ ਦੇ ਵਿੱਚ ਜਿਹੜੀਆਂ ਸਾਇਲੈਂਟ ਵਾਰ ਸੀਗੀਆਂ, ਓਬਾਮੇ ਦੇ ਟਾਈਮ ਦੇ ਉੱਪਰ ਜਿਹੜੇ ਆਹ ਡਰੋਨ ਅਟੈਕ ਜਿਹੜੇ ਹੋਏ ਨੇ, ਜਿੰਨੇ ਉਹ ਬੰਦੇ ਮਰੇ ਨੇ ਸਾਊਦੀ ਅਰੇਬੀਆ। ਉਹ ਵੀ ਗੱਲ ਕਰਾਂਗੇ ਅਸੀਂ, ਜਿਹੜਾ ਨਿਊਜ਼ੀਲੈਂਡ ਵੀ ਇਨਵੋਲਵ ਆ, ਉਹ ਵੀ ਗੱਲ ਕਰਾਂਗੇ ਕਿ ਸਾਡੇ ਹੱਥਾਂ ਤੇ ਵੀ ਖੂਨ ਨਾਲ ਬੇਕਸੂਰ ਲੋਕਾਂ ਨੇ ਨਿਊਜ਼ੀਲੈਂਡ ਦੀ ਸਰਕਾਰ ਦੇ। ਸੋ ਐਨੀਵੇ, ਇਹ ਇਸ ਟਾਈਮ ਜੇ ਹਿੰਦੁਸਤਾਨ ਦੇ ਵਿੱਚ, ਕਿਉਂਕਿ ਇਹ ਬੰਦੇ ਨੈਸ਼ਨਲੀ ਵੀ ਵੜ ਨੇ ਇਹਨਾਂ ਦੇ ਵਿੱਚ ਤੇ ਇੰਟਰਨੈਸ਼ਨਲ ਵੀ ਵੜਨਗੇ, ਠੀਕ ਹੈ ਨਾ। ਸੋ ਖਾਸ ਕਰਕੇ ਕਿਉਂਕਿ ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ, ਇਹਦੇ ਚ ਕੋਈ ਸ਼ੱਕ ਨਹੀਂ ਨਾ। ਬਿਲਕੁਲ। ਸੋ ਪੰਜਾਬ ਦੇ ਵਿੱਚ ਇਹ ਸੰਘਰਸ਼ ਨੂੰ ਤਾਰ-ਪੀੜੋ ਕਰਨ ਵਾਸਤੇ ਸਿਰਫ ਇੱਕ ਤੇ ਇੱਕ ਏਜੰਡਾ ਖਾਲਿਸਤਾਨ ਦਾ, ਜਿਹਦੇ ਵਿੱਚ ਇਹ ਸਾਰੇ ਸੰਘਰਸ਼ ਨੂੰ ਇਹਨੂੰ ਲੀਹੋਂ ਲਾਇਆ ਜਾ ਸਕਦਾ। ਔਰ ਜ਼ੋਰ ਲੱਗਿਆ ਹੋਇਆ, ਪੂਰਾ ਜ਼ੋਰ ਲੱਗਿਆ ਹੋਇਆ ਆ ਦੇਸੀ ਤਾਕਤਾਂ ਦਾ ਵੀ ਤੇ ਇੰਟਰਨੈਸ਼ਨਲ ਤਾਕਤਾਂ ਦਾ ਵੀ। ਔਰ ਮੋਦੀ ਨੂੰ ਉਹ ਬਹੁਤ ਜ਼ਿਆਦਾ ਉਹ ਰਾਸ ਆ ਰਿਹਾ ਹੈ। ਮਤਲਬ ਫਿਲਹਾਲ ਉਹਨੂੰ ਇੱਕ ਧਾਰਮਿਕ ਰੰਗਤ ਦੇਣ ਦੀਆਂ ਤੇ ਕੋਸ਼ਿਸ਼ਾਂ ਕਈ ਵਾਰ ਕਰ ਚੁੱਕੀ ਹੈ। ਜਿਹੜਾ ਉਹ 26 ਜਨਵਰੀ ਵਾਲਾ ਵੀ ਸੀ, ਜਿਹੜਾ ਉੱਥੇ ਨਿਸ਼ਾਨ ਸਾਹਿਬ ਚਲਾਉਣਾ, ਮਤਲਬ ਕਿ ਕਿਸਾਨੀ ਸੰਘਰਸ਼ ਆ, ਉਹਦਾ ਧਰਮ ਨਾਲ ਕਿਸ ਤਰ੍ਹਾਂ ਤੁਸੀਂ ਉਹਦਾ ਸੰਪਰਕ ਬਣਾ ਲਿਆ ਨਾ। ਸੋ ਉਹ ਧਾਰਮਿਕ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਤੇ ਚੱਲ ਰਹੀਆਂ ਨੇ। ਸੋ ਉਹ ਹੌਲੀ ਹੌਲੀ ਅੱਗੇ ਜਾ ਕੇ ਉਹਦੀ ਡਿਵੈਲਪਮੈਂਟ ਜਾਂ ਉਹਨੂੰ ਇਵੋਲਵ ਇਸ ਪਾਸੇ ਨੂੰ ਕਰਨਗੇ ਕਿ ਉਹ ਖਾਲਿਸਤਾਨ ਵਾਲਾ। ਸਿਰਸਾ ਵੀ ਜ਼ੋਰ ਲਾ ਰਿਹਾ ਇਸੇ ਪਾਸੇ ਬਣ ਕੇ, ਅੱਜ ਦੀ ਸਿਰਸਾ ਦੇ ਬਣ ਕੇ ਉਹਨਾਂ ਦੀ ਅਗਵਾਈ ਕਰ ਰਿਹਾ। ਜਿਹੜੇ ਬਣ ਕੇ ਪੰਜਾਬ ਦੇ ਵਿੱਚ ਬੰਦੇ ਉਹਨੂੰ ਕਹਿੰਦੇ ਵੀ ਇਹ ਤਾਂ ਨੌਜਵਾਨ ਤੇ ਸਾਰੀ ਇੱਧਰ ਫਿਰਦੀ, ਮੁੜ ਕੇ ਇਹਨਾਂ ਨੂੰ ਘੱਟੋ ਘੱਟ ਵੀ ਲੈਣਾ ਚਾਹੀਦਾ, ਵਿਸ਼ਵਾਸ ਵਿੱਚ ਲੈਣਾ ਚਾਹੀਦਾ। ਉਹ ਕਹਿ ਰਿਹਾ ਮੁੜ ਕੇ ਜਥੇਬੰਦੀਆਂ ਨੂੰ। ਇਹ ਜਿਹੜੀ ਹੈ ਇਸ ਤਰ੍ਹਾਂ ਇਹ ਗੱਲ ਚੱਲਦੀ, ਧਿਆਨ ਦੇਣ ਵਾਲੀ ਗੱਲ ਆ ਵੀ ਜੇ ਇੱਧਰ ਧਿਆਨ ਨਾ ਦਿੱਤਾ ਤਾਂ ਘੱਟੋ ਘੱਟ ਜਿਹੜੀ ਗੱਲ ਹੈਗੀ ਆ ਵੀ ਇਸ ਗੱਲ ਦੇ ਵਿੱਚ ਜਿਹੜੀ ਸਰਕਾਰ ਜਿਹੜੀ ਹੈਗੀ ਆ ਵੀ ਉਹ ਧਿਆਨ ਰੱਖ ਰਹੀ ਆ, ਉਹ ਇਹਨਾਂ ਨੂੰ ਪ੍ਰਮੋਟ ਕਰਕੇ ਅੱਗੇ ਲਿਆ ਰਹੀ ਆ। ਬਿਲਕੁਲ, ਕੱਲ ਉਹ ਬਾਹਰ ਆ ਜਾਣਗੇ ਤਾਂ ਉਹ ਆ ਜਾਣਗੇ ਇਸ ਵਾਸਤੇ ਮੁੜ ਕੇ। ਜਿਹੜੀ ਇਹ ਗੱਲ ਦਾ ਇਹ ਗੱਲ ਬਿਲਕੁਲ ਠੀਕ ਆ ਵੀ ਘੱਟੋ। ਸਾਥੀ ਜੀ ਇੱਕ ਨਾਲ ਗੱਲ ਜੁੜਦੀ ਹੈ ਵੀ ਜਿਹੜੇ ਲਾਲ ਕਿਲੇ ਤੋਂ ਜਾਂ ਲਾਲ ਕਿਲੇ ਤੋਂ ਬਾਹਰ ਜਿਹੜੇ ਹੁਣ 37 ਤੱਕ ਆਪਣੀਆਂ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਦੇ ਨਾਲ 37 ਬਾਹਰ ਵੀ ਬੰਦੇ ਆ ਚੁੱਕੇ ਨੇ, ਉਹਨਾਂ ਦੇ ਵਿੱਚੋਂ ਕਿਉਂ ਨਹੀਂ ਕੋਈ ਹੀਰੋ ਬਣਾਇਆ ਗਿਆ? ਜਿਹਨੇ ਮੁੰਡੇ ਨੇ ਝੰਡਾ ਚੜਾਇਆ, ਜੁਝਾਰ ਸਿੰਘ, ਉਹਦਾ ਨਾਮ ਮਤਲਬ ਉਹਨੂੰ ਕਿਉਂ ਹੀਰੋ ਬਣਾਇਆ ਗਿਆ? ਦੀਪ ਸਿੱਧੂ ਨੂੰ ਕਿਉਂ ਹੀਰੋ ਬਣਾਇਆ ਜਾਊਗਾ? ਇਹ ਵੀ ਬਹੁਤ ਧਿਆਨ ਰੱਖ, ਕਿਉਂਕਿ ਐਨੀਵੇ ਸੋ ਇਹ ਬਾਅਦ ਚ ਆਪਾਂ ਗੱਲਬਾਤ ਕਰਦੇ, ਆਪਣੇ ਕੋਲ ਅੱਧਾ ਘੰਟਾ ਰਹਿ ਗਿਆ ਹੋਰ। ਸੋ ਦੋਸਤੋ, ਇਹ ਬੰਦਾ ਆ ਮੋਹ ਧਾਰੀਵਾਲ, ਕੈਨੇਡਾ ਦਾ ਵਸਨੀਕ ਹੈ। ਸੋ ਇਹ ਇੱਕ ਕੜੀ ਜਿਹੜਾ ਬਣਦਾ ਆ, ਇਹ ਸਾਰਾ ਗ੍ਰੈਟਾ ਥਨਬਰਗ, ਰਿਹਾਨਾ ਤੇ ਆਪਣੇ ਜਿਹੜਾ ਦੂਸਰਾ ਮੀਆਂ ਖਲੀਫਾ ਤੇ ਕੋਈ ਖਾਸ ਨਹੀਂ ਆਇਆ ਵੈਸੇ, ਜਿਹੜਾ ਰਿਹਾਨਾ ਨੂੰ ਵੀ ਜਿਹੜੀ ਇਹ ਦੋਸਤੋ ਜਿਹੜੀ ਇਹ ਸਾਨੂੰ ਬਿਲਕੁਲ ਇਹ ਖਬਰ ਬਿਲਕੁਲ ਸਹੀ ਆ ਔਰ ਸਾਨੂੰ ਪੂਰਾ ਯਕੀਨ ਆ, ਕਿਉਂਕਿ ਅਸੀਂ ਇਹਨਾਂ ਨੂੰ ਮੈਂ ਆਪਣੀ ਇੰਡੀਪੈਂਡੈਂਟ ਵੀ ਅਸੀਂ ਕੀਤੇ, ਹੋਰ ਵੀ ਖੁਲਾਸੇ ਕਰਾਂਗੇ। ਇਹ ਜਿਹੜਾ ਪ੍ਰਿੰਟ ਭਾਰਤ ਦਾ ਅਖਬਾਰ ਆ, ਬਹੁਤ ਜ਼ਬਰਦਸਤ ਇਹ ਅਖਬਾਰ ਹੈ, ਬਹੁਤ ਇਹਨਾਂ ਦੀਆਂ ਹਮੇਸ਼ਾ ਤੁਸੀਂ ਜਾਣਦੇ ਇਹਨਾਂ ਦਾ ਹਮੇਸ਼ਾ ਵਧੀਆ ਹੁੰਦਾ ਇਹਨਾਂ ਦਾ। ਸੋ ਇਹ ਜਿਹੜੀ ਪੇਮੈਂਟ ਆ,
ਇਹਦੀਆਂ ਦੋ ਸੰਸਥਾਵਾਂ ਨੇ ਜੀ ਬੇਸਿਕਲੀ। ਇੱਕ ਤੇ ਇਹਦੀ ਹੈਗੀ ਆ ਪੋਇਟਿਕ ਜਸਟਿਸ ਫਾਊਂਡੇਸ਼ਨ। ਇਹ ਤੇ ਹੈਗੀ ਇਹਦੀ ਕਿ ਜਿਵੇਂ ਇੱਕ NGO ਵਾਲਾ ਕੰਮ ਹੈ ਹਨਾ, NGO ਸੰਸਥਾ ਹੈ ਵੀ ਇਨਇਕੁਆਲਿਟੀ ਇਹ ਉਹ ਹੈ। ਤੇ ਇਹ ਜਿਹੜਾ ਇਹਦਾ ਇੱਕ ਹੋਰ ਆ ਜਿਹੜਾ ਸਭ ਤੋਂ ਖਤਰਨਾਕ ਹੈ ਜਿਹੜੀ ਹੋਰ ਸੰਸਥਾ ਆ, ਉਹ ਹੈਗੀ ਆ ਸਕਾਈ ਰਾਕਟ। ਸੋ ਸਕਾਈ ਰਾਕਟ ਦੋਸਤੋ ਹੈਗੀ ਆ ਇੱਕ PR ਸੰਸਥਾ, ਪਬਲਿਕ ਰਿਲੇਸ਼ਨ। ਸੋ ਇਹ ਤੇ ਆਪਾਂ ਥੋੜੀ ਅੱਜ ਗੱਲਬਾਤ ਕਰਾਂਗੇ। ਸੋ ਦੋਸਤੋ ਪਬਲਿਕ ਰਿਲੇਸ਼ਨ ਕੀ ਹੈ? ਸੋ ਜਿੰਨੇ ਵੀ ਵੱਡੇ ਕਾਰਪੋਰੇਟ ਨੇ, ਘਰਾਣੇ ਨੇ, ਉਹਨਾਂ ਦਾ ਹਮੇਸ਼ਾ ਇੱਕ PR ਡਿਪਾਰਟਮੈਂਟ ਹੁੰਦਾ ਹੈ, ਜਾਂ ਉਹਨਾਂ ਦਾ ਆਪਣਾ ਹੁੰਦਾ ਹੈ ਜਾਂ ਫਿਰ ਦੂਜਿਆਂ ਦੇ ਕੋਲੋਂ ਉਹ ਬੰਦੇ ਹਾਇਰ ਕਰ ਸਕਦੇ ਨੇ, ਕੰਸਲਟੈਂਟ ਜਾਂ ਕੰਟਰੈਕਟਰ। ਹਾਂਜੀ। ਪਬਲਿਕ ਰਿਲੇਸ਼ਨ ਦਾ ਡਿਪਾਰਟਮੈਂਟ ਕੀ ਹੈ ਕਿ ਸਹੀ ਨੂੰ ਗਲਤ ਸਾਬਤ ਕਰਨਾ ਤੇ ਗਲਤ ਨੂੰ ਸਹੀ ਕਰ ਸਕਣਾ, ਆਪਣੇ ਜਿਹੜੇ ਵੱਡੇ ਕਾਰਪੋਰੇਟ ਏਜੰਡੇ ਨੂੰ ਪ੍ਰਮੋਟ ਕਰਨ ਵਾਸਤੇ। ਸੋ ਦੋਸਤੋ ਪਬਲਿਕ ਰਿਲੇਸ਼ਨ ਦੀ ਆਪਾਂ ਥੋੜੀ ਜਿਹੀ ਆਪਾਂ ਹਿਸਟਰੀ ਤੇ ਜਾਵਾਂਗੇ। ਇਹ ਮੇਰੇ ਖਿਆਲ ਸਰੋਤਿਆਂ ਨੂੰ ਕਾਫੀ ਜਿਹੜੀ ਗੱਲ ਇੰਟਰਸਟਿੰਗ ਲੱਗੂਗੀ। ਇੱਕ ਤਰ੍ਹਾਂ ਦਾ ਮਾਰਕੀਟਿੰਗ ਥੋੜੀ ਅਲੱਗ ਹੋ ਜਾਂਦੀ ਹੈ। ਜਿਵੇਂ ਆਪਾਂ ਅੱਜ ਕੱਲ ਆਪਣੀ ਮਸ਼ਹੂਰ ਆ ਗੱਲ IT ਸੈੱਲ ਆ ਜੀ BJP ਦਾ। ਹਾਂ, ਉਹ ਪਬਲਿਕ ਰਿਲੇਸ਼ਨਸ, ਉਹ PR, ਇਹ ਅਸਲ ਦੇ ਵਿੱਚ ਉਹ PR ਹੈ ਹਨਾ। ਲੋਕਾਂ ਦੇ ਵਿੱਚ ਜਿਹਨੂੰ ਕਾਮਰੇਡ ਗਰਮਸ਼ੀ ਜਿਹਨੂੰ ਹੈਜਮਨੀ ਕਹਿੰਦੇ ਨੇ ਹਨਾ। ਹੈਜਮਨੀ ਮਤਲਬ ਕਿ ਜਿਹੜੀ ਜਿਹਨੂੰ ਮੈਨੂਫੈਕਚਰਿੰਗ ਕੰਸੈਂਟ, ਲੋਕਾਂ ਦੀ ਸਹਿਮਤੀ ਬਣਾਉਣੀ ਕਿਸੇ ਚੀਜ਼ ਪ੍ਰਤੀ ਗਲਤ ਚੀਜ਼ਾਂ ਨਾਲ ਆਪਣੇ ਫਾਇਦੇ ਵਾਸਤੇ ਸਹਿਮਤੀ ਬਣਾਉਣੀ ਲੋਕਾਂ ਦੀ, ਨਾ ਕਿ ਸਹੀ ਤਰੀਕੇ ਨਾਲ ਐਨਾਲਿਸਿਸ ਕਰਕੇ ਕਿਸੇ ਚੀਜ਼ ਦਾ ਉਹਦੀ ਸਹਿਮਤੀ ਬਣਾਉਣੀ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਆਪਾਂ ਲੜੀਵਾਰ ਕਰਨਾ ਫਿਰ ਆਪਾਂ। ਸੋ ਦੋਸਤੋ ਇਹਦੇ ਵਿੱਚ ਕਿਉਂਕਿ ਜਿਹੜੇ ਆਪਣੇ ਪ੍ਰੋਗਰੈਸਿਵ ਸਾਥੀ ਨੇ ਉਹਨਾਂ ਨੇ ਸਿਗਮੰਡ ਫਰੋਇਡ ਦਾ ਨਾਮ ਬਹੁਤ ਸੁਣਿਆ ਹੋਊਗਾ। ਜਿਹੜੀ ਖਾਸ ਉਹਦੀ ਕਿਤਾਬ ਹੈਗੀ ਹੈ ਜੀ ਪੰਜਾਬੀ ਦੇ ਵਿੱਚ ਜਿਹੜਾ ਤਰਜਮਾ ਹੋਇਆ, ਕੀ ਨਾਮ ਉਹਦਾ? ਸੁਪਨਿਆਂ ਬਾਰੇ ਜਿਹੜੇ, ਹਾਂਜੀ ਕੀ ਨਾਮ ਕੀ ਉਹਦਾ, ਬਹੁਤ ਮਸ਼ਹੂਰ। ਐਨੀਵੇ ਮਨੋਵਿਗਿਆਨੀ। ਸੋ ਉਹਨਾਂ ਦੇ ਭਾਣਜੇ ਨੇ, ਉਹਨਾਂ ਦਾ ਨਾਂ ਆ ਐਡਵਰਡ ਬਰਨੇਜ਼। ਸੋ ਇਹ 1891 ਨੂੰ ਇਹ ਜੰਮਦੇ ਨੇ ਤੇ 1995 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ। ਸੋ ਇਹ ਜਿਹੜਾ ਬੰਦਾ ਆ ਇਹ ਅਸਲ ਦੇ ਵਿੱਚ ਇਹ ਇਨਵੈਂਟਰ ਕੀ ਕਹਾਂਗੇ ਆਪਾਂ, ਖੋਜੀ। ਇਹ ਸਭ ਤੋਂ ਪਹਿਲਾ ਬੰਦਾ ਜਿਹਨੇ ਇਹ ਲੋਕਾਂ ਦੇ ਵਿੱਚ ਇਹ PR ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਸਾਬਤ ਕਰਨਾ, ਉਹ ਇਹ ਬੰਦਾ ਲੈ ਕੇ ਆਇਆ ਆ। ਸੋ ਇਹ ਸਿਗਮੰਡ ਫਰੋਇਡ ਦਾ ਇਹ ਭਾਣਜਾ ਹੈ। ਠੀਕ। ਔਰ ਇਹ ਅਨੂ ਜੀ ਵੇਖੋ, ਇਹ ਹੁਣ ਇਹਦੀ 1920 ਦੇ ਵਿੱਚ ਇਹਨੇ ਜਿਹੜੀ ਪਹਿਲੀ ਜਿਹੜਾ ਇਹਨੇ ਕੰਮ ਕੀਤਾ ਉਹ ਇਹ ਕੀਤਾ, ਇਹ ਜਿਹੜੀ ਆਪਣੀ ਅਮਰੀਕਨ ਟੋਬੈਕੋ ਕੰਪਨੀ ਆ ਬਹੁਤ ਵੱਡੀ ਆ। ਇੱਕ ਹੈਗੀ ਆ ਬ੍ਰਿਟਿਸ਼ ਟੋਬੈਕੋ ਕੰਪਨੀ, ਇੱਕ ਅਮਰੀਕਨ ਟੋਬੈਕੋ ਕੰਪਨੀ ਆ। ਠੀਕ ਹੈ। ਬਹੁਤ ਇਹ ਵੱਖਰਾ ਟੌਪਿਕ ਆ ਇਹ ਦੁਨੀਆ ਦੇ ਵਿੱਚ ਇਹਨਾਂ ਨੇ ਕੀ ਕੁਛ ਕੀਤਾ। ਸੋ ਇਹਦਾ ਜਿਹੜਾ ਇਹਦਾ ਕੰਪਨੀ ਦਾ ਬੌਸ ਆ ਜਾਰਜ W ਹਿੱਲ, ਉਹ ਇਹਨੂੰ ਕੰਸਲਟ ਕਰਦਾ ਹੈ ਵੀ ਯਾਰ ਬੰਦੇ ਤੇ ਸਿਗਰਟਾਂ ਬਹੁਤ ਪੀਂਦੇ ਪਏ ਨੇ, ਭਈ ਇਹ ਨਾ ਕੁਛ ਲੋਕਾਂ ਦੇ ਵਿੱਚ ਕੁਛ ਇਹੋ ਜਿਹਾ ਕਲਚਰ ਵਾ ਜਾਂ ਕੁਛ ਇਹੋ ਜਿਹਾ ਕੁਛ ਹੈ ਆ ਜਿਹੜੀਆਂ ਔਰਤਾਂ ਸਿਗਰਟਾਂ ਕਿਉਂ ਨਹੀਂ ਪੀਂਦੀਆਂ, ਕਿ ਮਾਰਕੀਟ ਬਹੁਤ ਵੱਡੀ ਹੈ, ਔਰਤਾਂ ਨੂੰ ਸਿਗਰਟਾਂ ਤੇ ਲਾਇਆ ਜਾਵੇ, ਡਬਲ ਹੋ ਜੂ ਮਾਰਕੀਟ, ਕਿਉਂਕਿ 50% ਹੁੰਦਾ ਡਿਵੀਜ਼ਨ ਹੈ ਔਰਤਾਂ ਨੂੰ ਸਿਗਰਟਾਂ ਤੇ ਕਿਵੇਂ ਲਾਇਆ ਜਾਵੇ। ਅੱਛਾ। ਇਹ ਜੀ ਫਿਰ ਇਹਨੇ ਆਪਣੇ ਇੱਕ ਮਿੱਤਰ ਨੂੰ ਕੰਸਲਟ ਕੀਤਾ। ਉਹ ਕਹਿੰਦਾ ਭਈ ਇਹਦਾ ਨਾ ਮਤਲਬ ਕਹਿੰਦਾ ਵੀ ਇਹਨੂੰ ਨਾ ਆਪਾਂ ਪੇਸ਼ ਕਰੀਏ ਜਿਹਨੂੰ ਆਪਾਂ ਔਰਤਾਂ ਦੀ ਆਜ਼ਾਦੀ। ਕਹਿੰਦਾ ਫਰੀडम ਆਫ ਟਾਰਚਸ, ਮਤਲਬ ਕਿ ਆਜ਼ਾਦੀ ਦੀਆਂ ਮਸ਼ਾਲਾਂ, ਮਤਲਬ ਕਿ ਔਰਤਾਂ ਦੀ ਜਿਹੜੀਆਂ ਸਿਗਰਟਾਂ ਹੋਣ ਨਾ ਉਹ ਇੱਕ ਤਰ੍ਹਾਂ ਦੀ ਆਜ਼ਾਦੀ ਦੀਆਂ ਮਸ਼ਾਲਾਂ। ਆਦਮੀ ਜਿਹੜੇ ਪੀਂਦੇ ਤੇ ਔਰਤਾਂ ਕਿਉਂ ਨਹੀਂ? ਹਾਂਜੀ ਮਤਲਬ ਉਹ ਬਰਾਬਰਤਾ ਲਿਆਂਦੀ ਜਾਵੇ। ਦੇਖੋ ਇਹਨੇ ਕੀ ਕੀਤਾ ਜੀ, ਫਿਰ ਇਹਨਾਂ ਨੇ ਫਿਰ ਇੱਕ ਪੈਸੇ ਦੇ ਕੇ, ਔਰਤਾਂ ਨੂੰ ਪੈਸੇ ਦੇ ਕੇ, ਜਿਹੜੀ ਉੱਥੇ ਕੋਈ ਨਿਊਯਾਰਕ ਦੇ ਵਿੱਚ ਇੱਕ ਪਰੇਡ ਹੁੰਦੀ ਆ, ਕੋਈ ਮੈਨੂੰ ਇਹਦੇ ਵਿੱਚ ਲਿਖਿਆ ਸੀਗਾ ਕੋਈ ਨਿਊਯਾਰਕ ਸਿਟੀ ਈਸਟਰ ਪਰੇਡ, ਜਿਹੜੀ ਆਪਣੇ ਇੱਥੇ ਵੀ ਹੁੰਦੀ ਹੈ। ਈਸਟਰ ਇੱਥੇ ਨਹੀਂ ਹੁੰਦੀ ਵੈਸੇ, ਕ੍ਰਿਸਮਸ ਤੇ ਹੁੰਦੀ ਹੈ, ਪਰ ਉੱਥੇ ਹੁੰਦੀ ਹੈ। ਉੱਥੇ ਜੀ ਇਹਨਾਂ ਨੇ ਇੱਕ ਇਹ ਚਲਾਇਆ ਵੀ ਟਾਰਚਸ ਫॉर ਫਰੀडम, ਤੇ ਉੱਥੇ ਜਿਹੜੀਆਂ ਔਰਤਾਂ ਜਿਹੜੀਆਂ ਇਕੱਠੀਆਂ ਹੋਈਆਂ ਸੀਗੀਆਂ
ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਸਿਗਟਾਂ ਉਹਨਾਂ ਨੂੰ ਜਗਾਈਆਂ ਗਈਆਂ, ਉਹਨਾਂ ਦੀਆਂ ਫੋਟੋਆਂ ਖਿੱਚ ਕੇ, ਉਦੋਂ ਕਿਉਂਕਿ ਇਹੋ ਜਿਹਾ ਮੀਡੀਆ ਨਹੀਂ ਸੀਗਾ, ਉਹ ਅਖਬਾਰਾਂ ਦੇ ਵਿੱਚ ਲਾਈਆਂ ਗਈਆਂ ਵੀ ਵੇਖੋ ਜਿਹੜੀ ਉਹ ਔਰਤ ਵਾ ਉਹ ਹੁਣ ਮਰਦ ਦੇ ਬਰਾਬਰ ਹੋ ਗਈ ਆ, ਇਹ ਹੁਣ ਮਰਦਾਂ ਵਾਂਗੂ ਸਿਗਰਟ ਪੀਏਗੀ। ਤੇ ਉਹਦੀ ਨਾਲ ਦੀ ਨਾਲ ਜਿਹੜੀ ਸਿਗਟਾਂ ਦੀ ਵਿਕਰੀ ਸੀਗੀ ਉਹ ਕੁਝ ਮਹੀਨਿਆਂ ਦੇ ਵਿੱਚ 4-5 ਗੁਣਾ ਜ਼ਿਆਦਾ ਹੋ ਗਈ, ਵੱਧ ਗਈ। ਇਹਦਾ ਇੱਕ ਹੋਰ ਵੀ ਇਹਦੇ ਵਿੱਚ ਨਹੀਂ ਹੈਗਾ ਵੈਸੇ ਅਨੂ ਜੀ, ਤੁਹਾਨੂੰ ਯਾਦ ਹੋਊ ਆਪਾਂ ਡਿਸਕਸ ਕੀਤਾ ਸੀਗਾ ਕਿ ਦੂਸਰੀ ਜੰਗ ਦੇ ਵਿੱਚ ਜਦੋਂ ਸਾਰੇ ਜਿਹੜੇ ਬੰਦੇ ਸੀਗੇ ਉਹ ਜੰਗ ਤੇ ਗਏ ਹੋਏ ਸੀਗੇ ਤੇ ਉਹ ਜਿਹੜੀਆਂ ਹਥਿਆਰਾਂ ਵਾਲੀਆਂ ਫੈਕਟਰੀਆਂ ਸੀਗੀਆਂ ਉਹਨਾਂ ਦੇ ਵਿੱਚ ਕੰਮ ਕਰਨ ਨੂੰ ਔਰਤਾਂ ਚਾਹੀਦੀਆਂ ਸੀਗੀਆਂ। ਉਦੋਂ ਵੀ ਇਹਨਾਂ ਨੇ ਫੈਮਿਨਿਸਟ ਦਾ ਰੌਲਾ ਪਾ ਕੇ ਔਰਤਾਂ ਦੀ ਬਰਾਬਰੀ, ਔਰਤਾਂ ਮਰਦਾਂ ਦੇ ਵਾਲੇ ਕੰਮ ਕਿਉਂ ਨਹੀਂ ਕਰ ਸਕਦੀਆਂ, ਘਰਾਂ ਚੋਂ ਕੱਢ ਕੇ ਲਿਆ ਕੇ ਹਥਿਆਰਾਂ ਵਾਲੀਆਂ ਫੈਕਟਰੀਆਂ ਦੇ ਵਿੱਚ ਉਹਨਾਂ ਨੂੰ ਕੰਮ ਤੇ ਲਾਇਆ। ਸੋ ਉਹ ਵੀ ਇੱਕ ਵੱਖਰਾ ਏਜੰਡਾ ਸੀਗਾ ਜੀ। ਉਸ ਤੋਂ ਬਾਅਦ ਜੀ ਅਨੂ ਜੀ, ਆਹ ਸਾਨੂੰ ਤੇ ਬਹੁਤ ਹੀ ਕਮਾਲ ਦਾ ਲੱਗੂਗਾ ਕਿਉਂਕਿ ਤੁਹਾਡੇ ਫੀਲਡ ਵਾਲੀ ਗੱਲ ਹੈ, ਵਾਟਰ ਫਲੋਰੀਡੇਸ਼ਨ। ਅੱਛਾ, ਇਹ ਦੋਸਤੋ ਇੱਕ ਬਹੁਤ ਇੱਕ ਵਧੀਆ ਟੌਪਿਕ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਇਹ ਕੰਪਨੀਆਂ ਜੀ, ਐਲੂਮੀਨੀਅਮ ਕੰਪਨੀ ਆਫ ਅਮਰੀਕਾ, ਅਲਕੋਆ ਇਹਦਾ ਨਾਂ ਆ। ਸੋ ਜਦੋਂ ਐਲੂਮੀਨੀਅਮ ਬਣਾਇਆ ਜਾਂਦਾ ਆ, ਉਹਦਾ ਇੱਕ ਵੇਸਟ ਜਿਹੜਾ ਉਹਦਾ ਪ੍ਰੋਡਕਟ ਵਾ, ਕਿਉਂਕਿ ਉਹਨੂੰ ਤੁਸੀਂ ਜੇ ਪ੍ਰੋਪਰਲੀ ਉਹਨੂੰ ਪ੍ਰੋਸੈਸ ਕਰਨਾ ਹੋਵੇ, ਕਿਉਂਕਿ ਬਹੁਤ ਜ਼ਿਆਦਾ ਟੌਕਸਿਕ ਵਾ ਉਹ ਤੁਸੀਂ ਪ੍ਰੋਪਰਲੀ ਉਹਨੂੰ ਟੌਕਸਿਕ ਕਰਨਾ, ਉਹ ਤੇ ਖਰਚਾ ਬਹੁਤ ਆਉਂਦਾ। ਜਿਵੇਂ ਅਸੀਂ ਐਗਜ਼ਾਮਪਲ ਦੇਣੀ ਹੋਵੇ, ਮੈਂ ਤੁਹਾਨੂੰ ਇੱਕ ਇੰਡੀਆ ਦੀ ਐਗਜ਼ਾਮਪਲ ਦਿੰਦਾ ਜੀ, ਆਂਧਰਾ ਪ੍ਰਦੇਸ਼ ਦੀ ਗੱਲ ਹੈ। ਜਿਹੜੀ ਕੋਕਾ ਕੋਲਾ ਕੰਪਨੀ ਹੈ, ਉਹ ਜਿਹੜਾ ਉਹਦਾ ਵੇਸਟ ਸੀਗਾ, ਜਿਹੜਾ ਉਹਦਾ ਦਾ ਖਰਾਬ ਜਾਂਦਾ ਸੀਗਾ, ਲੋਕਾਂ ਨੂੰ ਕਨਵਿੰਸ ਕੀਤਾ ਗਿਆ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਾਓਗੇ ਤੇ ਤੁਹਾਡੀ ਫਸਲ ਜਿਹੜੀ ਆ ਉਹ ਵਧੀਆ ਹੋਊਗੀ। ਔਰ ਹੋਇਆ ਉਸ ਤੋਂ ਉਲਟਾ, ਉਹਨੇ ਇਹੋ ਜਿਹੇ ਜੀਵਾਣੂ ਮਾਰੇ ਵਿੱਚ, ਔਰ ਲੋਕਾਂ ਦੀ ਜਿਹੜੀ ਮਿੱਟੀ ਸੀਗੀ ਉਹ ਜ਼ਰਖੇਜ਼ ਤੋਂ ਉਹਦਾ ਸਤਿਆਨਾਸ਼ ਕਰਤਾ। ਪਰ ਉਹ ਆਪਣੀ ਜਿਹੜੀ ਰਿਸਪੌਂਸਿਬਿਲਿਟੀ ਨੇ ਉਹਨਾਂ ਤੋਂ ਭੱਜ ਕੇ ਤੇ ਐਨੀਵੇ, ਸੋ ਇਹ ਅਨੂ ਜੀ ਬੰਦਾ ਹੈ ਦੁਨੀਆ ਦੇ ਵਿੱਚ ਪਹਿਲੀ ਵਾਰ ਇਹ ਹਾਇਰ ਕੀਤਾ ਗਿਆ ਆਪਣੇ ਜਿਹੜੀ ਐਲੂਮੀਨੀਅਮ ਕੰਪਨੀ ਆਫ ਅਮਰੀਕਾ, ਜਿਹੜੀ ਐਲੂਮੀਨੀਅਮ ਬਣਾਉਂਦੀ ਸੀਗੀ, ਲੋਕਾਂ ਨੂੰ ਕਨਵਿੰਸ ਕੀਤਾ ਗਿਆ ਅਮਰੀਕਨ ਡੈਂਟਲ ਐਸੋਸੀਏਸ਼ਨ ਦੇ ਦੁਆਰਾ। ਜਾਣਦੇ ਨਾ ਆਪਾਂ ਡਿਸਕਸ ਕੀਤਾ ਕਈ ਵਾਰੀ ਕਿ ਲੋਕੋ ਤੁਹਾਡੇ ਦੰਦਾਂ ਦੇ ਵਾਸਤੇ ਜਿਹੜਾ ਫਲੋਰਾਈਡ ਆ ਉਹ ਬਹੁਤ ਵਧੀਆ ਹੈ। ਉਹ ਪੇਸਟ ਚ ਪਾਉਣਾ ਸ਼ੁਰੂ ਹਿੰਦੁਸਤਾਨ ਦੇ ਵਿੱਚ ਸੁਣਦੇ ਨਾ ਕਲੋਰਾਈਡ, ਜਿਹੜੀ ਕੋਲਗੇਟ ਆ, ਜਦ ਕਿ ਸਾਥੀ ਜੇ ਹੱਡੀਆਂ ਖੋਰ ਦਿੰਦਾ ਇਹ, ਉਹ ਤੁਹਾਡੀ ਸਿਹਤ ਵਾਸਤੇ ਇੰਨਾ ਇਹ ਖਤਰਨਾਕ ਚੀਜ਼ ਹੈ ਇਹ। ਔਰ ਜਿਹੜਾ ਇਹ ਲੋਕਾਂ ਨੂੰ ਦੁਨੀਆ ਦੇ ਵਿੱਚ ਕਨਵਿੰਸ ਕੀਤਾ ਗਿਆ ਵੀ ਇਹ ਤੁਹਾਡੇ ਵਾਸਤੇ ਬਹੁਤ ਵਧੀਆ, ਪਾਣੀ ਦੇ ਵਿੱਚ ਮਿਲਾਇਆ ਜਾਂਦਾ। ਜਿਹੜੀਆਂ ਨਾਈਟ੍ਰੋਜਨ ਬੇਸ ਖਾਦਾਂ ਬਣਾਉਂਦੇ ਆ, ਉਹਦੇ ਚੋਂ ਵੀ ਜਿਹੜਾ ਉਹ ਵੇਸਟ ਬਾਈ ਪ੍ਰੋਡਕਟ ਨਿਕਲਦਾ, ਉਹਦੇ ਚ ਵੀ ਉਹ ਫਲੋਰਾਈਡ ਵਾਲਾ ਹਿੱਸਾ ਹੈਗੀ ਆ ਮਾਤਰਾ, ਉਹਨੂੰ ਵੀ ਜੇ ਉਹ ਪਾਣੀ ਚ ਇਦਾਂ ਹੀ ਸਿੱਧਾ ਰਿਲੀਜ਼ ਕਰ ਦੇਣ, ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਇਸ ਲਈ ਉਹਨੂੰ ਉਹ ਸਟੋਰ ਕਰਕੇ ਰੱਖਦੇ ਆ ਤੇ ਥੋੜਾ ਥੋੜਾ ਕਰਕੇ ਪਾਣੀ ਚ, ਪੀਣ ਵਾਲੇ ਪਾਣੀ ਚ ਪਾਉਂਦੇ ਆ ਤੇ ਬਾਕੀ ਟੂਥਪੇਸਟ ਚ ਪਾਉਂਦੇ ਆ। ਹਾਂਜੀ, ਬਿਲਕੁਲ 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 ਜੀ, ਬਿਲਕੁਲ। ਔਰ ਅਨੂ ਜੀ, ਇਹ ਸਾਥੀਓ ਤੁਸੀਂ ਗੱਲਾਂ ਇਹ ਧਿਆਨ ਨਾਲ ਸੁਣਾ, ਇਹ ਜਿਹੜੀਆਂ ਕੰਪਨੀਆਂ ਨੇ ਇਹ PR ਨੇ, ਆਵਾਜ਼, ਆਪਣੇ ਪਰਪਸ, ਜਿਨ੍ਹਾਂ ਦੇ ਵਾਸਤੇ ਗ੍ਰੇਟਾ ਥਨਬਰਗ ਜਿਨ੍ਹਾਂ ਦਾ ਇਹ ਕੰਮ ਕਰਦੀ ਆ, WWF। ਹਾਂ, ਫਲੋਰਾਈਡ ਦਾ ਥੋੜਾ ਦੱਸਦੀ ਹੈ ਕਿ ਲੰਬਾ ਸਮਾਂ ਅਗਰ ਫਲੋਰਾਈਡ ਦਾ ਸੇਵਨ ਹੋਏ ਜਾਂ ਜ਼ਿਆਦਾ ਮਾਤਰਾ ਚ ਹੋਏ, ਹੱਡੀਆਂ ਦਾ ਕੈਂਸਰ ਖੋਰ ਦਾ ਜੀ, ਬੇਸਿਕਲੀ ਹੱਡੀਆਂ ਦਾ ਕੈਂਸਰ ਹੁੰਦਾ। ਜਦੋਂ ਆਪਾਂ ਡਾਕਟਰ ਸ਼ਿਵ ਚੋਪੜਾ ਦੀ ਗੱਲ ਕਰਦੇ ਹਾਂ, ਉਹਨਾਂ ਦੀ ਇਸ ਗੱਲ ਤੇ ਬਹੁਤ ਰਿਸਰਚ ਸੀਗੀ। ਐਨੀਵੇ, ਸੋ ਅਨੂ ਜੀ, ਅਗਲਾ ਜਿਹੜਾ ਸਾਥੀ ਜੀ, ਤੇ ਤੁਹਾਨੂੰ ਵੀ ਮੈਨੂੰ ਪੱਕਾ ਯਕੀਨ ਆ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਊਗਾ। ਸੋ ਇਹ ਇੱਕ ਜਿਹੜੀ ਟਰਮ ਆਉਂਦੀ ਆ, ਬਨਾਨਾ ਰਿਪਬਲਿਕ, ਇੱਕ ਅਮਰੀਕਾ ਦੀ ਹੈ ਜੀ, ਯੂਨਾਈਟਿਡ ਫਰੂਟ ਕੰਪਨੀ। ਹਾਂਜੀ, ਬਹੁਤ ਮਸ਼ਹੂਰ ਆ। ਐਡੀ ਖਤਰਨਾਕ ਇਹ ਕਾਰਪੋਰੇਸ਼ਨ ਆ ਜੀ। ਇਹਨੇ ਸਾਊਥ ਅਮਰੀਕਾ ਦੇ ਵਿੱਚ ਜਿਹੜੇ ਮੁਲਕ ਨੇ, ਦੱਖਣੀ ਅਮਰੀਕਾ ਦੇ, ਉਹ ਮੁਲਕਾਂ 'ਚ ਇਹਨੇ ਤਖਤੇ ਪਲਟਾਏ ਜਿਹੜੇ, ਹਾਂਜੀ, ਗੋਟਾਮਾਲਾ ਦੀ ਗੱਲ ਹੈ ਜੀ, ਹਾਂ, ਉਹੀ ਤੁਹਾਨੂੰ ਪਤਾ ਉਹ ਮਸਲੇ ਦਾ। ਮਤਲਬ ਲੋਕਾਂ ਨੂੰ CIA ਦੇ ਥਰੂ ਜਿਹੜੇ ਲੋਕੀ ਆਪਣੀਆਂ ਜ਼ਮੀਨਾਂ ਨਹੀਂ ਸੀ ਛੱਡਦੇ, ਉਹਨਾਂ ਨੂੰ ਏਡਜ਼ ਦੇ ਇੰਜੈਕਸ਼ਨ ਦਿੱਤੇ ਗਏ ਕਿ ਉਹਨਾਂ ਨੂੰ ਏਡਜ਼ ਹੋਵੇ ਤੇ ਆਪੇ ਮਰ ਖੱਪ ਜਾਣ ਇਹ। ਸੋ ਇਹ ਬੰਦਾ ਹੈ ਜੀ, ਇਹ 1954 ਦੇ ਵਿੱਚ ਇਹਨੂੰ ਯੂਨਾਈਟਿਡ ਫਰੂਟ ਕੰਪਨੀ ਜਿਹੜੀ ਹਾਇਰ ਕਰਦੀ ਹੈ। ਇਹ ਕਹਿੰਦੀ ਹੈ ਵੀ ਜਿਹੜਾ ਉੱਥੇ ਦਾ ਜੈਕੋਬੋ ਗੁਜ਼ਮੈਨ ਕਰਕੇ ਜ਼ਿਆਦਾ ਜਾਣਿਆ ਜਾਂਦਾ ਸਾਥੀ ਜੀ, ਬਹੁਤ ਹੀ ਵਧੀਆ ਬੰਦਾ। ਉਹ ਕੀ ਕਰਨਾ ਚਾਹੁੰਦਾ ਸੀ, ਕਮਿਊਨਿਸਟ ਬੰਦਾ ਸੀ ਉਹ ਕੀ ਕਰਨਾ ਚਾਹੁੰਦਾ ਸੀਗਾ, ਉਹ ਜਿਹੜੇ ਜਿਨ੍ਹਾਂ ਦੇ ਕੋਲੇ ਜ਼ਮੀਨ ਨਹੀਂ ਸੀਗੀ,
ਉਹਨਾਂ ਨੂੰ ਜਿਹੜੀਆਂ ਖਾਲੀ ਪਈਆਂ ਜ਼ਮੀਨਾਂ, ਜਿਵੇਂ ਪੰਚਾਇਤੀ ਜ਼ਮੀਨਾਂ ਦੀ ਆਪਾਂ ਗੱਲ ਕਰਦੇ ਆ, ਉਹਨਾਂ ਨੂੰ ਜ਼ਮੀਨ ਦੇਣਾ ਚਾਹੁੰਦਾ ਸੀ। ਹੈਂ? ਕਿਉਂਕਿ ਜਿਹੜੀ ਯੂਨਾਈਟਿਡ ਫਰੂਟ ਕੰਪਨੀ ਹੈ ਉਹ ਕਾਬਜ਼ ਰਹਿਣਾ ਚਾਹੁੰਦੀ, ਉਹ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਇਹ ਹੁਣ ਵੇਖ ਲਓ ਖੇਤੀਬਾੜੀ ਦੇ ਮਸਲੇ ਨਾਲ ਸਿੱਧਾ ਸੰਬੰਧ ਹੈ ਇਹਦਾ। ਇਸ ਬੰਦੇ ਨੇ PR ਜਿਹੜੀ ਹੈਗੀ ਆ ਯੂਨਾਈਟਿਡ ਸਟੇਟ ਦੀ ਸਰਕਾਰ ਆ, ਉਹਦੇ ਵਿੱਚ ਲੌਬੀ ਕਰਕੇ ਇਹ ਕਿਹਾ ਵੀ ਇਹ ਬੰਦਾ ਕਮਿਊਨਿਸਟ ਵਾ, ਇਹ ਅਮਰੀਕਾ ਦਾ ਵਿਰੋਧੀ ਹੈ, ਇਹ ਸਾਰੇ ਦੁਨੀਆ ਨੂੰ ਕਮਿਊਨਿਸਟ ਬਣਾਊਗਾ। ਕਿਹੜੇ ਸਨ ਦੀ ਗੱਲ ਹੈ? ਇਹ 1954 ਦੀ ਗੱਲ ਹਾਂ, ਉਦੋਂ ਫਿਰ ਕਿਊਬਾ ਦਾ ਵੀ ਤੇ ਮਸਲਾ ਜਲਦੀ ਉਸ ਤੋਂ ਬਾਅਦ ਆ ਜਾਂਦਾ, ਕਿਉਂਕਿ ਮੈਨੂੰ ਥੋੜਾ ਜਿਹਾ ਹਲਕਾ ਜਿਹਾ ਯਾਦ ਹੈ ਕਿ ਬਟਿਸਟਾ ਜਿਹੜਾ ਉਦੋਂ ਕਿਊਬਾ ਤੇ ਰਾਜ ਕਰ ਰਿਹਾ ਸੀਗਾ, ਉਹ ਵੀ ਸ਼ਾਮਲ ਸੀਗਾ। ਹਾਂਜੀ ਸ਼ਾਮਲ ਸੀਗਾ ਜੀ, ਬਿਲਕੁਲ ਸ਼ਾਮਲ ਸੀਗਾ। ਹਾਂਜੀ, ਸੋ ਆਪਣੇ CIA ਦੇ ਥਰੂ US ਦੀ ਸਰਕਾਰ ਨੇ ਡੈਮੋਕ੍ਰੈਟਿਕਲੀ ਜਮਹੂਰੀਅਤ ਦੇ ਤਰੀਕੇ ਨਾਲ ਇਲੈਕਟਡ ਸਰਕਾਰ ਗੁਜ਼ਮੈਨ ਦੀ ਉਹਨੂੰ ਓਵਰਥਰੋ ਕੀਤਾ, ਆਪਣੀ ਉੱਥੇ ਬੰਦੇ ਭੇਜ ਕੇ, ਆਪਣੀ ਜਿਹੜੀ ਇਹਨਾਂ ਦੀ ਸੀਕ੍ਰੇਟ ਫੌਜ ਭੇਜ ਕੇ, ਜਿਵੇਂ ਉੱਥੇ ਕੀਤਾ ਸੀਗਾ ਆਪਣੇ ਬੋਲੀਵੀਆ ਦੇ ਵਿੱਚ, ਬੋਲੀਵੀਆ ਨਹੀਂ ਸੌਰੀ, ਆਪਣਾ ਸਾਥੀ ਜਿਹਨਾਂ ਦੀ ਡੈਥ ਹੋ ਗਈ ਹੁਣ, ਕਿਊਬਾ ਨਹੀਂ ਜੀ, ਕਿਊਬਾ ਨਹੀਂ ਜੀ, ਜਿਹੜੇ ਸਾਥੀ ਡੈਥ ਹੋਈ ਆ ਰੀਸੈਂਟਲੀ, ਐਨੀਵੇ ਮੇਰੇ ਦਿਮਾਗ 'ਚ ਵੈਨਜ਼ੂਏਲਾ ਹਾਂਜੀ, ਵੈਨਜ਼ੂਏਲਾ ਦੇ ਵਿੱਚ ਉੱਥੇ ਬੇਸਿਕਲੀ ਕੂ ਕਰਵਾਇਆ ਜੀ ਉੱਥੇ, ਕਿਉਂਕਿ ਇਹ ਕੂ ਜਿਹੜਾ ਹੁੰਦਾ ਬੇਸਿਕਲੀ ਉਹ ਤੁਹਾਡੇ ਆਪਣੀ ਆਰਮੀ ਦੇ ਥਰੂ ਬੰਦੇ ਖਰੀਦ ਕੇ ਉਹ ਕਰਵਾਇਆ ਜਾਂਦਾ। ਸੋ ਉੱਥੋਂ ਕੂ ਕਰਵਾਇਆ। ਉਹਦੇ ਤੋਂ ਬਾਅਦ ਜਿਹੜਾ ਇੱਕ ਹੋਰ ਬੰਦਾ ਆ, ਜਿਹੜਾ ਜੌਨ ਸਟੈਬਰ ਕੁਛ ਏਦਾਂ ਨਾਂ ਆ ਉਹਦਾ, ਉਹ ਜਿਹੜਾ ਆਪਣਾ ਬੰਦਾ ਸੀਗਾ ਜਿਹੜਾ ਇਹਨਾਂ ਦੇ ਪੱਖ 'ਚ ਸੀਗਾ, ਉਹਨੂੰ ਉੱਥੇ ਦਾ ਪ੍ਰਧਾਨ ਮੰਤਰੀ ਬਾਅਦ ਬਣਾਉਣਾ। ਪ੍ਰੋਕਸੀ ਸਰਕਾਰਾਂ ਹੁਣ ਵੀ ਤੇ ਇਹੋ ਕੁਛ ਇਹ ਕਰਦੇ ਆ, ਹਮਲਾ ਕਰਕੇ ਉਹ ਧਰਮ ਦੇ ਨਾਂ ਤੇ, ਚਾਹੇ ਇਸਲਾਮ ਦੇ ਸ਼ੀਆ ਸੁੰਨੀ ਨੂੰ ਲੜਾ ਲਓ, ਇਸ ਤਰ੍ਹਾਂ ਇਰਾਕ 'ਚ ਇਹਨਾਂ ਨੇ ਕੀਤਾ, ਉਹਨੂੰ ਕਤਲ ਕਰਕੇ ਸਦਾਮ ਹੁਸੈਨ ਨੂੰ ਫੜ ਕੇ ਉਹਨੂੰ ਕਰਕੇ ਤੇ ਫਿਰ ਆਪਣੀ ਪ੍ਰੋਕਸੀ ਸਰਕਾਰ ਖੜੀ ਕਰ, ਆਪਣੀ ਪ੍ਰੋਕਸੀ ਸਰਕਾਰ ਖੜੀ ਸੀਰੀਆ 'ਚ ਵੀ ਇਹੋ ਕੁਛ ਹੀ ਹੈ। ਹਾਂਜੀ, ਸੋ ਮਤਲਬ ਇਹਨਾਂ ਦਾ ਉਹ ਫਾਰਮੂਲਾ ਬਦਲਿਆ ਨਹੀਂ, ਉਹਦਾ ਥੋੜੀ ਜਿਹੀ ਸ਼ਕਲ ਬਦਲ ਗਈ ਹੈ ਜਿਸ ਰੂਪ 'ਚ ਸਾਹਮਣੇ ਆਉਂਦਾ ਹੁਣ। ਸੋ ਇਹ ਅਨੂ ਜੀ, ਇਹ ਮਤਲਬ ਇਹ ਜਿਹੜੀਆਂ PR ਨੇ, ਇਹ ਪਬਲਿਕ ਰਿਲੇਸ਼ਨ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ, ਜਿਨ੍ਹਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਇਹਨਾਂ ਨੂੰ ਹਾਇਰ ਕਰਦੇ ਨੇ, ਕਿਰਾਏ ਤੇ ਲੈਂਦੇ ਨੇ, ਇਹ ਦੁਨੀਆ ਦੇ ਤਖਤੇ ਪਲਟਾਉਣ ਦੀ ਹਿੰਮਤ ਰੱਖਦੀਆਂ ਨੇ। ਔਰ ਇਸ ਟਾਈਮ ਜਿਹੜਾ ਕਿਸਾਨੀ ਸੰਘਰਸ਼ ਆ, ਇਹ ਦੁਨੀਆ ਦੇ ਕਾਰਪੋਰੇਟ ਘਰਾਣਿਆਂ ਦੀ ਨਜ਼ਰ ਦੇ ਵਿੱਚ ਵਾ। ਔਰ ਇਹ ਜਿਹੜੀਆਂ ਕੋਸ਼ਿਸ਼ਾਂ ਨੇ, ਅਸੀਂ ਇਹਨਾਂ ਨੂੰ ਉਹਦਾ ਹਿੱਸਾ, ਅੱਗੇ ਅਨੂ ਜੀ ਬਹੁਤ ਕੁਛ ਹੈ, ਇਹ ਬੰਦਾ ਬੜਾ ਇਹ ਖਤਰਨਾਕ ਹੈ, ਹੋਰ ਵੀ ਇਹਦੀਆਂ ਕਾਫੀ ਹੈਗੀਆਂ ਨੇ ਇਹਦੀਆਂ। ਸੋ ਦੋਸਤੋ, ਇਹ ਜਿਹੜਾ ਇਹ ਮੋਹ ਧਾਰੀਵਾਲ ਵਾ, ਜਿਹਦੀ ਇਹ ਹੈਗੀ ਆ ਕੰਪਨੀ, ਪਬਲਿਕ ਰਿਲੇਸ਼ਨ ਕੰਪਨੀ ਆ ਸਕਾਈ ਰੌਕਟ, ਇਹ ਬੇਸਿਕਲੀ ਦਲਾਲ ਹੈ। ਇਹ ਦਲਾਲੀ ਕਰਦਾ, ਇਹ ਨਾ ਲੋਕਾਂ ਨੂੰ ਪ੍ਰਮੋਟ ਕਰਨ ਵਾਸਤੇ ਇਸ ਬੰਦੇ ਨੂੰ ਕਿਸੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਹਾਇਰ ਕੀਤਾ, ਔਰ ਇਸ ਦੇ ਥਰੂ ਇਹ ਰਿਹਾਨਾ ਹੋਊਗੀ ਜਾਂ ਇਹ ਗ੍ਰੈਟਾ ਹੋਊਗੀ, ਇਹਨਾਂ ਨੂੰ ਉੱਥੇ ਪਿਕਚਰ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਔਰ ਜਦੋਂ ਇਹ ਹੀਰੋ ਬਣ ਕੇ, ਅਸੀਂ ਗੱਲ ਰਿਪੀਟ ਕਰ ਰਹੇ ਹਾਂ, ਉਹ ਸਾਹਮਣੇ ਤੁਹਾਡੇ ਆਉਣਗੇ, ਲੋਕਾਂ ਦੀ ਫੋਲੋਇੰਗ ਹੋਊਗੀ। ਜਿਵੇਂ ਹੁਣੇ ਆਪਾਂ ਜਿਵੇਂ ਉਹ ਆਪਣੇ ਗੋਟਮਾਲਾ ਦੀ ਗੱਲ ਕੀਤੀ ਹੈ ਕਿ ਜਿਹੜਾ ਲੋਕ ਪੱਖੀ ਬੰਦਾ ਹੈ ਉਹਨੂੰ ਖਤਮ ਕਰਕੇ ਤੇ ਆਪਣਾ ਬੰਦਾ ਉੱਥੇ ਖੜਾ ਕੇ, ਜਿਵੇਂ BJP ਡਾਇਰੈਕਟਲੀ ਪੰਜਾਬ ਦੇ ਵਿੱਚ ਵੜਨ ਨਹੀਂ ਦਿੱਤਾ ਲੋਕਾਂ ਨੇ, ਅਸੀਂ ਦੇਖ ਹੀ ਲਿਆ ਇਲੈਕਸ਼ਨ ਦੇ ਵਿੱਚ। ਇਹਨੂੰ ਹੋ ਸਕਦਾ ਦੀਪ ਸਿੱਧੂ, ਲੱਖਾ ਸਣਾ, ਜੋ ਵੀ ਇਹਨਾਂ ਦੇ ਚਮਚੇ ਹੈਗੇ ਆ, ਇਹ ਜਦੋਂ ਜੇਲ੍ਹ 'ਚ ਬਾਹਰ ਆਉਂਦਾ ਹੈ, ਇਹ ਪ੍ਰੋਕਸੀ ਇਹਨਾਂ ਨੂੰ ਆਪਣੇ ਤੌਰ ਤੇ ਇਹਨਾਂ ਨੂੰ ਉੱਥੇ ਵਰਤਿਆ ਜਾ ਸਕਦਾ, ਇਹਨਾਂ ਨੂੰ ਉੱਥੇ ਖੜੇ ਕੀਤਾ ਜਾ ਸਕਦਾ। ਸੋ ਇਹ ਜਿਹੜੀਆਂ ਪ੍ਰਮੋਟ ਕਰਨ ਵਾਸਤੇ ਬੰਦਾ ਜਿਹੜਾ ਹੈਗਾ, ਇਹਨਾਂ ਨੂੰ ਅੰਦਰ ਕਰਨ ਦਾ ਕਾਰਨ ਇਹ, ਔਰ ਨਹੀਂ ਤਾਂ ਉਹਨਾਂ ਦਾ ਆਪਦਾ ਬੰਦਾ ਅੰਦਰ ਕਰਨ ਦੀ ਲੋੜ ਸੀਗੀ। ਹਾਂਜੀ, ਤੁਸੀਂ ਹਾਂਜੀ। ਸੋ ਮੈਂ ਇਹਦੇ 'ਚ ਕਹਿਣ ਲੱਗੀ ਸੀ ਕਿ ਜਿਹੜੇ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਆਗੂਆਂ ਨੇ, ਜਿਨ੍ਹਾਂ ਨੇ ਕਈ ਦਹਾਕੇ ਲਾ ਕੇ ਉਹ ਜਿਹੜੇ ਕਿਸਾਨ ਨੇ ਜਾਂ ਬਾਕੀ ਕਿਰਤੀ ਲੋਕ ਨੇ, ਉਹਨਾਂ 'ਚ ਇੱਕ ਜਿਹੜੀ ਜਾਗ੍ਰਿਤੀ ਪੈਦਾ ਕੀਤੀ ਹੈ ਕਿ ਲੋਕ ਇੱਥੋਂ ਤੱਕ ਪਹੁੰਚੇ ਆ ਕਿ ਇੰਨਾ ਵੱਡਾ ਇਕੱਠ ਹੋਇਆ ਆ। ਸੋ ਉਹ ਜਿਹਨੂੰ ਅਸੀਂ ਅੰਗਰੇਜ਼ੀ 'ਚ ਰੈਂਕ ਐਂਡ ਫਾਈਲ ਲੈਡ ਐਕਸ਼ਨਸ ਕਹਿੰਦੇ ਆ, ਕਿ ਉਹ ਲੋਕ ਆਪ
ਇੰਨੀ ਜਦੋਂ ਸਮਝ ਪੈਦਾ ਹੁੰਦੀ ਆ ਆਪ ਲੋਕੀ ਕਰਨਾ ਚਾਹਣ ਐਕਸ਼ਨ ਉਹ ਨਾ ਉਹ ਉਸ ਤਰ੍ਹਾਂ ਹੁੰਦੇ ਐਕਸ਼ਨ, ਨਾ ਕਿ ਕੋਈ ਜਿਹੜੇ ਸੈਲੀਬ੍ਰਿਟੀ ਜਿਹੜੇ ਹੋਰ ਕਿਤੇ ਬੈਠੇ ਆ ਸਟਾਰ ਨੇ ਜਿਹੜੇ ਜਿਨ੍ਹਾਂ ਦਾ ਉਸ ਜ਼ਮੀਨ ਨਾਲ ਕੋਈ ਕਨੈਕਸ਼ਨ ਹੀ ਨਹੀਂ ਆ, ਉਹਨਾਂ ਕੋਈ ਹਕੀਕਤ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਆ, ਉਹ ਜੋ ਮਰਜ਼ੀ ਬੈਠੇ ਟਵੀਟ ਕਰੀ ਜਾਣ। ਬਿਲਕੁਲ ਜੀ, ਬਿਲਕੁਲ। ਜਿਹੜੀਆਂ ਆਪਣੇ ਕਿਸਾਨ ਰੈਲੀਆਂ ਦੇ ਵਿੱਚ ਇੱਕ ਵੱਡਾ ਨਾਂ ਉੱਭਰ ਕੇ ਸਾਹਮਣੇ ਆਇਆ ਬਿਲ ਗੇਟਸ ਦਾ, ਔਰ ਉਹ ਬਾਰ-ਬਾਰ ਗੱਲ ਕਰ ਰਹੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਫਾਰਮਰ ਜਿਸ ਕੋਲ ਇੰਨੀ ਜ਼ਿਆਦਾ ਜ਼ਮੀਨ ਹੈ, ਉਹ ਇਹ ਸੰਸਥਾਵਾਂ ਦੇ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਉਹਦੀ ਇਹਨਾਂ ਸੰਸਥਾਵਾਂ ਦੇ ਵਿੱਚ ਬਿਲ ਗੇਟਸ ਦੀ। ਠੀਕ ਹੈ, ਬਿਲ ਤੇ ਮਲਿੰਡਾ ਗੇਟਸ ਜਿਹੜੀ ਉਹਦੀ ਫਾਊਂਡੇਸ਼ਨ ਵਾ। ਹਾਂ ਠੀਕ ਹੈ। ਹਾਂ ਸੋ ਉਹ ਟੀਕੇ ਜਿਹੜੇ ਨੇ ਵੈਕਸੀਨਸ ਵਗੈਰਾ ਉਹ ਵੀ ਇਹਨਾਂ ਦਾ ਹੀ ਹੈ ਸਭ ਤੋਂ ਜ਼ਿਆਦਾ ਕੰਮ ਨਾ। ਔਰ ਇੰਟਰਵਿਊਜ਼ 'ਚ ਇੱਕ 'ਚ ਹੈਗਾ ਵੀ ਹੈ ਕਿ ਇਹ ਵੀ ਇਹਨਾਂ ਦਾ ਏਜੰਡਾ ਆ ਕਿ ਦੁਨੀਆ ਦੀ ਜਿਹੜੀ ਪੋਪੂਲੇਸ਼ਨ ਆ ਘਟੇ। ਉਹ ਤੇ ਜੀ ਇਹ ਕਿਉਂ ਚਾਹਣਗੇ ਕਿ ਕਿਸਾਨਾਂ ਨੂੰ ਆਪਣੇ ਹੱਕ ਮਿਲਣ, ਜ਼ਮੀਨਾਂ ਉਹਨਾਂ ਦੀਆਂ ਰਹਿਣ। ਉਹ ਜਿਹੜੇ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਵਿਚਾਰੇ ਪਏ ਆ, ਇਹਨਾਂ ਲਈ ਤੇ ਵਧੀਆ ਆ ਕਿ ਸੰਘਰਸ਼ 'ਚ ਵੀ ਏਦਾਂ ਹੀ ਇੱਧਰ ਉੱਧਰ ਇਹਨਾਂ ਨੂੰ ਕਰਕੇ। ਬਿਲਕੁਲ ਜੀ, ਬਿਲਕੁਲ। ਅਸੀਂ ਇਹਨੂੰ ਜੀ ਇਹ ਵੈਸੇ ਤੁਸੀਂ ਇੱਕ ਬਹੁਤ ਟੌਪਿਕ ਜਿਹੜਾ ਅਸੀਂ ਛੇੜਨਾ ਚਾਹੁੰਦੇ ਸੀਗੇ, ਇੱਕ ਬਹੁਤ ਵੱਡਾ ਸਵਾਲ ਹੈ ਕਿ ਉੱਥੇ ਲੱਖਾਂ ਦੇ ਹਿਸਾਬ ਨਾਲ ਬੰਦੇ ਦਿੱਲੀ 'ਚ ਇਕੱਠੇ ਹੋਏ ਨੇ, ਕੋਵਿਡ ਕਿੱਧਰ ਗਿਆ ਭਾਈ? ਹਾਂ, ਕਿਸੇ ਨੂੰ ਕਿੰਨੇ 200 ਤੋਂ ਵੱਧ ਲੋਕ ਇਹਦੇ ਵਿੱਚ ਸ਼ਹੀਦ ਹੋ ਚੁੱਕੇ ਨੇ, ਔਰ ਉਹਨਾਂ ਦੇ ਕਾਰਨ ਵੀ ਉਹ ਪਬਲਿਸ਼ ਹਰ ਇੱਕ ਨੂੰ ਪਤਾ ਕਰਕੇ ਇਹਨੂੰ ਹਾਰਟ ਫੇਲ ਹੋਇਆ, ਕਿਸੇ ਦਾ ਕੋਈ ਹੋਰ ਹੈ। ਅਜੇ ਤੱਕ ਇਹ ਨਹੀਂ ਖਬਰ ਆਈ ਕਿ ਕੋਵਿਡ ਕਰਕੇ ਕਿਸੇ ਦੀ ਮੌਤ ਹੋ ਗਈ ਹੈ ਉੱਥੇ, ਕੋਵਿਡ ਕਰਕੇ ਕਿਸੇ ਦੀ ਮੌਤ ਹੋਈ ਹੈ, ਅਜੇ ਤੱਕ ਨਹੀਂ ਆਈ ਖਬਰ। ਔਰ ਮੈਂ ਇਹਦੇ ਕੋਵਿਡ ਨਾਲ ਮਿਲਦੀ ਜੁਲਦੀ ਆਪਾਂ ਲੋਕਲ ਵੀ ਗੱਲ ਕਰ ਰਹੀ ਹੈ, ਇਹਦੇ ਵਿੱਚ ਆਪਾਂ ਪੜਾਂਗੇ ਜੇ ਆਰਟੀਕਲ ਜਿੰਨਾ ਕੁ ਪੜ੍ਹ ਹੋਇਆ, ਕਿਉਂਕਿ ਗੱਲ ਆਪਾਂ ਜਾਰੀ ਰੱਖਣੀ ਹੈ ਲੰਬੇ ਸਮੇਂ ਤੱਕ, ਕਿ ਇਸ ਮੁਲਕ ਦੇ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਜੀ ਅਸੀਂ, ਕਿ ਸਰਕਾਰਾਂ ਜਿਹੜੀਆਂ ਨੇ ਉਹ ਕਿਵੇਂ ਜਿਹੜੇ ਕ੍ਰਾਈਸਿਸ ਨੇ ਉਹਨਾਂ ਨੂੰ ਕਿਵੇਂ ਵਰਤਦੀਆਂ ਨੇ। 2 ਹਫ਼ਤੇ ਪਹਿਲਾਂ ਦੀ ਗੱਲ ਹੈ, ਇੱਥੇ ਜਿਹੜੀ ਨਿਊਜ਼ੀਲੈਂਡ 에ਅਰ ਨਿਊਜ਼ੀਲੈਂਡ ਹੈ, ਉਹ ਜਿਹੜਾ ਉਹਨਾਂ ਦਾ ਜਿਹੜਾ ਸਫ਼ਰ ਹੈ ਮੁਸਾਫਰਾਂ ਦਾ, ਉਹ ਤੇ ਉਹਨਾਂ ਦੇ ਜਹਾਜ਼ ਤੇ ਹੈ ਹੀ ਹੈ ਆ। ਇੱਕ ਉਹਨਾਂ ਦਾ ਹੋਰ ਯੂਨਿਟ ਆ ਜਿੱਥੇ ਉਹ ਰਿਪੇਅਰ ਕਰਦੇ ਨੇ ਜਿਹੜੀਆਂ ਜਹਾਜ਼ਾਂ ਦੀਆਂ ਟਰਬਾਈਨ, ਬੇਸਿਕਲੀ ਜਹਾਜ਼ਾਂ ਨੂੰ ਫਿਕਸ ਕਰਦੇ ਨੇ। ਹਰ ਇੱਕ ਜਹਾਜ਼ ਦੇ ਵਿੱਚ ਇੱਕ ਟਰਬਾਈਨ ਹੁੰਦੀ, ਜਿਹੜਾ ਕਹਿ ਸਕਦੇ ਇੰਜਨ ਜਾਂ ਜੋ ਵੀ ਉਹਦਾ ਪਾਰਟ ਮੇਨ ਆ, ਉਹ ਪਾਰਟ ਉਹ ਉਹਨਾਂ ਨੂੰ ਰਿਪੇਅਰ ਕਰਦੇ ਨੇ। ਸੋ ਉਹ ਪਹਿਲਾਂ ਅਸੀਂ ਓਬਾਮਾ ਦੀ ਗੱਲ ਕੀਤੀ ਸੀਗੀ ਕਿ ਪਿਛਲੇ ਘੱਟੋ ਘੱਟ 7-8 ਸਾਲਾਂ ਤੋਂ ਜ਼ਿਆਦਾ, ਬਲਕਿ ਜਿਹਨੂੰ ਓਬਾਮਾ ਨੇ ਡਟ ਕੇ ਸਪੋਰਟ ਕੀਤਾ ਸਾਊਦੀ ਅਰੇਬੀਆ ਦੇ ਥਰੂ, ਜਿਹੜਾ ਯਮਨ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਪੈਟਰੋਲ ਦਾ ਜਿਹੜਾ ਝਗੜਾ ਆ, ਉਹਦੇ ਵਿੱਚ ਜਿਹੜੀਆਂ ਡਰੋਨ ਅਟੈਕ ਹੋ ਰਹੇ ਨੇ, ਜਿਹੜਾ ਉੱਪਰੋਂ ਆਕਾਸ਼ ਦੇ ਉੱਪਰੋਂ ਜਿਹੜੇ ਅਟੈਕ ਹੋ ਰਹੇ, ਡਰੋਨ ਵੀ ਹੋ ਰਹੇ ਨੇ ਵੈਸੇ ਵੀ, ਉਹ ਜਿਹੜੀਆਂ ਉਹਨਾਂ ਦੀਆਂ ਟਰਬਾਈਨ ਨੇ, ਉਹ ਜਿਹੜੇ ਉਹਨਾਂ ਦੇ ਇੰਜਨ ਨੇ, ਉਹ ਜਿਹੜੀ ਸਾਡੀ ਸਰਕਾਰ ਹੈ, ਜਿਹੜੀ ਸਾਡੀ ਕੰਪਨੀ ਹੈ ਇੱਥੇ, ਉਹ ਰਿਪੇਅਰ ਕਰਦੇ ਰਹੇ ਨੇ, ਜਦ ਕਿ ਅਸੀਂ ਸਾਈਨ ਕੀਤਾ ਹੋਇਆ UN ਜਿਹੜਾ ਯੂਨਾਈਟਿਡ ਨੇਸ਼ਨ ਦਾ ਚਾਰਟਰ ਹੈ ਕਿ ਅਸੀਂ ਇਦਾਂ ਨਹੀਂ ਕਰ ਸਕਦੇ। ਜੇ ਅਸੀਂ ਕਰਾਂਗੇ ਤੇ ਸਾਡਾ ਅਸੀਂ ਵਾਰ ਕ੍ਰਾਈਮ ਜਿਹੜੇ ਜੰਗ ਦੇ ਕ੍ਰਾਈਮ ਦੋਸ਼ੀ ਪਾਏ ਜਾਵਾਂਗੇ। ਲਓ ਜੀ, ਗੱਲ ਇਹ ਆਈ ਹੈ ਵਿਦਨ 2-3 ਦਿਨ, ਦੂਜੇ ਤੇ ਤੀਜੇ ਦਿਨ ਨਾਲ ਹੀ ਕੋਵਿਡ, ਕਰੋਨਾ ਦਾ ਲੋਕਡਾਊਨ ਸ਼ੁਰੂ ਹੋ ਗਿਆ। ਹੁਣ ਉਹਦਾ ਗੱਲ ਕਿਤੇ ਰਹਿ ਗਈ, ਕਿੱਥੇ ਰਹਿ ਗਈ? ਸੋ ਇਹ ਮੇਰੇ ਖਿਆਲ ਆ ਪੇ ਇਹ ਦੁਨੀਆ ਦਾ ਇੱਕ ਬਹੁਤ ਵੱਡਾ ਇਹ ਵਰਤਾਰਾ ਚੱਲ ਰਿਹਾ ਹੈ। ਹਾਂ, ਨਹੀਂ ਕਰੋਨਾ ਹੈ ਆ, ਅਸੀਂ ਇਹ ਨਹੀਂ ਕਹਿੰਦੇ ਨਹੀਂ ਆ, ਪਰ ਇਹਨੂੰ ਵਰਤਿਆ ਗਿਆ ਬਹੁਤ ਵੱਡੇ ਪੱਧਰ ਤੇ। ਜਾਂ ਤੇ ਸਟੱਡੀ ਕਰਾਉਣਾ ਜੀ, ਇਹ ਪੋਸੀਬਿਲਿਟੀ ਹੈ ਕਿ ਸ਼ਾਇਦ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਦਾ ਜੈਨੇਟਿਕ ਮੇਕਅਪ ਇਹੋ ਜਿਹਾ ਆ ਸ਼ਾਇਦ ਕਿ ਉਹਨਾਂ ਦੇ ਵਿੱਚ, ਹਾਂ, ਜਿਹੜੇ ਯੂਰਪ ਦੇ ਵਿੱਚ, ਇਟਲੀ ਦੇ ਵਿੱਚ ਬਹੁਤ ਮੌਤਾਂ ਹੋਈਆਂ ਨੇ, ਸ਼ਾਇਦ ਉਹਨਾਂ ਦਾ ਉੱਥੇ ਕੋਈ ਐਟਮੋਸਫੀਅਰ ਵੱਖਰਾ ਹੈ, ਕਿ ਇਹੋ ਜਿਹੀ ਰਿਸਰਚ ਕਰਾਓ, ਇਹੋ ਜਿਹੀ ਗੱਲ ਤੇ ਕੋਈ ਸਾਹਮਣੇ ਨਹੀਂ ਆ ਰਹੀ। ਖੁਰਾਕ ਵਾਤਾਵਰਣ ਕੁਝ ਅਲੱਗ ਹੋ ਸਕਦਾ ਹੈ, ਪਰ ਹਾਂ, ਕਿਉਂਕਿ ਇਹ ਜਿਹੜਾ ਅਸੀਂ ਅਗਲੇ ਹਫ਼ਤੇ ਗੱਲ ਕਰਾਂਗੇ, ਜਿਹਦੇ ਵਿੱਚ ਜਿਹੜਾ ਇਹ ਕਰੋਨਾ ਵਾਲਾ ਕ੍ਰਾਈਸਿਸ ਹੈ, ਜਿਹਨੂੰ ਕੋਰੀ ਮਾਰਨਿੰਗ ਸਟਾਰ ਜਾਂ ਵਰਨੂ ਨਾਲ ਗੱਲ ਕਰਾਂਗੇ, ਜਿਹਨੂੰ ਕਹਿੰਦੇ ਨੇ ਗ੍ਰੇਟ ਰੀਸੈਟ, ਕਿ ਦੁਨੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਦੁਨੀਆ ਦੇ ਉੱਪਰ ਜਿਹੜਾ ਕਰਜ਼ਾ ਵੱਧ ਚੁੱਕਿਆ, ਇਹ ਕੋਈ ਬਹੁਤ ਵੱਖਰੇ ਤਰੀਕੇ ਦੀ ਦੁਨੀਆ ਪਹਿਲੇ ਵਰਗੀ ਨਹੀਂ ਰਹੂਗੀ, ਕਿਸੇ ਹੋਰ ਤਰੀਕੇ ਦੀ ਇਹ ਸਾਰੇ ਤਰੀਕੇ ਨਾਲ ਇਹ ਬਣਾਉਣਾ ਚਾਹੁੰਦੇ ਨੇ, ਜਿਹਦਾ ਨਾਂ ਦਿੱਤਾ ਗਿਆ ਗ੍ਰੇਟ ਰੀਸੈਟ। ਸੋ ਉਹ ਗੱਲਬਾਤ ਹੋਊਗੀ। ਸੋ ਇੱਕ ਗੱਲ ਮੈਂ ਕਰਨੀ ਚਾਹੁੰਦਾ, ਮੇਰੀ ਹੈਗੀ ਗੱਲ 'ਚ ਰੜਕ ਰਹੀ ਹੈ ਵੀ ਜਿਵੇਂ ਆਪਾਂ ਕੋਵਿਡ ਦੀ ਗੱਲ ਕੀਤੀ, ਮੁੜ ਕੇ ਹੈਗੀ ਜਿਵੇਂ ਆਪਾਂ ਦੇਖਿਆ ਵੀ ਲੱਖਾਂ ਬੰਦਾ ਜਿਹੜਾ ਹੈਗਾ ਉਹ 6 ਮਹੀਨੇ ਹੋਣ ਵਾਲੇ ਆ ਕਿ ਪੰਜਾਬ ਜਿਹੜੇ ਲੋਕ ਬੈਠੇ ਆ। ਇੱਕ ਉੱਥੇ ਹੋਰ ਗੱਲ ਹੋਈ ਆ, ਉਹ ਇਹ ਆ ਕਿ ਤਕਰੀਬਨ 4-5 ਸਾਲ ਤੋਂ ਲਾ ਕੇ ਤਕਰੀਬਨ ਜਿਹੜਾ ਹੈਗਾ ਜ਼ੋਰ ਲਾਇਆ ਜਾ ਰਿਹਾ ਮੁੜ ਕੇ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਨਸ਼ੇ ਪੱਤੇ ਖਾਂਦੇ ਆ, ਉਹ ਟੀਕੇ ਲਾਉਂਦੇ ਆ, ਫਲਾਨਾ ਹੋ ਗਿਆ, ਚਿੱਟਾ ਆ ਗਿਆ, ਕਾਲਾ ਹੋ ਗਿਆ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਮੁੜ ਕੇ ਵੀ ਉੱਥੇ ਹੁਣ ਅਸੀਂ ਤਕਰੀਬਨ ਵੀ 5 ਮਹੀਨੇ ਤਾਂ ਮੈਂ ਬੈਠਾ ਉਹਨਾਂ ਦੇ ਵਿੱਚ, ਕੋਈ ਹੈ ਨਸ਼ੇੜੀ ਲੱਖਾਂ ਜਿਹੜਾ ਬੰਦਾ ਸੀਗਾ
ਉਹਨਾਂ 6 ਮਹੀਨੇ ਵਿੱਚ ਇੱਕ ਵੀ ਬੰਦਾ ਜਿਹੜਾ ਹੈਗਾ ਟੀਕੇ ਨਾਲ ਨਹੀਂ ਮਰਿਆ। ਬਕਵਾਸ ਗੱਲ ਇੱਕ ਵੀ ਬੰਦਾ ਨਸ਼ੇ ਨਾਲ ਨਹੀਂ ਮਰਿਆ। ਉਹ ਤੇ ਫਿਲਮ ਜਿਹੜੀ ਇਹਨਾਂ ਨੇ ਫਿਲਮ ਬਣਾਈ ਸੀਗੀ ਉਹ ਉੜਤਾ ਪੰਜਾਬ ਤੇ ਉਹ ਤੇ ਯਾਰ ਉਹਦੇ ਚ ਖੁਦ ਐਕਟਰ ਕੌਣ ਆ, ਅਨੂਪਮ ਖੇਰ ਦੀ ਘਰ ਵਾਲੀ, ਉਹ ਤੇ ਪੰਜਾਬ ਨੂੰ ਪੂਰਾ ਬਦਨਾਮ ਕਰਨ ਵਾਸਤੇ ਵੀ ਇੱਥੇ ਕਬਜ਼ਾ ਕਰ ਲਓ, ਇਹ ਤੇ ਸਾਰੇ ਨਛੇੜੀ ਹੋ ਚੁੱਕੇ ਆ। ਪਰ ਇਹ ਅੰਦੋਲਨ ਨੇ ਇਹ ਉਹ ਗਲਤ ਪ੍ਰੂਫ ਕਰ ਦਿੱਤੀ ਬਿਲਕੁਲ ਕਰਤਾ ਜੀ, ਬਿਲਕੁਲ ਕਰਤਾ, ਕੋਈ ਸ਼ੱਕ ਵੀ ਬੰਦਾ ਨਹੀਂ ਇੰਨਾ ਨਛੇੜੀ ਸੀਗਾ ਹੀ ਨਹੀਂ, ਇੰਨਾ ਪ੍ਰਭਾਵ ਨਹੀਂ ਸੀਗਾ ਉਹਦੇ ਉਸ ਟਾਈਮ ਤੇ। ਅਨੂ ਜੀ ਕਿਹੋ ਜਿਹੀਆਂ ਵੀਡੀਓ ਸਾਹਮਣੇ ਆ, ਕਈ ਤੇ ਬਿਲਕੁਲ ਡਰਾਮਾ ਸਾਨੂੰ ਲੱਗਣ ਡੀਆਂ ਸੀਗੀਆਂ ਵੀ ਉਹ ਮੁੰਡੇ ਜੇ ਆਏ ਉੱਥੇ ਝੂਲੀ ਜਾਂਦੇ ਨੇ ਬਿਨਾਂ ਕਿਸੇ ਗੱਲ, ਉਹ ਲੱਗਣ ਡੀਆਂ ਸੀ ਵੀ ਇਹ ਬਿਲਕੁਲ ਡਰਾਮਾ ਲੱਗਣ ਡਿਆ ਹੈਗਾ। ਉਹ ਬਿਲਕੁਲ ਉਹਦੇ ਪ੍ਰੋਪੇਗੈਂਡਾ ਸੀਗਾ ਜੀ। ਇਹੀ ਅਸੀਂ ਗੱਲ, ਇਹ ਸਾਰੀ ਗੱਲਬਾਤ ਦਾ ਸਾਡਾ ਜਿਹੜਾ ਇਹ ਮਤਲਬ ਇਹ ਸੀਗਾ। ਸੋ ਦੋਸਤੋ ਇਹ ਆਪਾਂ ਗੱਲਬਾਤ ਜਿਹੜੀ ਇਹ ਇੰਟਰਨੈਸ਼ਨਲ ਇਹ ਗੱਲਬਾਤ ਜਾਰੀ ਰੱਖਾਂਗੇ। ਥੋੜਾ ਜਿਹਾ ਅਸੀਂ ਹੁਣ ਆਪਣੇ ਸੰਘਰਸ਼ ਦੇ ਵੱਲ ਆਈਏ। ਸੋ ਦੋਸਤੋ ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਸੰਘਰਸ਼ ਨੂੰ ਲੀਹੋ ਲਾਉਣ ਦਾ ਇੱਕ ਖਾਲਿਸਤਾਨ ਦਾ ਏਜੰਡਾ ਹੀ ਹੈ ਆ ਜਿਹੜਾ ਲੀਹੋ ਲਾ ਸਕਦਾ ਆ। ਔਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇੰਨਾ ਕੁ ਝੂਠ ਮਾਰਿਆ ਜਾ ਰਿਹਾ, ਹੱਦ ਦਰਜੇ ਦਾ ਝੂਠ ਮਾਰਿਆ ਜਾ ਰਿਹਾ। ਫੋਰ ਐਗਜ਼ਾਮਪਲ ਕਿ ਜਦੋਂ ਉਹ ਆਪਣੇ ਜਗਰਾਉਂ ਦੀ ਰੈਲੀ ਹੋਈ ਹੈ ਉੱਥੇ ਪੁਲਿਸ ਆਈ ਸੀਗੀ ਜੀ, ਜਦ ਕਿ ਬਾਰ-ਬਾਰ ਜਥੇਬੰਦੀਆਂ ਨੇ ਇਹ ਗੱਲ ਕਹਿ ਚੁੱਕਿਆ ਕਿ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਸੀਗਾ ਕਿ ਤੁਸੀਂ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਆ, ਅਸੀਂ ਉਹਨਾਂ ਨੂੰ ਕਿਹਾ ਸੀ ਅਸੀਂ ਪ੍ਰੋਟੈਕਸ਼ਨ ਤੁਹਾਡੀ ਨਹੀਂ ਲੈਣੀ। ਫਿਰ ਵੀ ਬਾਰ-ਬਾਰ ਮੀਡੀਆ ਦੇ ਉੱਪਰ ਬਕਵਾਸ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਜੀ ਪ੍ਰੋਟੈਕਸ਼ਨ ਲੈ ਲਈ, ਇਹਨਾਂ ਨੇ ਇਹ ਹੋ ਗਿਆ, ਇਹਨਾਂ ਨੇ ਉਹ ਹੋ ਗਿਆ। ਉਸ ਤੋਂ ਬਾਅਦ ਇਸ ਹੱਦ ਤੱਕ ਮੈਂ ਅਨੂ ਜੀ ਇੱਕ ਗੱਲ ਮੈਂ ਹੋਰ ਅੱਜ ਕਰਨੀ ਚਾਹੁੰਦਾ, ਮੈਂ ਤਿੱਖੀ ਗੱਲ ਕਰਨੀ ਚਾਹੁੰਦਾ ਵੈਸੇ, ਕਿ ਜਿਹੜਾ ਬਾਰ-ਬਾਰ ਇਹ ਗੱਲ ਆ ਰਹੀ ਨਾ ਕਿ ਮੇਰਾ ਐਕਚੁਅਲੀ ਫੋਨ ਤੇ ਮੈਂ ਤਾਂ ਪ੍ਰੂਫ ਹੀ ਦੇ ਦਿੰਦਾ ਵੈਸੇ, ਇਹਦੀ ਕੋਈ ਗੱਲ ਨਹੀਂ। ਇਹ ਬਾਰ-ਬਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਹ ਜੀ ਬੀਜੇਪੀ ਦਾ ਆਈਟੀ ਸੈੱਲ ਆ ਜਿਹੜਾ ਇਹ ਕੰਮ ਕਰ ਰਿਹਾ। ਨਹੀਂ, ਇਹ ਬੀਜੇਪੀ ਦਾ ਆਈਟੀ ਸੈੱਲ ਨਹੀਂ। ਅਸੀਂ ਬੰਦਿਆਂ ਨੂੰ ਜਾਣਦੇ ਆ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ, ਦਾੜੀਆਂ ਰੱਖੀਆਂ ਨੇ, ਲੋਕਲ ਬੰਦੇ ਨੇ ਜਿਹੜੀ ਬਕਵਾਸ ਇਹੋ ਜਿਹੀ ਕਰ ਰਹੇ ਨੇ। ਔਰ ਇਹ ਬਿਲਕੁਲ ਸੰਘਰਸ਼ ਜਿਹੜੇ ਖਿਲਾਫ ਭੁਗਤ ਰਹੇ ਨੇ। ਤੁਸੀਂ ਅਣਜਾਣ ਹੋ ਕੇ ਤੁਸੀਂ ਇਹ ਬੀਜੇਪੀ ਦੇ ਤੁਸੀਂ ਜਿਹੜਾ ਉਹਨਾਂ ਦਾ ਆਈਟੀ ਸੈੱਲ ਉਹਨਾਂ ਤੁਸੀਂ ਪੱਖ ਦੇ ਵਿੱਚ ਤੁਸੀਂ ਭੁਗਤਦੇ ਪਏ ਹੋ। ਕਿੱਡੀ ਸਾਥੀ ਜੀ, ਕਿੱਡੀ ਘਟੀਆ ਹਰਕਤ ਹੈ ਜਦੋਂ ਜਗਰਾਉਂ ਰੈਲੀ ਦੇ ਵਿੱਚ ਆਪਣੇ ਸਾਥੀ ਮਨਜੀਤ ਸਿੰਘ ਧਨੇਰ ਜਿਨ੍ਹਾਂ ਦੀ ਸਾਰੀ ਉਮਰ ਔਰਤਾਂ ਦੀ ਆਜ਼ਾਦੀ ਦੇ ਵਾਸਤੇ ਉਹਨਾਂ ਨੇ ਆਪਣੀ ਜੇਲ੍ਹਾਂ ਦੇ ਵਿੱਚ ਰਹੇ ਨੇ, ਮਹਿਲ ਕਲਾ ਕਾਂਡ ਦੇ ਵਿੱਚ, ਜਦੋਂ ਉਹ ਗੱਲ ਕਰ ਰਹੇ ਨੇ ਕਿ ਮੇਰਾ ਪਿਛਲੇ ਹਫ਼ਤੇ ਮੇਰਾ 35 ਸਾਲ ਦਾ ਮੇਰਾ ਜਿਹੜਾ ਜਵਾਈ ਹੈ ਉਹਦੀ ਡੈਥ ਹੋਈ ਹੈ, ਮੌਤ ਹੋਈ ਐਕਸੀਡੈਂਟ ਦੇ ਵਿੱਚ, ਮੈਂ ਉਹਦੇ ਬਾਵਜੂਦ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਆ ਤੇ ਥੱਲੇ ਕਮੈਂਟ ਆ ਰਹੇ ਨੇ ਕਿ ਤੇਰੀ ਕੁੜੀ ਕੋਈ ਗੱਲ ਨਹੀਂ, ਤੇਰੀ ਕੁੜੀ ਹੈ ਜਿਹੜੀ ਉਹ ਅਸੀਂ ਲੈ ਜਾਾਂਗੇ। ਮਤਲਬ ਇਸ ਹੱਦ ਤੱਕ ਜਿਹੜੇ ਲੋਕ ਜਿਹੜੇ ਗਿਰ ਗਏ ਇਹ ਤੇ ਹੱਦ ਤੱਕ ਗਿਰ ਚੁੱਕੇ ਨੇ। ਹਾਂ ਸਾਥੀ, ਜਿਹਦੇ ਵਾਸਤੇ ਤੁਸੀਂ ਵੀ ਇਹਦੇ ਵਾਸਤੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਕੀ ਕਿਹਾ ਜਾ ਸਕਦਾ? ਮੁੜ ਕੇ ਘੱਟੋ ਘੱਟ ਇਹੀ ਆ ਸਭ ਤੋਂ ਵੱਧ ਮੁੜ ਕੇ ਜਿਹੜੀ ਸਾਡਾ, ਜਿਵੇਂ ਆਪਣੀ ਗੱਲ ਕੀਤੀ ਆ ਵੀ ਜਿਹੜੇ ਹੈਗੇ ਆ ਖਾਲਿਸਤਾਨੀ ਆ, ਉਹਨਾਂ ਨੂੰ 5-6 ਮਹੀਨਿਆਂ ਤੋਂ ਲਾ ਕੇ ਜਿਹੜੀ ਹੈਗਾ ਉਹ ਜ਼ੋਰ ਲਾ ਰਹੇ ਆ ਤੇ ਉਹਨਾਂ ਦੇ ਕਿਤੋਂ ਹੱਥ ਨਹੀਂ ਪੈ ਰਿਹਾ। ਉਹ ਮਤਲਬ ਹੈਗਾ ਵੀ ਜੇ ਨਹੀਂ ਪੈ ਰਿਹਾ ਤਾਂ ਘੱਟੋ ਘੱਟ ਵੀ ਜਿਹੜੇ ਕਿਸੇ ਐਨਜੀਓ ਰਾਹੀਂ ਜਾਂ ਕਰੋ ਮੁੜ ਕੇ ਜਿਹੜੀ ਇੱਕ ਤਰ੍ਹਾਂ ਦਾ ਪ੍ਰਵੋਗ ਕਰਕੇ ਜਿਹੜਾ ਹੈਗਾ ਉਹਦਾ ਮਸਲਾ ਹੱਲ ਕਰਨਾ ਚਾਹੁੰਦੇ ਆ। ਇਸ ਵਾਸਤੇ ਮੁੜ ਕੇ ਪਰ ਕਿਉਂਕਿ ਅਸੀਂ ਮਤਲਬ ਜਿਹੜੀ ਹਾਲਤ 'ਚ ਅਸੀਂ ਅੱਜ ਸਾਡਾ ਸੰਘਰਸ਼ ਖੜਾ ਹੈ, ਜਿੱਥੇ ਅਸੀਂ ਬਿਲਕੁਲ ਜਿੱਤ ਦੇ ਨੇੜੇ ਖੜੇ ਆ, ਉੱਥੇ ਲਾ ਕੇ ਉਹ ਕਹਿੰਦੇ ਵੀ ਜੇ ਕੁਝ ਵੀ ਨਹੀਂ ਆਪਾਂ ਕਰ ਸਕਦੇ ਤੇ ਆਹ ਤਾਂ ਕਰ ਸਕਦੇ, ਘੱਟੋ ਘੱਟ ਇਹਨੂੰ ਬੁਲਾ ਕੇ ਵੇਖੋ। ਬੁਲਾਉਣ ਦਾ ਇੱਕ ਢੰਗ ਆ, ਚਾਹੇ ਜਿਹੜਾ ਸਾਡੇ ਕਿ ਯਾਰ ਕੁੜੀਆਂ ਕਿਹਦੀਆਂ ਨਹੀਂ ਹੁੰਦੀਆਂ ਜੇ ਜਾਣ ਗਏ ਮੁੜ ਕੇ ਤੇ ਖਾਲਿਸਤਾਨੀ ਜਿਹਨੂੰ ਕਹਿ ਰਹੇ ਸਿੱਧੇ ਤੌਰ ਤੇ ਮੁੜ ਕੇ ਹਿਲਜਾਉਣ ਹੋਣੇ ਵੀ ਖਾਲਿਸਤਾਨੀ ਦਾ ਕੰਮ ਹੈ। ਪਤਾ ਨਹੀਂ ਸਾਥੀ ਜੀ ਕੌਣ ਨੇ, ਮੈਨੂੰ ਤੇ ਇਹ ਵੀ ਪਤਾ ਨਹੀਂ। ਉਹ ਨਹੀਂ ਮੇਰਾ ਖਾਲਿਸਤਾਨੀ ਕਹਿਣ ਦਾ ਭਾਵ ਨਹੀਂ ਵੀ ਇਹ ਜਿਹੜੇ ਬੰਦੇ ਆ ਜਿਹਨੇ ਉਹ ਜੇ ਕਮੈਂਟ ਕੀਤਾ ਉਹ ਕੋਈ ਬਾਹਰੋਂ ਨਹੀਂ ਆਏ, ਉਹ ਕੋਈ ਆਈਟੀ ਸੈੱਲ ਵਾਲੇ ਨਹੀਂ ਹੈਗੇ, ਉਹ ਤਾਂ ਇਹੀ ਆ ਵੀ ਇਹਨਾਂ ਦਾ ਮੁੜ ਕੇ ਮੈਨੂੰ ਤਾਂ ਇਹ ਲੱਗ ਰਿਹਾ ਮੁੜ ਕੇ ਜਿਹੜਾ ਇਹਨਾਂ ਜ਼ੋਰ ਲਾ ਰਹੇ ਆ, ਪਰ ਉਹ ਜਿਹੜੀ ਇੱਕ ਤਰ੍ਹਾਂ ਦਾ ਵੀ ਸਾਨੂੰ ਬੁਲਾਉਣ ਜਾਂ ਪ੍ਰਵੋਕ ਕਰਨ ਦੀ ਗੱਲ ਕਰ ਰਿਹਾ ਵੀ ਤਾਂ ਕਿ ਮੁੜ ਕੇ ਘੱਟੋ ਘੱਟ ਵੀ ਜੇ ਅਸੀਂ ਇਹਨਾਂ ਦਾ ਹੁਣ ਤੇ ਨੁਕਸਾਨ ਨਹੀਂ ਕਰ ਸਕੇ ਤਾਂ ਇਸ ਤਰ੍ਹਾਂ ਕੀਤਾ ਜਾਵੇ ਵੀ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਸਾਡੇ ਜਵਾੜਨਾ ਚਾਹੁੰਦੇ ਆ ਦੀਪ ਸਿੱਧੂ ਰਾਹੀਂ ਜਾਂ ਸਿਧਾਣੇ ਰਾਹੀਂ ਉਹ ਆਪਾਂ ਨਹੀਂ ਜਿਹੜੀ ਉਹਨਾਂ ਦੇ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਨਾ ਉਹਨੂੰ ਵੜਨ ਦਿੱਤੇ ਆ, ਪਰ ਇਹਦੇ ਬਾਵਜੂਦ ਹੀ ਮੁੜ ਕੇ ਫਿਰ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ। ਪਤਾ ਆਹ ਦੇਖੋ ਜੀ ਲੋਕਲ ਬੰਦਾ ਇਹ ਸੋਣਾ ਚਾਹੁੰਦੇ ਨੇ, ਆਹ ਲੋਕਲ ਬੰਦਾ ਹੈ, ਜਾਣਦੇ ਆ ਅਸੀਂ ਇਹਨੂੰ। ਇਹ ਜਿਹੜਾ ਇੱਕ ਹੈਗਾ ਪ੍ਰੋਫੈਸਰ ਪੱਪਲਪ੍ਰੀਤ ਉਹਨੇ ਹੁਣ ਦੇ ਕੀਤਾ, ਉਹਨੇ ਕਹਿੰਦਾ ਅਸੀਂ ਦੀਪ ਸਿੱਧੂ, ਲੱਖਾ ਸਿਧਾਣਾ ਤੇ ਨੌਜਵਾਨਾਂ ਦਾ ਠੇਕਾ ਨਹੀਂ ਲਿਆ, ਕਾਮਰੇਡ ਉਗਰਾਹਾਂ। ਉਸ ਤੋਂ ਬਾਅਦ ਉਹ ਆਪਣੇ ਯਾਰ ਸਿੱਧ ਪੱਧਰਾ ਜੱਟ ਉਹ ਆਪਣਾ ਖੁੰਡੇ ਵਾਲਾ ਬਾਪੂ ਰੁਲਦੂ ਸਿੰਘ ਉਮਰ ਲਾਤੀ ਬਾਈ ਨੇ ਸੰਘਰਸ਼ਾਂ ਦੇ ਉੱਪਰ। ਇਹ ਜਿਹੜਾ ਜਿਵੇਂ
ਉੱਥੇ ਜ਼ਮੀਨੀ ਜਿਹੜਾ ਬਰਨਾਲੇ ਨਹੀਂ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਸੰਘਰਸ਼ ਚੱਲਿਆ ਸੀ ਬੇਜ਼ਮੀਨਿਆਂ ਦਾ, ਉੱਥੇ ਇਸ ਬੰਦੇ ਨੇ ਕਿੰਨਾ ਆਪਣਾ ਸੈਕਰੀਫਾਈਸ ਕੀਤਾ ਹੈ। ਆ ਦੇਖੋ, ਔਰ ਉਹਨਾਂ ਨੂੰ ਸਾਥੀ ਜੀ ਫੋਨ ਆ ਵੇਖੋ, ਆ ਇਹੋ ਜੀਆਂ ਘਟੀਆਂ ਮੈਂ ਸ਼ਬਦ ਤੇ ਬਹੁਤ ਇਹੀ ਬੰਦਾ ਇੱਥੇ ਲੋਕਲ ਬੰਦਾ, ਇਹ ਕਹਿੰਦਾ ਜਿਸ ਕਿਸੇ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਏ ਤੇ ਲਾਹਨਤਾਂ ਪਾਉਣੀਆਂ ਹੋਵੇ ਕਿਸਾਨ ਆਗੂਆਂ ਨੂੰ ਫੋਨ ਕਰੋ, ਤੇ ਕੱਲੇ ਸਾਥੀ ਦਾ ਇਹ ਨਾਂ ਉਹਨਾਂ ਦਾ ਲਿਖ ਕੇ ਨੰਬਰ ਲਿਖੇ ਹੋਏ ਆ, ਦਰਸ਼ਨਪਾਲ ਦਾ ਉਹਦਾ ਨਾਂ, ਉਹ ਸਾਰਿਆਂ ਦੇ ਨਾਂ ਪਾਏ ਹੋਏ ਆ ਹੈ। ਇਹ ਔਰ ਉਸ ਬੰਦੇ ਨੂੰ ਉਹਨੂੰ ਗਾਲਾਂ ਕੱਢੀਆਂ ਜਾ ਰਹੀਆਂ, ਉਹ ਬੜੇ ਪਿਆਰ ਨਾਲ ਫਿਰ ਵੀ ਉਹ ਬੋਲਦਾ ਪਿਆ ਆ। ਔਰ ਬੰਦਾ ਕੌਣ ਹੈ? ਉਹਦੇ ਚ ਬਾਤ ਦੱਸਾਂ ਮੈਂ, ਬਹੁਤ ਨੇ ਜੀ ਇਹੋ ਜਿਹੇ, ਇੱਕ ਨਹੀਂ ਹੈਗਾ, ਬਹੁਤ ਲੋਕਾਂ ਨੇ ਸ਼ੇਅਰ ਕੀਤਾ ਅੱਗੇ ਤੋਂ ਅੱਗੇ, ਉਹ ਅੱਗੇ ਤੋਂ ਅੱਗੇ ਸ਼ੇਅਰ ਕਰੀ ਜਾਂਦੇ ਨੇ, ਪਤਾ ਨਹੀਂ ਹੈ। ਇਹ ਹੋਰ ਆ ਕੀ ਇਹ ਕਾਮਰੇਡ ਖੁਸ਼ੀ ਮਨਾ ਰਹੇ ਆ, ਦੀਪ ਸਿੱਧੂ ਬਕਵਾਸ ਕਰੀ ਜਾਂਦੇ ਨੇ, ਇਹ ਨਾ ਕੋਈ। ਮੇਰੇ ਖਿਆਲ ਆਪਾਂ ਇਹਨੂੰ ਇੱਥੇ ਹੀ ਵਾਈਂਡ ਅਪ ਕਰੀਏ, ਸਾਡੇ ਕੋਲ ਸਿਰਫ 5 ਮਿੰਟ ਬਾਕੀ ਨੇ, ਆਪਾਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਵੱਲ ਤੁਰੀਏ। ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਬੀਤੇ ਕੱਲ ਐਤਵਾਰ ਸਾਡੇ ਨਾਲ ਜੁੜੇ ਜਿੰਨੇ ਵੀ ਸਾਥੀ ਮੁਜ਼ਾਹਰੇ 'ਚ ਕਿਸਾਨਾਂ ਦੀ ਹਮਾਇਤ 'ਚ, ਅਸੀਂ ਹਰ ਐਤਵਾਰ ਦੁਪਹਿਰ 2 ਵਜੇ ਹੁੰਦੇ ਆ ਓਨੀਹੰਗਾ 133 ਓਨੀਹੰਗਾ ਮਾਲ, ਜਿੱਥੇ ਕਿ ਭਾਰਤੀ ਹਾਈ ਕਮਿਸ਼ਨ ਦਾ ਬ੍ਰਾਂਚ ਆਫਿਸ ਹੈ ਆਕਲੈਂਡ ਦਾ। ਤੋਂ ਅਗਲੇ ਐਤਵਾਰ ਵੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਸਾਡੇ ਨਾਲ ਹੋਵੋਗੇ। 2 ਵਜੇ ਦੁਪਹਿਰ ਨੂੰ ਅਸੀਂ ਹੁੰਦੇ ਹਾਂ ਉੱਥੇ। ਤੋਂ ਜਦੋਂ ਤੱਕ ਸਾਡੇ ਕਿਸਾਨ ਬੈਠੇ ਹੋਏ ਨੇ ਧਰਨੇ ਤੇ ਦਿੱਲੀ ਬਾਰਡਰਾਂ ਤੇ, ਅਸੀਂ ਵੀ ਹਰ ਐਤਵਾਰ ਉੱਥੇ ਜਾਂਦੇ ਰਵਾਂਗੇ। ਔਰ ਜਿਹੜਾ ਸ਼ੁਰੂ 'ਚ ਮੈਂ ਕਿਹਾ ਸੀਗਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਇੱਕ ਛੋਟੀ ਜਿਹੀ ਅਪਡੇਟ ਹੈ। ਸੋ ਇਸ ਵਕਤ ਹਾਲੇ ਵੀ ਕਾਫੀ ਸਾਰੇ ਲੋਕ ਜਿਹੜੇ ਵਿਜ਼ਿਟਰ ਵੀਜ਼ਾ 'ਤੇ ਨੇ ਉਹ ਇੱਥੇ ਸਟਕ ਨੇ ਨਿਊਜ਼ੀਲੈਂਡ 'ਚ। ਸੋ ਬੀਤੇ ਹਫਤੇ ਸਰਕਾਰ ਨੇ, ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਹੈ ਜਿਹਦੇ ਤਹਿਤ ਕਿ ਜਿਹੜੇ ਲੋਕਾਂ ਦਾ ਵਿਜ਼ਿਟਰ ਵੀਜ਼ਾ 31 ਮਾਰਚ 2021 ਜਾਂ ਉਸ ਤੋਂ ਪਹਿਲਾਂ ਐਕਸਪਾਇਰ ਹੁੰਦਾ ਹੈ, ਉਹਨਾਂ ਨੂੰ ਆਟੋਮੈਟਿਕ 2 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਜਾਏਗੀ। ਸੋ 5 ਮਾਰਚ ਤੱਕ ਤੁਹਾਨੂੰ ਈਮੇਲ ਰਾਹੀਂ ਨੋਟੀਫਾਈ ਕਰ ਦੇਣਗੇ। ਅਗਰ ਕਿਸੇ ਦਾ ਵਿਜ਼ਿਟਰ ਵੀਜ਼ਾ 31 ਮਾਰਚ ਤੋਂ ਬਾਅਦ ਐਕਸਪਾਇਰ ਹੁੰਦਾ ਹੈ ਤਾਂ ਤੁਸੀਂ 6 ਮਹੀਨੇ ਵਾਸਤੇ ਹੋਰ ਐਪਲੀਕੇਸ਼ਨ ਲਗਾ ਸਕਦੇ ਹੋ। ਨਾਰਮਲੀ ਰੂਲ ਇਹ ਹੁੰਦਾ ਕਿ ਅਗਰ ਤੁਸੀਂ 9 ਮਹੀਨੇ ਲਗਾਤਾਰ ਇੱਥੇ ਰਹਿ ਚੁੱਕੇ ਹੋ, ਅਗਲੇ 9 ਮਹੀਨੇ ਤੁਹਾਨੂੰ ਫਿਰ ਕੰਟਰੀ ਆਊਟ ਕਰਨਾ ਪੈਂਦਾ, ਪਰ ਉਹ ਵਾਲਾ ਰੂਲ ਇਹਨਾਂ ਨੇ ਫॉर द ਟਾਈਮ ਬੀਇੰਗ ਇਹਨਾਂ ਨੇ ਉਹ ਮਾਫ ਕਰ ਦਿੱਤਾ ਆ। ਸੋ ਅਗਰ ਤੁਸੀਂ 9 ਮਹੀਨੇ ਤੋਂ ਜ਼ਿਆਦਾ ਲਗਾਤਾਰ ਰਹਿ ਵੀ ਚੁੱਕੇ ਹੋ, ਫਿਰ ਵੀ ਤੁਸੀਂ 6 ਮਹੀਨਿਆਂ ਲਈ ਐਕਸਟੈਂਸ਼ਨ ਲੈ ਸਕਦੇ ਹੋ। ਤੋ ਇਹ ਛੋਟੀ ਜੀ ਹੈ ਅਨਾਉਂਸਮੈਂਟ, ਪਰ ਮੈਨੂੰ ਮੇਰੇ ਸੰਪਰਕ 'ਚ ਕਾਫੀ ਸਾਰੇ ਲੋਕ ਸਨ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਹੋਰ ਬਜ਼ੁਰਗ ਇੱਥੇ ਇਸ ਵਕਤ ਫਸੇ ਹੋਏ ਸੀ। ਸੋ ਉਹਨਾਂ ਨੂੰ ਇਹਦੇ 'ਚੋਂ ਥੋੜ੍ਹੀ ਜਿਹੀ ਟੈਂਪਰੇਰੀ ਤੌਰ 'ਤੇ ਰਾਹਤ ਜ਼ਰੂਰ ਮਿਲੇਗੀ। ਤੋ ਇਹਦੇ ਵਿੱਚ ਅਸੀਂ ਹਮੇਸ਼ਾ ਉਮੀਦ ਕਰਦੇ ਰਹਿੰਦੇ ਹਾਂ ਕਿ ਜਿਹੜੇ ਆਫਸ਼ੋਰ ਸਟਕ ਨੇ ਸਾਡੇ ਮਾਈਗ੍ਰੈਂਟਸ, ਉਹਨਾਂ ਲਈ ਵੀ ਕੋਈ ਥੋੜ੍ਹੀ ਬਹੁਤੀ ਰਾਹਤ ਵਾਲੀ ਅਨਾਉਂਸਮੈਂਟ ਕਰਨਗੇ। ਪਰ ਫਿਲਹਾਲ ਤੇ ਆਉਂਦੇ ਨਹੀਂ ਕਿਸੇ ਵੀ ਲਾਈਨ ਤੇ, ਨਾ ਹੀ ਕੋਈ ਉਹਨਾਂ ਨੂੰ ਹਾਂ ਕਹਿੰਦੇ ਆ ਨਾ ਕਹਿੰਦੇ ਆ। ਮੈਨੂੰ ਕਾਫੀ ਸਾਰੇ ਲੋਕਾਂ ਨੇ ਪਿਛਲੇ ਹਫਤੇ 'ਚ ਜਦੋਂ ਇਹਨਾਂ ਨੇ ਵੈਕਸੀਨ ਦੀ ਅਨਾਉਂਸਮੈਂਟ ਕੀਤੀ ਔਰ ਉਹ ਸ਼ੁਰੂ ਹੋ ਵੀ ਗਿਆ ਪਿਛਲੇ 2-3 ਦਿਨਾਂ ਤੋਂ, ਜਿਹੜੇ ਫਰੰਟ ਲਾਈਨ ਸਟਾਫ ਨੇ, ਐਸੈਂਸ਼ੀਅਲ ਵਰਕਰਸ, ਜਿੱਦਾਂ ਹੈਲਥ ਵਾਲੇ ਹੋ ਗਏ ਜਾਂ ਪੋਰਟਸ ਵਾਲੇ, ਉਹਨਾਂ ਨੂੰ ਤੇ ਇਹਨਾਂ ਨੇ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਨੇ। ਉਸ ਤੋਂ ਮੇਰੇ ਖਿਆਲ ਅਗਲੇ ਫੇਜ਼ 'ਚ ਆਮ ਜਿਹੜੇ ਲੋਕ ਨੇ ਉਹਨਾਂ ਤੱਕ ਵੀ ਪ੍ਰਾਇਓਰਿਟੀ ਬੇਸਿਸ ਤੇ ਹੋਏਗੀ ਵੈਕਸੀਨੇਸ਼ਨ। ਤੋਂ ਜਿਹੜੇ ਸਟਕ ਨੇ ਆਫਸ਼ੋਰ, ਉਹ ਇਹ ਕਹਿ ਰਹੇ ਨੇ ਵੀ ਹੁਣ ਤੇ ਇਹਨਾਂ ਨੇ ਵੈਕਸੀਨੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ, ਹੁਣ ਤਾਂ ਸਾਨੂੰ ਇਹ ਕੁਝ ਦੱਸਣ ਕਿ ਅਸੀਂ ਆ ਸਕਦੇ ਹਾਂ। ਸੋ ਉਹਦੇ 'ਚੋਂ ਸਾਡੀ ਅਗਰ ਕਿਸੇ ਨਾਲ ਮੁਲਾਕਾਤ ਹੁੰਦੀ ਹੈ, ਮੈਨੂੰ ਲੱਗਦਾ ਕਿ ਚਾਹੇ ਅਸੀਂ ਪ੍ਰੋ ਵੈਕਸੀਨੇਸ਼ਨ ਐਂਟੀ ਵੈਕਸੀਨੇਸ਼ਨ ਆ, ਇਸ ਸਿਚੁਏਸ਼ਨ 'ਚ ਸਾਨੂੰ ਸ਼ਾਇਦ ਇਹ ਤਜਵੀਜ਼ ਜਾਂ ਇਹ ਗੁਜ਼ਾਰਿਸ਼ ਰੱਖਣੀ ਚਾਹੀਦੀ ਹੈ ਕਿ ਜਿਹੜੇ ਆਫਸ਼ੋਰ ਸਟਕ ਨੇ ਉਹ ਅਗਰ ਕਰੋਨਾ ਨੈਗੇਟਿਵ ਟੈਸਟ ਹੋਏ ਔਰ ਵੈਕਸੀਨੇਸ਼ਨ ਵੀ ਕਰਵਾ ਲੈਣ, ਫਿਰ ਉਹਨਾਂ ਨੂੰ ਆਉਣ ਦਿੱਤਾ ਜਾਵੇ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਖਤਰਾ ਨਾ ਬਣਨ ਪਬਲਿਕ ਹੈਲਥ ਲਈ, ਪਬਲਿਕ ਸੇਫਟੀ ਲਈ। ਬਿਲਕੁਲ। ਤਾਂ ਇੱਦਾਂ ਕਦਾ ਕੁਛ ਨਾ ਕੁਛ, ਜਾਂ ਅਗਰ ਇਹ ਨਹੀਂ ਵੀ ਚਾਹੁੰਦੇ ਕਿ ਵਾਪਸ ਆਉਣ, ਉਹ ਹੁਣ ਤੇ ਇੱਥੋਂ ਤੱਕ ਆ ਗਏ ਆ ਵਿਚਾਰੇ, ਕਹਿੰਦੇ ਵੀ ਸਾਨੂੰ ਨਾ ਹੀ ਕਰ ਦੇਣ ਤਾਂ ਕਿ ਅਸੀਂ ਕਿਸੇ ਪਾਸੇ ਲੱਗੀ, ਉਹ ਮਤਲਬ ਅੱਧ ਵਿਚਕਾਏ ਲਟਕੇ ਹੋਏ ਆ ਵਿਚਾਰੇ ਸਾਰੇ। ਕੋਈ ਸ਼ੱਕ ਨਹੀਂ। ਸਾਥੀ ਜੀ ਆਪਣੇ ਕੋਲ 1-2 ਮਿੰਟ ਹੋਰ ਹੈਗੇ ਆ, ਆਪਾਂ ਜੇ ਬਰਨਾਲੇ ਰੈਲੀ ਦੀ, ਕਿਉਂਕਿ ਬਹੁਤ ਸ਼ਾਨਮਤੀ, ਬਹੁਤ ਜ਼ਬਰਦਸਤ ਜਿਹੜਾ ਸਾਥੀਆਂ ਨੇ, ਉਗਰਾਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਇੰਨੀ ਵਧੀਆ ਠੀਕ ਹੈ ਹੋ ਚੁੱਕੀ ਹੈ ਰੈਲੀ, ਹੋ ਚੁੱਕੀ ਜੀ। ਹਾਂਜੀ ਸਾਥੀ ਜੀ, ਆਪਾਂ ਉਹਦੇ ਬਾਰੇ ਗੱਲਬਾਤ ਕਰ ਸਕੀਏ ਆਪਣੇ 2-4 ਮਿੰਟ ਜਿਹੜੇ ਹੈਗੇ ਨੇ? ਨਹੀਂ, ਉਹਦੇ ਬਾਰੇ ਤਾਂ ਬਸ ਇੱਦਾਂ ਹੈਗਾ ਕਿ ਜਿੰਨਾ ਮਤਲਬ ਕੱਲ੍ਹ ਇਕੱਠ ਸੀਗਾ ਤੇ ਜਿੰਨਾ ਜਾਣੀ ਅਸੈਸਮੈਂਟ ਕੀ ਸੀ ਸਾਡੇ ਜਿਹੜੇ ਆਗੂਆਂ ਦੀ, ਹਾਂਜੀ, ਵੀ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਮੁੜ ਕੇ ਵੀ ਜਿਵੇਂ ਖਦਸ਼ਾ ਜ਼ਾਹਰ ਕੀਤਾ ਦੂਜੀਆਂ ਜਥੇਬੰਦੀਆਂ ਨੇ, ਜਾਂ ਮੁੜ ਕੇ ਐਂ ਕਹਿ ਲਓ ਮੁੜ ਕੇ ਵੀ ਜਿਹੜੇ ਹੈਗੇ ਆ
ਖਾਲਿਸਤਾਨੀ ਵਗੈਰਾ ਵੀ ਇਸ ਤਰ੍ਹਾਂ ਸੀਗਾ। ਮੁੜ ਕੇ ਵੀ ਕੁਝ ਦਿੱਲੀ ਤੋਂ ਚਲੇ ਜਾਣਗੇ, ਕੁਛ ਉੱਥੋਂ ਆ ਜਾਣਗੇ, ਗਿਣਤੀ ਮਿਣਤੀ ਤੇ ਉੱਥੇ ਉਸ ਵਕਤ ਅਗਰਾਹਾਂ ਨੇ ਕਿਹਾ ਸੀਗਾ ਵੀ ਉਹ ਕਹਿੰਦਾ ਸੀ ਇੱਕ ਵੀ ਬੰਦਾ ਇੱਥੋਂ ਜਾਣਾ ਨਹੀਂ, ਸਿਰਫ ਜਿਹੜੇ ਬੰਦੇ ਇੱਥੇ ਬੁਲਾਰੇ ਉਹ ਜਾਣਗੇ। ਉਹ ਤੋਂ ਬਾਅਦ ਚ ਮੁੜ ਕੇ ਐ ਸੀਗਾ ਵੀ ਜਿਹੜਾ ਉੱਥੇ ਮਤਲਬ ਦਿੱਲੀ ਦੇ ਇਕੱਠ ਚ ਉਨੇ ਹੀ ਬੰਦੇ ਆ ਬਿਲਕੁਲ ਉੱਥੇ ਕੋਈ ਨਹੀਂ ਆ। ਤੇ ਜਿਹੜੀ ਉਹ ਮੰਡੀ ਆ, ਉਹ ਮੰਡੀ ਜਿਹੜੀ ਹੈਗੀ ਆ ਉਹ ਹੈਗੀ ਆ 9,05,000 ਵਰਗ ਫੁੱਟ ਚ। ਉਹ ਅਸੈਸਮੈਂਟ ਸੀ ਮੁੜ ਕੇ ਵੀ ਇਹਦੇ ਵਿੱਚ ਜਿਹੜੇ ਹੈਗੇ ਆ, ਜੇ ਉਹਨੂੰ ਜੇ 3 ਵਰਗ ਫੁੱਟ ਦੇ ਵਿੱਚ ਇੱਕ ਬੰਦਾ ਬਹਿੰਦਾ ਹੋਵੇ ਤਾਂ 3 ਲੱਖ ਜਿਹੜਾ ਬੰਦਾ ਹੈਗਾ ਉਹਦੇ 'ਚ ਬੈਠੂਗਾ। ਤਾਂ ਜਿਹੜੀ ਮਤਲਬ ਕੱਲ ਜਿਹੜੀ ਹੈਗੀ ਆ ਵੀ ਉਹ CID ਵਗੈਰਾ ਦੇ ਸਾਈਡ ਤੋਂ ਜਿਹੜੀ ਹੈਗੀ ਉਹਨਾਂ ਦੀ ਗਿਣਤੀ ਵੀ 3 ਲੱਖ ਤੋਂ ਲੰਘ ਗਿਆ, ਜਿਹੜੇ ਭਰ ਗਿਆ। ਮਤਲਬ ਜਿਹੜੇ ਵੀ ਜਿਵੇਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਗਰੇ ਵਾਲਾ ਗਾਉਣ ਵਾਲਾ ਉਹਨੇ ਕਿਹਾ ਸੀ, ਕਹਿੰਦੇ ਵੀ ਜ਼ਿੰਦਗੀ 'ਚ ਮੈਂ ਜਿਹੜੀਆਂ ਹੈਗੀਆਂ ਮੰਡੀਆਂ ਦੇ ਵਿੱਚ ਤਾਂ ਮੈਂ ਬਹੁਤ ਗਾਇਆ, ਪਰ ਇਹੋ ਜਿਹੀ ਮੰਡੀ ਦੇ ਵਿੱਚ ਜਿੱਥੇ ਤਾਂ ਐਡੀ ਵੱਡੀ ਮੰਡੀ ਪੂੰਜੀਵਾਦ ਦੀਆਂ ਮੰਡੀਆਂ 'ਚ ਬਹੁਤ ਗਾਇਆ। ਪਰ ਉਹ ਕਹਿੰਦਾ ਵੀ ਇਹੋ ਜਿਹੀ ਮੰਡੀ ਮੈਂ ਜ਼ਿੰਦਗੀ 'ਚ ਨਹੀਂ ਦੇਖੀ ਤੇ ਸੁਣੀ ਵੀ ਕਦੇ ਹੈ ਨਹੀਂ। ਕਿਉਂਕਿ ਇਹਦੇ ਹਾਲਤਾਂ ਜਿਹੜੀ ਉਹਨਾਂ ਨੇ ਤੇ ਔਰ ਨੰਬਰ 2 ਦੇ ਉੱਤੇ ਮੁੜ ਕੇ ਏਡੇ ਵੱਡੇ ਜਿਹੜਾ ਮਤਲਬ ਸੀਗਾ ਵੀ ਇਕੱਠ ਹੋਣ ਦੇ ਬਾਵਜੂਦ ਉਹ ਜਿਹੜਾ ਸੀ ਬਹੁਤ ਵਧੀਆ ਢੰਗ ਤਰੀਕੇ ਨਾਲ ਜਿਹੜਾ ਪ੍ਰਬੰਧਕ ਸੀਗੇ ਉਹਨਾਂ ਦੀ ਕਿਆ ਬਾਤ ਸੀ। ਮੁੜ ਕੇ ਉਹਨਾਂ ਨੂੰ ਜਿਹੜਾ ਦਾਦ ਦੇਣੀ ਬਣਦੀ ਆ। ਬਹੁਤ ਧੰਨਵਾਦ ਵਲੰਟੀਅਰਾਂ ਦਾ ਜੀ। ਹਾਂ ਵੀ ਏਡੇ ਵੱਡੇ ਪ੍ਰਬੰਧ ਦੇ ਵਿੱਚ ਮੁੜ ਕੇ ਜਿਹੜਾ ਹੈਗਾ ਵੀ ਬਿਨਾਂ ਕਿਸੇ ਦਾ ਇੱਕ ਪੱਤਾ ਤੋੜਿਆ ਜਾਂ ਕੋਈ ਨਿੱਕੀ ਮੋਟੀ ਜਿਹੜੀ ਉਹ ਗਲਤੀ ਹੋਇਆ ਤੇ ਉਹਨੂੰ ਜਿਹੜਾ ਨੇਪਰੇ ਚਾੜਿਆ। ਤਾਂ ਔਰ ਇਸ ਗੱਲ ਨੇ ਮੁੜ ਕੇ ਜਿਹੜੀ ਹੈਗੀ ਆ ਵੀ ਘੱਟੋ ਘੱਟ ਮੈਂ ਇਹ ਸਮਝਦਾ ਵੀ ਉਸ ਕੱਲ ਵਾਲੇ ਜਿਹੜੀ ਮਤਲਬ ਹੈਗੀ ਆ ਵੀ ਜਿਹੜਾ ਸਾਡਾ ਇਕੱਠ ਹੈ, ਉਹ ਇਕੱਠ ਦਾ ਇਹਦੇ ਅਰਥ ਜਿਹੜੇ ਹੈਗੇ ਆ ਉਹਦੇ ਮਾਇਨੇ ਇਹ ਆ ਕਿ ਇੱਥੇ ਜਿਹੜੀ ਮਰਜ਼ੀ ਕੱਲ ਨੂੰ ਸਰਕਾਰ ਪੰਜਾਬ ਚ ਆ ਜਾਏ, ਘੱਟੋ ਘੱਟ ਮੁੜ ਕੇ ਜਿਵੇਂ ਉਹ ਕੱਲ ਪਰਸੋਂ ਦਾ ਉਹਨਾਂ ਦਾ ਆ ਗਿਆ, ਮੁੜ ਕੇ ਜਿਹੜੇ 2 ਕਾਨੂੰਨ ਜਿਹੜੇ ਸੀਗੇ ਜਿਹੜੇ ਜ਼ਮੀਨਾਂ ਨਾਲ ਸੰਬੰਧ ਸੀਗੇ ਇਹਨਾਂ ਨੇ ਪਾਸ ਕੀਤੇ ਸੀਗੇ ਉਹ ਵਾਪਸ ਲੈਣ ਦੀ ਗੱਲ ਕੀਤੀ ਆ। ਤੇ ਉਹਨੂੰ ਤਕੀਦ ਕੀਤੇ ਵੀ ਬੰਦੇ ਤਾਂ ਪੁੱਤ ਬਣ ਜਾ, ਜਿਹੜੇ ਹੈਗੇ ਸਾਡੇ ਕਹਿੰਦੇ ਸਾਰੇ ਵਾਪਸ ਲੈ ਰਾ, ਇਹ ਸਾਨੂੰ ਮੁੜ ਕੇ ਇੱਧਰ ਨਿਬੜ ਕੇ ਵੇਤ ਪੇ ਲੈਣੇ, ਉਹ ਡਰਦਿਆਂ ਨੇ ਵੀ ਮੁੜ ਕੇ ਵਾਪਸ ਲੈਣੇ ਸ਼ੁਰੂ ਕਰਤੇ ਆ। ਇਸ ਵਾਸਤੇ ਮੁੜ ਕੇ ਵੀ ਜਿੱਥੇ ਹੁਣ ਇੱਕ ਵਕਤ ਸੀਗਾ ਅਸੀਂ 5,000 7,000 10,000 ਦੀ ਗੱਲ ਕਰਦੇ ਸੀਗੇ, ਅੱਜ ਵਕਤ ਆ ਵੀ ਉਹਨਾਂ ਨੇ 2 ਲੱਖ ਕਿਹਾ ਸੀ 3 ਲੱਖ ਹੋ ਗਿਆ, ਹੁਣ ਲੋਕ ਇੱਥੇ 5 ਲੱਖ ਵੀ ਕਹੀ ਜਾਂਦੇ, ਗੱਲ ਵੱਖਰੀ ਆ। ਪਰ ਇਹ ਸਮਝਦੇ ਮੁੜ ਕੇ ਵੀ ਜਿਹੜਾ ਇਹੋ ਜਿਹਾ ਕੰਮ ਨੰਬਰ 2 ਇਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜੀ ਇੱਥੋਂ ਦੇ ਥੋੜੇ ਦਿਨਾਂ ਵਿੱਚ ਜਿਹੜੀ ਇਹਨਾਂ ਤਿਆਰੀ ਕੀਤੀ ਆ, ਉਹ ਤਿਆਰੀ ਜਿਹੜੀ ਹੈਗੀ ਉਹ ਕੋਈ ਤਿਆਰੀ ਨਾਲ ਨਹੀਂ ਲੋਕ ਆਏ, ਆਪ ਮਾਰੇ ਲੋਕ ਆਏ ਆ। ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਜਿਹੜੀ ਘੱਟੋ ਘੱਟ ਵੀ ਸਾਡੀ ਜਿਹੜੀ 15-20 ਵਰ੍ਹਿਆਂ ਤੋਂ ਲੱਗ ਜਿਹੜੀ ਸਾਡੀ ਮਿਹਨਤ ਸੀਗੀ ਜਥੇਬੰਦੀਆਂ ਨੇ ਉਹ ਰੰਗ ਲਿਆਈ ਆ। ਉਹਨੇ ਜਿਹੜਾ ਉਹਦਾ ਰੰਗ ਆ ਮੁੜ ਕੇ ਜਿਹੜਾ ਕਰਕੇ ਲੋਕਾਂ ਨੇ ਜਿਹੜਾ ਸੀਗਾ ਉੱਥੇ ਤਾਂ ਮੈਂ ਸਮਝਦਾ ਵੀ 50% ਇਹੋ ਜਿਹੇ ਲੋਕ ਹੋਣਗੇ ਉੱਥੇ ਜਿਹੜੇ ਲੋਕ ਨਾ ਤਾਂ ਉਹ ਸਾਡੇ ਕਿਸੇ ਚੋਣ ਹੋਈ ਆ, ਨਾ ਸਾਡੇ ਮੈਂਬਰ ਆ ਕਿਤੋਂ, ਸਿਰਫ ਇਸ ਵਾਸਤੇ ਵੀ ਲੋਕਾਂ ਨੇ ਜਦੋਂ ਪਤਾ ਲੱਗਿਆ ਵੀ ਇਹ ਸਾਰਾ ਕੁਝ ਗਿਆ, ਵੀ ਜੋ ਜ਼ਮੀਨ ਗਈ, ਸਾਰਾ ਕੁਝ ਗਿਆ, ਬੱਚਿਆਂ ਦਾ ਭਵਿੱਖ ਗਿਆ, ਤਾਂ ਲੋਕਾਂ ਦਾ ਜਿਹੜਾ ਇਹ ਕੰਮ ਹੈ ਜੇ ਕੱਲ ਨੂੰ ਵੀ ਜੇ ਲੋੜ ਪੈਂਦੀ ਆ ਤੇ ਮੁੜ ਕੇ ਜਿਹੜੀ ਲੋਕ ਆਪ ਮਾਰੇ ਜਿਹੜੇ ਵੀ ਇਹ ਜੇ ਕੱਲ ਨੂੰ ਅਸੀਂ ਕਿਤੇ ਕੋਈ ਜਿਹੜੀ ਹੈਗੀ ਆ ਕੋਈ ਇਹੋ ਜਿਹਾ ਧਰਨਾ ਵਗੈਰਾ ਕਰਦਾ ਜਾਂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਾਨੂੰ ਲੜਨਾ ਪੈਂਦਾ, ਤਾਂ ਸਰਕਾਰ ਨੂੰ ਵੀ ਇਹ ਕੰਨ ਹੋ ਗਏ ਇਸ ਗੱਲ ਦੇ, ਚਾਹੇ ਕੋਈ ਜਿਹੜੀ ਮਰਜ਼ੀ ਆ ਜੇ ਕਿ ਭਾਈ ਇੱਥੇ ਮੁੜ ਕੇ ਘੱਟੋ ਘੱਟ ਬਈ ਇੱਥੇ ਮੁੜ ਕੇ ਹੁਣ ਇਹਨਾਂ ਦੀ ਇਹ ਗਿਣਤੀ 'ਚ ਤਾਂ ਰੱਖਣੇ ਪੈਣਗੇ ਕਿਸਾਨ ਜੀ ਉਹਨਾਂ ਦੇ। ਇਹ ਉਹਦਾ ਇੱਕ ਸੁਨੇਹਾ ਹੈ ਉਸ ਜਿਹੜੀ ਉੱਥੋਂ ਦੀ ਜਿਹੜੀ ਹੈਗੀ ਆ ਜਿਹੜੀ ਸਾਡੀ ਆ ਕੱਲ ਦਾ ਜਿਹੜਾ ਇਹਨਾਂ ਦਾ ਜਿਹੜਾ ਇਕੱਠ ਆ ਜਿਹੜਾ ਇਹਨਾਂ ਨੇ ਜਿਹੜੀ ਮਿਹਨਤ ਹੈ ਇਹਨਾਂ ਦੀ, ਕਿਆ ਬਾਤ ਹੈ ਇਹਨਾਂ ਲੋਕਾਂ ਦੀ ਜਿਹੜੀ। ਬਿਲਕੁਲ ਜੀ, ਬਿਲਕੁਲ ਜੀ। ਤਾਂ ਦੋਸਤੋ ਇਜਾਜ਼ਤ ਲੈਂਦੇ ਆ, ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ। ਅਲਵਿਦਾ।